बोले सोने हाल सासरी अकाल। ਮੁਸਪਾਂਚਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਵਿਚ ਆਈ ਆਲਵੇਜ਼ ਲੁੱਕ ਫਾਰਵਰਡ। ਮੈਨੂੰ ਉਮੀਦ ਹੈ, ਮੈਨੂੰ ਪਤਾ ਕਿ ਤੁਸੀਂ ਲੋਕ ਵੀ ਸਾਰੇ ਲੁੱਕ ਫਾਰਵਰਡ ਕਰਦੇ ਹੋ ਟਿਊਜ਼ਡੇ ਨੂੰ ਸਾਰਾ ਆਪਣੀ ਬ੍ਰੇਕਫਾਸਟ ਖਾ ਕੇ ਤਿਆਰ ਤੁਰ ਹੋ ਕੇ ਪ੍ਰੋਗਰਾਮ ਦੇਖਦੇ ਹੋ ਡਾਕਟਰ ਰਾਜ ਜੀ ਦਾ। ਬਹੁਤ ਇੰਟਰਸਟਿੰਗ, ਬੜਾ ਐਜੂਕੇਸ਼ਨਲ। ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਨਾ, ਅਗਰ ਤੁਹਾਨੂੰ ਕੋਈ ਬਿਮਾਰੀ ਨਹੀਂ ਹੈਗੀ ਫਿਰ ਵੀ ਪਲੀਜ਼ ਵਾਚ ਕਰਿਆ ਕਰੋ ਕਿ ਕੁਝ ਬੰਦੇ ਨੂੰ ਪਤਾ ਲੱਗਦਾ ਹੈ, ਕੋਈ ਸਿੰਪਟਮ ਦਾ ਪਤਾ ਲੱਗਦਾ ਹੈ। ਅਗਰ ਤੁਹਾਨੂੰ ਬਿਮਾਰੀ ਹੋ ਜਾਵੇ ਤੁਹਾਨੂੰ ਪੈਨਿਕ ਕਰਨ ਦੀ ਲੋੜ ਨਹੀਂ ਹੁੰਦੀ। ਚਲੋ ਮੈਂ ਟਾਈਮ ਜ਼ਾਇਆ ਨਹੀਂ ਕਰਦਾ, ਡਾਕਟਰ ਦਾ ਸਵਾਗਤ ਕਰਕੇ ਅਸੀਂ ਸ਼ੋਅ ਅੱਗੇ ਲੈ ਕੇ ਚੱਲੇ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਮੈਂ ਲੋਕੀ ਤਾਂ ਵੇਟ ਕਰਦੇ ਨੇ, ਮੈਂ ਬੜੀ ਵੇਟ ਕਰਦਾ ਨਾ, ਬਿਕੋਜ਼ ਓਨੈਸਟਲੀ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ, ਬਹੁਤ ਕੁਝ ਮਿਲਦਾ ਹੈ। ਹਾਂਜੀ, ਜਿਹੜੀ ਮੈਡੀਕਲ ਇਨਫੋਰਮੇਸ਼ਨ ਆ ਇਹ ਸਾਰਿਆਂ ਲਈ ਹੁੰਦੀ ਆ। ਬਿਲਕੁਲ। ਹਾਂਜੀ, ਪਤਾ ਨਹੀਂ ਕਿਹੜੇ ਵੇਲੇ ਤੁਹਾਨੂੰ ਕੋਈ ਨਾ ਕੋਈ ਫਾਇਦੇਮੰਦ ਚੀਜ਼ ਮਿਲ ਜਾਣੀ। ਕਈ ਲੋਕ ਹੁੰਦੇ ਨੇ ਜਦੋਂ ਥੋੜ੍ਹੇ ਯੰਗ ਹੁੰਦੇ ਨੇ, ਮੈਨੂੰ ਕੁਛ ਨਹੀਂ ਹੁੰਦਾ, ਮੈਂ ਤਾਂ ਪੱਥਰ ਵੀ ਖਾ ਲੈਂਦਾ। ਉਹ ਭਾਜੀ ਖਾਏ ਵੀ ਜਾਂਦੇ ਨੇ ਉਦੋਂ, ਇਹ ਗੱਲ ਝੂਠੀ ਵੀ ਨਹੀਂ ਹੈ। ਹਾਂਜੀ ਹਾਂਜੀ, ਕਿ ਤੁਸੀਂ ਹਰ ਤਰ੍ਹਾਂ ਦਾ ਫੂਡ ਤੁਸੀਂ ਡਾਈਜੈਸਟ ਕਰ ਲੈਂਦੇ ਹੋ। ਦੈਟਸ ਰਾਈਟ। ਅਤੇ ਉਹ ਜਿਹੜੀ ਤੁਸੀਂ ਉਸੇ ਸਪੀਡ 'ਚ ਰੱਖਦੇ ਹੋ, ਉਹੀ ਆਦਤਾਂ ਰੱਖਦੇ ਹੋ, ਜਦੋਂ ਵੱਡੇ ਹੁੰਦੇ ਫਿਰ ਉਹ ਨਹੀਂ ਨਾ, ਜਿਸਮ ਨਹੀਂ ਨਾ ਮੰਗਦਾ ਉਹ ਜਿਸਮ ਨਹੀਂ ਉਹ ਚੱਲਦਾ ਹੈਗਾ, ਵੀ ਹੌਲੀ ਹੌਲੀ ਆਪਣੀਆਂ ਆਦਤਾਂ ਜਿਹੜੀਆਂ ਨਾ ਬਦਲਣੀਆਂ ਪੈਂਦੀਆਂ ਤੇ ਖੁਰਾਕ ਥੋੜ੍ਹੀ ਜਿਹੀ ਆਪਣੀ ਐਡਜਸਟ ਕਰਨੀ ਪੈਂਦੀ ਹੈ ਉਮਰ ਲਿਹਾਜ਼। ਹਾਂਜੀ, ਇੱਕ ਬੜੀ ਫਨੀ ਗੱਲ ਆ, ਤੁਸੀਂ ਪਤਾ ਨਹੀਂ ਅਗਲੇ ਕਹਿੰਦੇ ਜਿਹੜਾ ਓਲਡ ਹੋਣਾ ਬੰਦੇ ਨੂੰ ਗ੍ਰੇਸਫੁਲੀ ਓਲਡ ਹੋਣਾ ਚਾਹੀਦਾ। ਹਾਂਜੀ ਹਾਂਜੀ, ਹੈ ਉਹਨੂੰ ਇੰਜੋਏ ਕਰੋ। ਉਹ ਕਹਿੰਦਾ ਯਾਰ ਮੈਂ ਇੰਜੋਏ ਕਿਉਂ ਕਰਾਂ। ਕਈ ਲੋਕ ਕਹਿੰਦੇ ਬੁਢਾਪਾ ਹੋਣਾ ਤਾਂ ਬਿਮਾਰੀ ਇਟਸੈਲਫ ਹੈਗੀ ਆ, ਕਿਉਂਕਿ ਬੁਢਾ ਹੋ ਗਿਆ ਬਿਮਾਰੀਆਂ ਆ ਗਈਆਂ ਨਾਲ। ਦੈਟਸ ਰਾਈਟ। ਪਰ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਜਿਹਦੇ ਥੋੜ੍ਹੇ ਸਿਆਣੇ ਹੋ ਗਏ ਵੀ ਬਿਮਾਰੀਆਂ ਵੀ ਲੱਗਣ। ਤੇ ਇਹ ਤਾਂ ਆਪਣਾ ਖਿਆਲ ਰੱਖਣਾ ਪੈਂਦਾ ਸਰੀਰ ਦਾ ਆਪਣੇ ਆਪ। ਪਰ ਦੇਖਿਆ ਜਾਂਦਾ ਜੋ ਹਾਲਾਤ ਆ, ਜੋ ਡਾਈਟ ਲੋਕਾਂ ਦੀ ਹੈਗੀ ਉਹਦਾ ਲੱਗ ਹੀ ਜਾਂਦੀਆਂ ਨੇ ਕੁਝ। ਡਾਈਟ ਨਾਲ ਬਹੁਤ ਫਰਕ ਪੈਂਦਾ ਭਾਜੀ, ਲਾਈਫ ਸਟਾਈਲ ਜਿਹੜਾ ਹੈ ਨਾ ਸਾਰਾ ਇਹਦਾ ਫਰਕ ਪੈਂਦਾ ਆ। ਅਤੇ ਜਿੱਦਾਂ ਤੁਹਾਡੀ ਉਮਰ ਵਧੀ ਜਾਂਦੀ ਆ, ਆਪਣੀ ਡਾਇਟ ਨਾਲ ਦੀ ਨਾਲ ਥੋੜ੍ਹੀ ਜਿਹੀ ਐਡਜਸਟ ਕਰਨੀ ਪੈਂਦੀ ਆ। ਅਤੇ ਜਿੱਦਾਂ ਤੁਸੀਂ ਪਹਿਲਾਂ ਸਭ ਕੁਝ ਖਾ ਲੈਂਦੇ ਸੀਗੇ, ਪਚ ਜਾਂਦਾ ਸੀ, ਅਤੇ ਉਹ ਗੱਲ ਨਹੀਂ ਰਹਿੰਦੀ ਹੈਗੀ। ਅਤੇ ਹੁਣ ਤਾਂ ਜਦੋਂ ਉਮਰ ਥੋੜ੍ਹੀ ਜਿਹੀ ਵੱਧਦੀ ਹੈ, ਆਪਣਾ ਹੈਲਥੀ ਲਾਈਫ ਸਟਾਈਲ ਰੱਖਣਾ ਪੈਂਦਾ ਆ। ਹਾਂਜੀ, ਥੋੜ੍ਹੀ ਬਹੁਤੀ ਐਕਸਰਸਾਈਜ਼ ਵੀ ਚਾਹੀਦੀ ਆ ਅਤੇ ਹੈਲਥੀ ਫੂਡ ਚਾਹੀਦਾ ਹੈ ਬਿਲਕੁਲ, ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ। ਹੈਲਥੀ ਫੂਡ ਦੀਆਂ ਗੱਲਾਂ ਕਰਦੇ, ਮੈਂ ਇੱਕ ਡਾਕਟਰ ਜੀ ਨੂੰ ਸਵਾਲ ਪੁੱਛਾਂਗਾ ਬਾਅਦ ਵਿੱਚ। ਜਦੋਂ ਮੈਂ ਡਾਕਟਰ ਜੀ ਨੂੰ ਸਵਾਲ ਪੁੱਛਦਾ, ਜਦੋਂ ਡਾਕਟਰ ਜੀ ਉਹਦਾ ਕਿਸੇ ਤਰ੍ਹਾਂ ਦਾ ਵੀ ਜਵਾਬ ਦਿੰਦੇ ਆ, ਇਹਦਾ ਮਤਲਬ ਨਹੀਂ ਹੈਗਾ ਕਿ ਡਾਕਟਰ ਜੀ ਤੁਹਾਨੂੰ ਰਿਕਮੈਂਡ ਕਰਦੇ ਕਿ ਤੁਸੀਂ ਵੀ ਲੈਣੀ ਸ਼ੁਰੂ ਕਰੋ, ਬਿਕੋਜ਼ ਡਾਕਟਰ ਨੂੰ ਤੁਹਾਡੀ ਮੈਡੀਕਲ ਹਿਸਟਰੀ ਦਾ ਨਹੀਂ ਪਤਾ। ਉਹ ਹੈਗਾ ਜਨਰਲੀ ਜਿਹੜੇ ਲੋਕ ਤੰਦਰੁਸਤ ਹੈਗੇ, ਜਿਹਨਾਂ ਨੂੰ ਉੱਦਾਂ ਦਾ ਕੁਝ ਹੁੰਦਾ ਅਤੇ ਉਹ ਲੈਣ ਅਤੇ ਉਹਦੇ ਨਾਲ ਸ਼ਾਇਦ ਫਰਕ ਪੈ ਸਕਦਾ। ਅਗਰ ਤੁਹਾਨੂੰ ਹੋਰ ਬਿਮਾਰੀ ਹੈਗੀ ਹੈ, ਪਲੀਜ਼ ਆਲਵੇਜ਼ ਡਾਕਟਰ ਨੂੰ ਚੈੱਕ ਕਰਾ ਕੇ, ਬਿਕੋਜ਼ ਆ ਡਾਕਟਰ ਭਾਜੀ ਰਾਜੂ ਨੂੰ ਨਹੀਂ ਪਤਾ ਤੁਹਾਡੀ ਮੈਡੀਕਲ ਹਿਸਟਰੀ ਦਾ। ਸੋ ਅਸੀਂ ਉਹਦਾ ਚੈਟ ਸ਼ੋਅ ਕਰਦੇ ਹੁੰਦੇ ਹਾਂ ਵਿਚ ਕੈਨ ਹੈਲਪ। ਮੇਰਾ ਸਵਾਲ ਹੈਗਾ ਭਾਜੀ, ਜਿਹੜਾ ਓਲਿਵ ਹੈਗਾ ਉਹਦਾ ਓਲਿਵ ਵਿਨੇਗਰ, ਨਾਟ ਓਲਿਵ ਓਇਲ, ਵਿਨੇਗਰ, ਲੋਕ ਕਹਿੰਦੇ ਕਿ ਕੋਲੈਸਟਰੋਲ ਨੂੰ ਕੰਟਰੋਲ ਕਰਦਾ, ਇਜ਼ ਦੈਟ ਰਾਈਟ? ਸੋ ਓਲਿਵ ਵਿਨੀਗਰ ਦਾ ਤਾਂ ਭਾਜੀ ਮੈਂ ਨਹੀਂ ਸੁਣਿਆ ਹੈਗਾ, ਅਤੇ ਪਰ ਓਲਿਵ ਆਇਲ ਜਿਹੜਾ ਉਹ ਠੀਕ ਆ। ਉਹ ਠੀਕ ਹੈ? ਹਾਂਜੀ, ਉਹ ਠੀਕ ਆ। ਉਹ ਕੋਲੈਸਟਰੋਲ ਦੀ ਡੈਫੀਨੇਟਲੀ ਹੈਲਪ ਕਰਦਾ ਹੈ। ਅਤੇ ਇੱਦਾਂ ਦੀ ਨੈਚੁਰਲ ਚੀਜ਼ਾਂ ਕਈ ਡਾਇਟ ਵਿੱਚ ਹੈਗੀਆਂ ਜਿਹੜੀਆਂ ਕੋਲੈਸਟਰੋਲ ਨੂੰ ਘਟਾ ਸਕਦੀਆਂ। ਅਤੇ ਤੁਸੀਂ ਜੇ ਕੋਈ ਸਟੈਟਿਨਸ ਵਗੈਰਾ ਖਾਂਦੇ ਆ, ਅਤੇ ਇਹ ਨਹੀਂ ਮੈਂ ਕਹਿੰਦਾ ਹੈਗਾ ਵੀ ਤੁਹਾਨੂੰ ਇੱਕਦਮ ਛੱਡ ਦੇਣੇ ਚਾਹੀਦੇ ਆ, ਅਤੇ ਇਹ ਤੁਹਾਡੀ ਆਪਣੀ ਮਰਜ਼ੀ ਹੈ। ਅਤੇ ਪਰ ਕੋਲੈਸਟਰੋਲ ਜਿਹੜਾ ਇਹ ਐਡਾ ਵੱਡਾ ਪ੍ਰੋਬਲਮ ਨਹੀਂ ਹੈਗਾ ਜਿੰਨਾ ਇਹ ਬਣਾਇਆ ਗਿਆ, ਕਿਉਂਕਿ ਸਰੀਰ ਨੂੰ ਕੋਲੈਸਟਰੋਲ ਚਾਹੀਦਾ ਵੀ ਹੁੰਦਾ ਆ। ਇਹਦੇ ਨਾਲ ਤੋਂ ਵਿਟਾਮਿਨ ਡੀ ਬਣਦੀ ਹੈ, ਹੋਰ ਹਾਰਮੋਨਸ ਬਣਦੇ ਆ ਜਿਹੜੇ ਜ਼ਰੂਰੀ ਆ ਸਰੀਰ ਲਈ। ਸੋ ਕੋਲੈਸਟਰੋਲ ਇੰਨੀ ਬੈਡ ਚੀਜ਼ ਨਹੀਂ ਹੈਗੀ ਜਿੰਨੀ ਬਣਾਈ ਗਈ ਆ। ਜਿਹੜਾ ਸਟੈਟਿਨ ਡਾਕਟਰ ਸਾਹਿਬ ਗੱਲ ਕਰਦੇ, ਅਗਰ ਤੁਸੀਂ ਉਹਦਾ ਸਾਈਡ ਇਫੈਕਟ ਪੜ੍ਹੋ ਕਾਫੀ ਖਰਾਬ ਹੈਗਾ ਉਹਦਾ, ਪਰ ਲੋਕਾਂ ਨੂੰ ਕਈ ਖਾਣੀ ਪੈਂਦੀ ਹੈ ਬਿਕੋਜ਼ ਕੋਈ ਰਸਤਾ ਨਹੀਂ ਹੁੰਦਾ। ਪਰ ਜਦੋਂ ਡਾਕਟਰ ਸਾਹਿਬ ਨੇ ਕਿਹਾ ਕਿ ਰਸਤੇ ਹੈਗੇ ਨੇ ਕਿ ਤੁਸੀਂ ਕੰਟਰੋਲ ਕਰਕੇ ਉਹ ਦਵਾ ਛੱਡ ਸਕਦੇ ਹੋ ਹੌਲੀ ਹੌਲੀ, ਫਿਰ ਵੀ ਆਪਣੇ ਡਾਕਟਰ ਦੀ ਸਲਾਹ ਲੈ ਕੇ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ, ਤੁਹਾਡੇ ਜੀਪੀ ਨੂੰ ਤੁਹਾਡੀ ਪ੍ਰੋਗਰੈਸ ਦਾ ਪਤਾ ਹੋਣਾ ਚਾਹੀਦਾ। ਕਿਉਂਕਿ ਇੱਕ ਗੱਲ ਹੈਗੀ, ਕੋਈ ਐਮਰਜੈਂਸੀ ਨਹੀਂ ਹੋ ਸਕਦੀ ਕਿ ਇੱਕਦਮ ਹੀ ਤੁਹਾਡਾ ਕੋਲੈਸਟਰੋਲ ਖਰਾਬ ਹੋ ਗਿਆ, ਉਹਨੂੰ ਤਾਂ ਟਾਈਮ ਲੱਗਦਾ ਨਾ। ਦੈਟਸ ਰਾਈਟ, ਯੈਸ। ਸੋ ਘਟਣ ਨੂੰ ਵੀ ਥੋੜ੍ਹਾ ਜਿਹਾ ਟਾਈਮ ਲੱਗੇਗਾ, ਵਧਣ ਨੂੰ ਵੀ ਟਾਈਮ ਲੱਗਦਾ ਆ। ਅਤੇ ਇਹ ਗੱਲ ਨਹੀਂ ਹੈਗੀ ਵੀ ਜੇ ਤੁਸੀਂ ਇੱਕਦਮ ਹੀ ਕੋਲੈਸਟਰੋਲ ਉੱਤੇ ਹੋ ਜਾਂਦਾ, ਇੱਕਦਮ ਡਾਊਨ ਹੋ ਜਾਂਦਾ, ਟਾਈਮ ਹਰੇਕ ਚੀਜ਼ ਨੂੰ ਲੱਗਦਾ ਆ। ਅਤੇ ਜੇ ਤੁਸੀਂ ਗੋਲੀ ਸ਼ੁਰੂ ਕਰਨੀ ਹੈ, ਤੁਸੀਂ ਪਹਿਲਾਂ ਆਪਣਾ ਡਾਇਟ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ। ਅਤੇ ਮੋਸਟ ਜੀਪੀਸ ਅੱਜ ਕੱਲ੍ਹ ਵੀ ਕਹਿੰਦੇ ਹੈਗੇ ਆ ਵੀ ਤੁਸੀਂ ਪਹਿਲਾਂ ਆਪਣਾ ਕੋਲੈਸਟਰੋਲ ਜੇ ਘਟਾਉਣਾ ਹੈ ਤਾਂ ਡਾਇਟ ਦੇ ਨਾਲ ਕੰਟਰੋਲ ਕਰ ਲਓ। ਕੁਛ 2-3 ਮਹੀਨੇ ਦਿੰਦੇ ਆ ਪੇਸ਼ੈਂਟ ਨੂੰ, ਹਰੇਕ ਨੂੰ। ਅਤੇ ਜੇ ਤੁਹਾਡਾ ਕੰਟਰੋਲ ਹੋ ਜਾਂਦਾ ਫਿਰ ਠੀਕ ਹੈ, ਤੁਹਾਨੂੰ ਸਟੈਟਿਨ ਖਾਣ ਦੀ ਲੋੜ ਨਹੀਂ ਹੈਗੀ। ਅਤੇ ਜੇ ਨਾ ਕੰਟਰੋਲ ਤੁਸੀਂ ਕਰੋ ਤਾਂ ਫਿਰ ਉਹ ਤੁਹਾਨੂੰ ਤਕਰੀਬਨ ਕੋਲੈਸਟਰੋਲ ਦੀ ਗੋਲੀ 'ਤੇ ਲਾ ਹੀ ਦਿੰਦੇ ਆ।
ਤੇ ਇਹ ਵੀ ਦੇਖਣਾ ਪੈਂਦਾ ਵੀ ਤੁਹਾਡਾ ਰਿਸਕ ਫੈਕਟਰ ਕਿੰਨਾ ਕਿਆ। ਉਹੀ ਨਾ, ਹਾਂਜੀ, ਉਹੀ, ਹਾਂ, ਦੈਟਸ ਕਿੰਨਾ ਰਾਈਟ। ਜੇ factor ਤੁਹਾਨੂੰ ਹੈ। ਬਹੁਤ ਸੀਰੀਅਸ ਹਾਰਟ ਡਿਜ਼ੀਜ਼ ਜਾਂ ਹੋਈ ਹੋ, ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਹਾਰਟ ਦਾ, ਫਿਰ ਉਹ ਤੇ ਨਹੀਂ ਕਰਨਾ ਹਾਂ, ਚਾਹੀਦਾ। ਫਿਰ ਤਾਂ ਤੁਹਾਨੂੰ ਠੀਕ ਹੈ, ਜੇ ਜੀਪੀ ਕਹਿੰਦਾ ਤੁਹਾਨੂੰ ਖਾਣੀ ਚਾਹੀਦੀ ਹੈ ਫਿਰ ਖਾ ਲੈਣੀ ਚਾਹੀਦੀ ਹੈ। ਤੇ ਜੇ ਤੁਹਾਡਾ ਰਿਸਕ ਫੈਕਟਰ ਇੰਨਾ ਨਹੀਂ ਹਲੇ ਹੈਗਾ, ਤੁਹਾਨੂੰ ਕੋਈ ਖਾਸ ਕੋਈ ਬਿਮਾਰੀ ਨਹੀਂ ਹੈਗੀ, ਤੇ ਫਿਰ ਤੁਸੀਂ ਆਪਣਾ ਡਾਇਟ ਨਾਲ ਕੰਟਰੋਲ ਕਰ ਲਓ ਤਾਂ ਬੈਟਰ ਆ, ਤੇ ਤੁਸੀਂ ਫਿਰ ਉਹ ਦਵਾਈਆਂ ਦੇ ਸਾਈਡ ਇਫੈਕਟਸ ਤੋਂ ਵੀ ਬਚ ਸਕਦੇ ਹੋ। ਮੈਂ ਉਹੀ ਕਹਿ ਰਿਹਾ ਸੀ ਨਾ, ਕਿਉਂਕਿ ਤੁਹਾਨੂੰ ਨਹੀਂ ਪਤਾ, ਅਸੀਂ ਤਾਂ ਜਨਰਲ ਗੱਲਾਂ ਕਰਦੇ ਨੇ। ਹਾਂਜੀ, ਦੱਸ। ਹਾਂ, ਜਿਹਨਾਂ ਨਹੀਂ ਬਿਮਾਰੀ ਉਹ ਆਪਣਾ ਚਾਂਸ ਲੈ ਸਕਦੇ ਨੇ। ਡਾਕਟਰ ਜੀ, ਲਾਸਟ ਵੀਕ ਕਿ ਉਦੋਂ ਵੀਕ ਤੋਂ ਆਪਾਂ ਸਟਮਕ ਅਲਸਰ ਦੀ ਗੱਲ ਕੀਤੀ ਸੀ। 2 ਟਾਈਪ ਦੇ ਅਲਸਰ ਹੈਗੇ ਨਾ। ਹਾਂਜੀ, ਦੈਟਸ ਰਾਈਟ। ਉਹਦੇ ਮੈਨੂੰ ਡਿਫਰੈਂਸ ਦੱਸੋ ਤੇ ਸਿੰਪਟਮ ਦੱਸੋ ਉਹਨਾਂ ਦੇ। ਹਾਂਜੀ, ਦੈਟਸ ਰਾਈਟ। ਤੇ ਸੋ ਇੱਕ ਤਾਂ ਗੈਸਟ੍ਰਿਕ ਅਲਸਰ ਹੁੰਦਾ ਸਟਮਕ ਦੇ ਅੰਦਰਲੇ ਪਾਸੇ ਲਾਈਨਿੰਗ ਅੰਦਰਲੇ ਤੇ। ਪਾਸੇ। ਹਾਂ, ਦੈਟਸ ਰਾਈਟ, ਯਾ। ਸੋ ਉਹਦੀ ਨਿਸ਼ਾਨੀ ਇਹ ਹੁੰਦੀ ਆ ਵੀ ਕੁਝ ਮੱਠਾ ਦਰਦ ਹੁੰਦਾ ਵੀ ਰਹਿੰਦਾ ਆ, ਪਰ ਜਦੋਂ ਤੁਸੀਂ ਖੁਰਾਕ ਖਾਂਦੇ ਆ ਤੇ ਫਿਰ ਕੁਝ ਵੱਧਦਾ ਪੇਨ। ਹਾਂਜੀ, ਕਿਉਂਕਿ ਉਹ ਖੁਰਾਕ ਜਾ ਕੇ ਉੱਥੇ ਜ਼ਖਮ ਤੇ ਲੱਗਦੀ, ਜ਼ਖਮ ਹੋਇਆ ਹੁੰਦਾ ਅੰਦਰ, ਹੈ ਨਾ, ਉੱਥੇ ਲੱਗਦੀ ਆ, ਫਿਰ ਉਹ ਪਤਾ ਲੱਗ ਜਾਂਦਾ ਵੀ ਸਟਮਕ ਦੇ ਅੰਦਰਲੇ ਪਾਸੇ ਆ ਇਹ ਜਿਹੜਾ ਅਲਸਰ ਆ। ਹਾਂਜੀ, ਕਿ ਜਦੋਂ ਤੁਸੀਂ ਖੁਰਾਕ ਖਾਣੀ ਉਸ ਵੇਲੇ ਪੇਨ ਸ਼ੁਰੂ ਹੋ ਜਾਂਦਾ ਹੈ। ਤੇ ਦੂਸਰਾ ਜਿਹੜਾ ਸੀਗਾ ਉਹ ਡੂਓਡੀਨਮ ਸੀਗਾ, ਉਹ ਜਿਹੜੀਆਂ ਅੰਦਰਾਂ ਫਿਰ ਸਟਮਕ ਦੇ ਤੋਂ ਅੱਗੇ ਹੁੰਦੀਆਂ ਨਾ, ਤੇ ਉਹ ਉੱਥੇ ਪੇਨ ਹੁੰਦਾ ਹੈ ਜ਼ਿਆਦਾ 2 to 2.5 ਆਵਰਸ ਆਫਟਰ ਈਟਿੰਗ। ਹਾਂਜੀ, ਖਾਣ ਤੋਂ ਬਾਅਦ 2 ਘੰਟੇ ਫਿਰ ਪੇਨ ਜਾਂ ਵੱਧਦਾ ਆ। ਹਾਂਜੀ, ਉਹਦੀ ਵਜ੍ਹਾ ਇਹ ਹੁੰਦੀ ਆ ਕਿਉਂਕਿ ਉਹ ਫਿਰ ਜਿਹੜਾ ਖੁਰਾਕ ਜਿਹੜੀ ਹਜਮ ਹੋ ਜਾਂਦੀ ਆ, ਲਿਕੁਇਡ ਬਣ ਜਾਂਦੀ ਹੈ, ਤੁਹਾਨੂੰ ਪਤਾ ਉਹਦੇ ਵਿੱਚ ਐਸਿਡ ਵੀ ਬਹੁਤ ਹੁੰਦੀ ਆ, ਉਹ ਫਿਰ ਜਦੋਂ ਸਟਮਕ ਰਿਲੀਜ਼ ਕਰਦਾ ਨਾ, ਤੇ ਉਹ ਫਿਰ ਡੂਓਡੀਨਮ ਤੇ ਜਾ ਕੇ ਵੱਜਦੀ ਹੈ ਉੱਥੇ। ਹਾਂਜੀ, ਤੇ ਉਹ ਕਰਕੇ ਐਸਿਡ ਹੁੰਦੀ ਆ, ਤੇ ਉੱਥੇ ਫਿਰ ਐਸਿਡ ਦੇ ਨਾਲ ਉਹ ਲਾਈਨਿੰਗ ਜਿਹੜੀ ਆ ਉੱਤੇ ਇਫੈਕਟ ਪੈ ਕੇ ਉੱਥੇ ਅਲਸਰ ਹੋ ਜਾਂਦਾ, ਜ਼ਖਮ ਹੋ ਜਾਂਦਾ। So that's the difference between the two also. ਹਾਂ, ਦੈਟਸ ਦ ਡਿਫਰੈਂਸ ਬਿਟਵੀਨ ਦ ਟੂ। ਸੋ ਜ਼ਿਆਦਾ ਦਰਦ ਪੈਂਦਾ ਹੈ ਜਿਹੜਾ ਬਾਹਰਲੇ ਪਾਸੇ ਆ, ਉਹ 2.5 ਘੰਟੇ ਬਾਅਦ ਜਾਂ 2 ਘੰਟੇ ਬਾਅਦ ਪੇਨ ਜ਼ਿਆਦਾ ਵਧੇਗਾ, ਤੇ ਜਿਹੜਾ ਸਟਮਕ ਦੇ ਲਾਈਨਿੰਗ ਦੇ ਅੰਦਰ ਆ, ਤੇ ਉਹ ਹੈਗਾ ਭਈ ਜਦੋਂ ਤੁਸੀਂ ਖੁਰਾਕ ਖਾਂਦੇ ਉਸੇ ਵੇਲੇ ਪੇਨ ਉਸੇ ਵੇਲੇ। ਤੁਹਾਨੂੰ ਪਤਾ ਲਾਸਟ ਟਾਈਮ ਤੁਹਾਨੂੰ ਕਿਹਾ ਸੀ ਕਿ ਜਿਹੜੇ ਆਪਾਂ ਮਸਾਲੇ ਖਾਂਦੇ ਉਹਨਾਂ ਨਾਲ ਵੀ ਹੁੰਦਾ ਹੈ, ਤੇ ਤੁਸੀਂ ਕਿਹਾ ਕਿ ਸ਼ਾਇਦ ਮੈਨੂੰ ਹੋਇਆ ਹੋਏਗਾ। ਨਹੀਂ, ਮੇਰੀ ਗੱਲ ਵਾਪਸ ਉੱਥੇ ਆ ਗਈ ਜਦੋਂ ਮੈਂ ਸ਼ੁਰੂਆਤ 'ਚ ਕਿਹਾ ਹੈਗਾ, ਇਹ ਭਾਜੀ ਸ਼ੋਅ ਕਰਕੇ ਨੌਲੇਜ ਹੋਈ ਥੋੜੀ, ਪਤਾ ਲੱਗ। ਐਸੇ ਕਿ ਮੈਂ ਸਾਰਿਆਂ ਨੂੰ ਕਹਿ ਦਿੰਦਾ ਤੁਸੀਂ ਵਾਚ ਕਰੋ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਅਲਸਰ ਦੀ ਗੱਲ ਕਰਦੇ ਆ, ਡਾਕਟਰ ਸਾਹਿਬ ਨੇ ਗੱਲ ਨਹੀਂ ਕੀਤੀ ਕਿ ਮਸਾਲਿਆਂ ਨਾਲ ਵੀ ਹੋ ਸਕਦੀ ਹੈ, ਪਰ ਉਹ ਮੈਂ ਸਵਾਲ ਪੁੱਛਿਆ ਸੀਗਾ, ਤੇ ਇੱਦਾਂ ਤੇ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਕਿਹਦੇ ਨਾਲ ਹੁੰਦੀ ਜ਼ਿਆਦਾ। ਦੈਟਸ ਰਾਈਟ, ਯਾ। ਸੋ ਐਨੀ ਸ਼ਾਰਪ ਚੀਜ਼ ਹੋਵੇ, ਕੋਈ ਮਸਾਲਾ ਹੋਵੇ, ਤੁਸੀਂ ਕੋਈ ਜਿਹੜੇ ਅਲਕੋਹਲ ਵਗੈਰਾ ਪੀਂਦੇ ਨੇ। ਦੈਟਸ ਰਾਈਟ, ਐਲਕੋਹਲ ਦੇ ਨਾਲ ਵੀ ਜ਼ਿਆਦਾ ਪ੍ਰੋਬਲਮ ਹੁੰਦਾ ਆ, ਤੇ ਮਿਰਚਾਂ ਨਾਲ ਵੀ ਜ਼ਿਆਦਾ ਹੁੰਦਾ। ਹਾਂਜੀ, ਤੇ ਲੈਮਨ ਜੂਸ ਦੇ ਨਾਲ ਵੀ ਹੁੰਦਾ ਹੈ, ਕਿਉਂਕਿ ਲੈਮਨ ਇੱਕ ਐਸਿਡ ਹੁੰਦਾ, ਬਹੁਤ ਜ਼ਿਆਦਾ ਐਸਿਡਿਕ ਆ ਨਾ, ਤੇ ਉੱਥੇ ਜਾ ਕੇ ਫਿਰ ਜ਼ਖਮ ਤੇ ਲੱਗੇਗਾ ਜ਼ਰੂਰ। ਭਾਜੀ ਇੱਕ ਦੇਖੋ, ਅਸੀਂ ਤੁਸੀਂ ਡਾਇਗਰਾਮ ਵਗੈਰਾ ਦਿਖਾਉਂਦੇ ਹੋ, ਬੜੀ ਕਮਾਲ ਦੀ ਚੀਜ਼ ਹੈ। ਸਪੈਸ਼ਲੀ ਜਦ ਹੁਣ ਵੈਸਟਰਨ ਕੰਟਰੀ ਦੀ ਗੱਲ ਕरें, ਇੰਡੀਆ ਤਾਂ ਚਲੋ ਹੁਣ ਉੱਥੇ ਵੀ ਕੰਮ ਖਰਾਬ ਹੋ ਗਿਆ ਖੁਰਾਕ ਦਾ। ਪਹਿਲਾਂ ਤਾਂ ਲੋਕ ਫਰੈਸ਼ ਖਾਂਦੇ ਸੀ ਪਿੰਡਾਂ ਦੇ ਵਿੱਚ, ਤੇ ਇੱਥੇ ਅਸੀਂ ਕਿੰਨਾ ਜੰਕ ਫੂਡ ਕਰਦੇ, ਹਰ ਤਰ੍ਹਾਂ ਦਾ ਖਾਂਦੇ ਆ। ਉਹ ਅਸੀਂ ਬੋਡੀ ਨੂੰ ਕਿੰਨੀ ਤਕਲੀਫ ਦਿੰਦੇ ਆ, ਹੈ ਅਲਸਰ ਹੁੰਦੀ, ਇਹ ਹੁੰਦਾ, ਉਹ ਹੁੰਦਾ, ਗੈਸਟ੍ਰਿਕ ਹੁੰਦੀ ਹੈ ਉਹਦੇ ਨਾਲ। ਡਾਈਟ ਦਾ ਕਿੰਨਾ ਫਰਕ ਪੈਂਦਾ ਚੀਜ਼ਾਂ ਦਾ। ਹਾਂਜੀ, ਬਹੁਤ ਫਰਕ ਪੈਂਦਾ ਹੈ। ਫਾਸਟ ਫੂਡ ਜਿਹਦੀ ਬੰਦੇ ਦੀ ਰੈਗੂਲਰ ਡਾਈਟ ਬਣ ਜਾਂਦੀ ਫਾਸਟ ਫੂਡ, ਉਹ ਸਰੀਰ ਨੂੰ ਨੁਕਸਾਨ ਹੀ ਕਰਦੀ ਆ। ਹਾਂਜੀ, ਸੋ ਕੋਈ ਨਾ ਕੋਈ ਹੈਲਥ ਪ੍ਰੋਬਲਮ ਤਾਂ ਹੀ ਖੜੇ ਹੁੰਦੇ ਆ, ਤੁਹਾਡੀ ਡਾਈਟ ਸਹੀ ਨਹੀਂ ਹੁੰਦੀ ਜਦੋਂ। ਤੇ ਦੂਸਰੀ ਗੱਲ ਇਹ ਅੱਜ ਕੱਲ੍ਹ ਸਟ੍ਰੈਸ ਬਹੁਤ ਹੈ ਹਰੇਕ ਨੂੰ। ਹਾਂਜੀ, ਸੋ ਸਟ੍ਰੈਸ ਦੇ ਨਾਲ ਵੀ ਇੱਦਾਂ ਦੇ ਸਟਮਕ ਅਲਸਰ ਹੋ ਜਾਂਦੇ ਆ। ਹਾਂਜੀ, ਸੋ ਵਜ੍ਹਾ ਮਲਟੀਪਲ ਕਾਜ਼ਸ ਹੋ ਜਾਂਦੇ ਆ। ਭਾਜੀ ਆਪਾਂ ਤਾਂ ਗੱਲਾਂ ਕਰਦੇ ਬਹੁਤ ਇੰਟਰਸਟਿੰਗ ਹੁੰਦੀਆਂ ਨੇ। ਪਲੀਜ਼ ਆਈ ਹੋਪ ਤੁਸੀਂ ਵੀ ਲਾਈਕ ਕਰਦੇ ਹੋ। ਅਸੀਂ ਆਪਣਾ ਮੁੱਦੇ 'ਤੇ ਵੀ ਗੱਲ ਕਰਾਂਗੇ। ਪਤਾ ਨਹੀਂ ਡਾਕਟਰ ਸਾਹਿਬ ਨੇ ਕਿਹਦੇ ਉੱਪਰ ਗੱਲ ਕਰਨੀ ਹੈ, ਮੈਂ ਮੌਕਾ ਨਹੀਂ ਲੱਗਿਆ ਪੁੱਛਣ ਦਾ। ਡਾਕਟਰ ਸਾਹਿਬ ਇੱਕ ਚੀਜ਼ ਹੋਰ ਹੁੰਦੀ ਹੈ, ਮੇਰੇ ਅੱਧੇ ਹੀ ਦਿਮਾਗ 'ਚ ਗੱਲਾਂ ਬੜਾ ਦਿਮਾਗ ਫਿਰਦਾ ਰਹਿੰਦਾ ਇੱਧਰ ਉੱਧਰ ਨੂੰ। ਜਦੋਂ ਤੁਸੀਂ ਕੋਈ ਵੀ ਮੈਡੀਸਨ ਖਾਂਦੇ ਹੋ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਅਗਰ ਤੁਹਾਡੀ ਖਿਜੇ ਰਹਿਣ ਦੀ ਆਦਤ ਹੈਗੀ ਆ, ਤੁਸੀਂ ਅਪਸੈਟ ਰਹਿੰਦੇ ਹੈਗੇ ਹੋ, ਤੁਸੀਂ ਡਿਪਰੈਸ ਰਹਿੰਦੇ ਹੈਗੇ ਹੋ, ਉਹ ਮਦਦ ਨਹੀਂ ਕਰਦੀ ਛੇਤੀ। ਅਗਰ ਤੁਸੀਂ ਹੈਪੀ ਗੋ ਬੰਦੇ ਹੈਗੇ ਨਾ, ਹਮੇਸ਼ਾ ਤੁਸੀਂ ਉਹਨੂੰ ਖੁਸ਼ ਰਹਿੰਦੇ ਹੋ, ਹੱਸਦੇ ਹੋ, ਮਖੌਲ ਕਰਦੇ ਹੋ, ਬਿਮਾਰੀ ਨੂੰ ਵੀ ਕੋਪ ਕਰਦੇ ਹੋ, ਤੇ ਉਹ ਮੈਡੀਸਨ ਜ਼ਿਆਦਾ ਵਰਕ ਕਰਦੀ ਹੈ। ਹਾਂਜੀ, ਸਹੀ ਗੱਲ ਆ। ਜਿੰਨਾ ਤੁਸੀਂ ਸਟ੍ਰੈਸ ਜ਼ਿਆਦਾ ਲੈਂਦੇ ਆ, ਉਨੀ ਤੁਹਾਡੀ ਬਿਮਾਰੀ ਵੱਧਦੀ ਹੈ ਨਾ ਉਹਦੇ ਨਾਲ। ਦੈਟਸ ਰਾਈਟ, ਯਾ। ਤੇ ਹੁਣ ਜਿੱਦਾਂ ਆਪਾਂ ਸਟਮਕ ਅਲਸਰ ਦੀ ਗੱਲ ਕਰਦੇ ਹਾਂ, ਵਨ ਆਫ ਦਾ ਮੇਨ ਕਾਜ਼ਸ ਹਾਂਜੀ ਸਟਮਕ ਅਲਸਰ ਦੀ ਹੈਗੀ ਹੈ ਸਟ੍ਰੈਸ। ਹਾਂਜੀ, ਸੋ ਅੱਜ ਕੱਲ੍ਹ ਇੱਕ ਤਾਂ ਲੋਕਾਂ ਨੂੰ ਵਰਕ ਸਟ੍ਰੈਸ ਬਹੁਤ ਆ, ਹਮੇਸ਼ਾ ਉਹਨਾਂ 'ਤੇ ਪ੍ਰੈਸ਼ਰ ਰਹਿੰਦਾ ਕੰਮ ਵਾਲਿਆਂ ਤੋਂ, ਜ਼ਿਆਦਾ ਕੰਮ ਲੈਣਾ ਤੁਹਾਤੋਂ ਨਹੀਂ ਥੋੜ੍ਹੇ ਟਾਈਮ ਵਿੱਚ, ਅਤੇ ਉਹ ਪ੍ਰੈਸ਼ਰ ਪੈਂਦਾ ਹੈ। ਅਤੇ ਦੂਸਰੀ ਹੈਗੀ ਹੈ ਫੈਮਿਲੀ ਸਟ੍ਰੈਸ। ਹਾਂਜੀ, ਕਈ ਪ੍ਰੋਬਲਮ ਆ ਫੈਮਲੀਆਂ 'ਚ, ਅਤੇ ਉਹ ਲੋਕ ਸਟ੍ਰੈਸ ਹੋਏ ਰਹਿੰਦੇ ਆ। ਕਿਸੇ ਨੂੰ ਆਪਣੇ
ਬੱਚਿਆਂ ਬਾਰੇ ਫਿਕਰ ਹੁੰਦਾ ਹੈ, ਹਾਂਜੀ ਕਿਸੇ ਨੂੰ ਆਪਣੇ ਮਾਂ ਪਿਓ ਬਾਰੇ ਫਿਕਰ ਹੁੰਦਾ ਆ। ਸੋ ਹਮੇਸ਼ਾ ਫਿਕਰ ਕਰੀ ਜਾਣਾ ਤੇ ਉਹ ਤੁਹਾਡੇ ਸਟਮਕ ਜਿਹੜਾ ਉਹਦੇ ਵਿੱਚ ਐਸਿਡ ਜ਼ਿਆਦਾ ਪੈਦਾ ਹੋ ਜਾਂਦੀ ਆ ਤੇ ਉਹ ਫਿਰ ਲਾਈਨਿੰਗ ਜਿਹੜੀ ਵੇਅਰ ਵੇ ਹੋ ਕੇ ਉੱਥੇ ਅਲਸਰ ਬਣ ਜਾਂਦਾ ਹੈ। मैं कोशिश करूँगा हर वीक कोई ना कोई जोक लेके आया करूँगा ताकि ਤੁਹਾਨੂੰ ਥੋੜਾ ਹਾਸਾ ਆਵੇ, ਕੋਈ ਨਾ ਕੋਈ ਸਟੂਪਿਡ ਜੋਕ ਕਿਸੇ ਵੀ ਤਰ੍ਹਾਂ ਦਾ ਹੋਵੇ। ਡਾਕਟਰ ਸਾਹਿਬ ਜਦੋਂ ਇਹ ਮੈਂ ਇੰਡੀਆ ਦੇ ਵਿੱਚ ਦੇਖਦਾ ਸੀਗਾ ਜਦੋਂ ਪਾਰਕ 'ਚ ਇਕੱਠੇ ਹੋ ਕੇ ਨਾ ਬੜੇ ਲਾਊਡ ਉੱਚੀ ਉੱਚੀ ਹੱਸਦੇ ਨੇ। ਨਾਓ ਦੈਟ ਇਜ਼ ਐਨ ਆਰਟੀਫਿਸ਼ੀਅਲ ਹਾਸਾ ਤੇ ਇੱਕ ਰੀਅਲ ਹਾਸੇ ਦਾ ਤੇ ਉਹਦੇ 'ਚ ਤਾਂ ਫਰਕ ਹੈ ਨਾ। ਬੋਡੀ ਨੂੰ ਪਤਾ ਕਿ ਤੁਸੀਂ ਝੂਠ ਬੋਲਦੇ ਹੋ ਮੇਰੇ ਨਾਲ। ਚਲੋ ਉਹ ਵੀ ਥੈਰੇਪਿਊਟਿਕ ਹੈਗਾ ਕਿਉਂਕਿ ਜੇ ਤੁਸੀਂ ਇਹ ਆਟੋਮੈਟਿਕ ਰਿਐਕਸ਼ਨ ਹੈ ਭਾਜੀ, ਜਦੋਂ ਤੁਸੀਂ ਹੋਰ ਕਿਸੇ ਨੂੰ ਦੇਖਦੇ ਹੱਸਦੇ ਨੂੰ ਹਨਾ ਤੁਹਾਨੂੰ ਵੀ ਹਾਸਾ ਆ ਜਾਂਦਾ। ਸਹੀ ਗੱਲ ਹੈ। ਸੋ ਇਹ ਇਟਸ ਅ ਗੁੱਡ ਥਿੰਗ, ਮੈਂ ਤਾਂ ਕਹੂੰਗਾ ਚੰਗੀ ਚੀਜ਼ ਹੈ। ਹਾਂ ਤੇ ਤੁਸੀਂ ਇੱਦਾਂ ਕਦੇ ਦੇਖਿਆ ਹੋਗਾ ਨਾ ਵੀ ਤੁਹਾਨੂੰ ਕੋਈ ਮਿਲਦਾ ਤੁਸੀਂ ਸਮਾਈਲ ਕਰਦੇ ਆ ਇੱਕਦਮ ਤੁਹਾਨੂੰ ਸਮਾਈਲ ਵਾਪਸ ਮਿਲੇਗਾ ਉਹ ਤੋਂ, ਹਨਾ। ਸੋ ਇਸੇ ਤਰ੍ਹਾਂ ਉਹ ਜਿੱਦਾਂ ਕੋਈ ਤੁਸੀਂ ਦੇਖਦੇ ਕਿਸੇ ਨੂੰ ਹੱਸਦਾ ਨਾ ਉਸੇ ਵੇਲੇ ਤੁਸੀਂ ਵੀ ਹੱਸਣ ਲੱਗ ਪੈਂਦੇ ਆ। ਨਹੀਂ ਬੰਦਾ ਕਹਿ ਵੀ ਦਿੰਦਾ ਯਾਰ ਮੈਂ ਬੜਾ ਹੱਸ ਕੇ ਮਿਲਿਆ ਤੇ ਉਹਨੇ ਮੂੰਹ ਜਿਹਾ ਬਣਾਇਆ, ਮੇਰੇ ਨਾਲ ਚੰਗੀ ਤਰ੍ਹਾਂ ਗੱਲ ਹੀ ਨਹੀਂ ਕੀਤੀ। ਚਲੋ ਉਹ ਤਾਂ ਹੋਊਗੀ ਵੀ ਮੋਰੇ ਉਹਨੂੰ ਕੋਈ ਪ੍ਰੋਬਲਮ ਹੋਊਗਾ ਜਾਂ ਉਹ ਥੋੜੀ ਜਿਹੀ ਐਰੋਗੈਂਟ ਹੋਊਗਾ ਨਾ ਤੇ ਬਟ ਨੋਰਮਲੀ ਤਾਂ ਇਹੀ ਰਿਐਕਸ਼ਨ ਹੁੰਦਾ ਹੈ। ਹਾਂਜੀ ਮੈਂ ਜ਼ਰਾ ਟੈਲੀਫੋਨ ਰਿਪੀਟ ਕਰਦਾ 0121 551 1001 ਪਲੀਜ਼ ਕਾਲ ਕਰੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਨੀ ਕੁਐਸਚਨ ਜ਼ਰੂਰੀ ਨਹੀਂ ਕਿ ਜਿਹੜੇ ਅਸੀਂ ਮੁੱਦੇ ਤੇ ਗੱਲ ਕਰਦੇ ਹਾਂ ਉਹਦੇ ਤੇ ਕਰਨੀ ਹੈ। ਕੋਈ ਵੀ ਤੁਹਾਨੂੰ ਬਿਮਾਰੀ ਹੈ, ਕੋਈ ਵੀ ਤੁਹਾਨੂੰ ਫਿਕਰ ਹੈਗਾ, ਤੁਸੀਂ ਦਿਨ ਰਾਤ ਸੋਚਦੇ ਹੋ, ਕਾਲ ਕਰਕੇ ਡਾਕਟਰ ਨਾਲ ਗੱਲ ਕਰੋ। ਥੋੜਾ ਅੱਧਾ ਇਲਾਜ ਫੋਨ ਕਰਕੇ ਹੋ ਜਾਏਗਾ ਉਹਦੇ ਉੱਪਰ ਤੇ ਮੈਂ ਉਮੀਦ ਰੱਖਾਂ ਤੁਸੀਂ ਸ਼ੋਅ ਦੇ ਦਰਮਿਆਨ ਕਾਲ ਕਰੋਗੇ। ਡਾਕਟਰ ਜੀ ਅੱਜ ਕੱਲ੍ਹ ਮੁੱਦੇ ਤੇ ਗੱਲ ਕਰ ਰਹੇ ਹਾਂ ਜੀ। ਸੋ ਭਾਜੀ ਆਪਾਂ ਡਾਈਜੈਸਟਿਵ ਸਿਸਟਮ ਤੇ ਕਰਦੇ ਹਾਂ। ਦੈਟਸ ਰਾਈਟ। ਤੇ ਆਪਾਂ ਕਈ ਕੁਛ ਦੱਸਿਆ ਨਾ ਵੀ ਸਟਮਕ ਦੇ ਐਸਿਡ ਕਿੱਦਾਂ ਬਣਦੀ ਆ, ਅਲਸਰ ਕਿੱਦਾਂ ਹੁੰਦਾ ਹੈ। ਸੋ ਉੱਥੋਂ ਆਪਾਂ ਥੋੜ੍ਹਾ ਜਿਹਾ ਹੋਰ ਕੰਟੀਨਿਊ ਕਰਦੇ ਹਾਂ ਤੇ ਇੰਟੈਸਟਾਈਨਸ ਦੀ ਡਿਜ਼ੀਜ਼ ਬਾਰੇ ਅੱਜ ਕਰਦੇ ਹਾਂ ਜਾਂ ਅੰਦਰਾਂ ਦੀਆਂ ਬਿਮਾਰੀਆਂ। ਕਿਉਂਕਿ ਦੇਖਿਆ ਜਾਏ ਜ਼ਿਆਦਾ ਬਿਮਾਰੀਆਂ ਤਾਂ ਜੋ ਤੁਸੀਂ ਮੂੰਹ 'ਚ ਪਾਉਂਦੇ ਉਹਦੇ ਨਾਲ ਹੀ ਸ਼ੁਰੂ ਹੁੰਦੀਆਂ। ਐਗਜ਼ੈਕਟਲੀ ਦੈਟਸ ਰਾਈਟ। ਹਾਂਜੀ ਸੋ ਮੇਕ ਸੈਂਸ ਕਿ ਉਹਦੇ ਉੱਪਰ ਜ਼ਰਾ ਮੁੱਦੇ ਤੇ ਗੱਲ ਕੀਤੀ ਜਾਵੇ। ਦੈਟਸ ਰਾਈਟ। ਸੋ ਇਹੀ ਜ਼ਿਆਦਾ ਇੰਪੋਰਟੈਂਟ ਆ ਤੇ ਅੱਜ ਕੱਲ੍ਹ ਤਾਂ ਇਹੀ ਕਹਿੰਦੇ ਵੀ ਸਾਰੀਆਂ ਬਿਮਾਰੀਆਂ ਬਹੁਤੀਆਂ ਬਿਮਾਰੀਆਂ ਵੀ ਡਾਈਜੈਸਟਿਵ ਸਿਸਟਮ ਤੋਂ ਸ਼ੁਰੂ ਹੁੰਦੀਆਂ। ਹਾਂਜੀ ਜਦੋਂ ਖੁਰਾਕ ਹੀ ਨਹੀਂ ਹਜਮ ਹੁੰਦੀ ਸਹੀ ਤੇ ਫਿਰ ਉਹ ਸਰੀਰ ਤੇ ਕੋਈ ਨਾ ਕੋਈ ਅਸਰ ਤਾਂ ਪੈਣਾ ਹੀ ਆ। ਸੋ ਆਪਾਂ ਇੱਕ ਛੋਟਾ ਜਿਹਾ ਕਲਿੱਪ ਬਣਾਇਆ, ਪਹਿਲਾਂ ਆਪਾਂ ਕਲਿੱਪ ਦੇਖਦੇ ਹਾਂ। ਦੇਖ ਕੇ ਫਿਰ ਮੈਂ ਸੁਖਦੇਵ ਨੂੰ ਕਹਾਂਗਾ ਕਲਿੱਪ ਦਿਖਾ ਦੇ, ਫਿਰ ਅਸੀਂ ਗੱਲਬਾਤ ਕਰਾਂਗੇ। ਖੁਰਾਕ ਖਾਧੀ ਜਾਂਦੀ ਹੈ ਤੇ ਇੱਥੇ ਸਟਮਕ ਦੇ ਵਿੱਚ ਪਹੁੰਚਦੀ ਹੈ ਤੇ ਇੱਥੇ ਸਟਮਕ ਦੇ ਵਿੱਚ ਬਹੁਤ ਸਟਰੋਂਗ ਐਸਿਡ ਰਿਲੀਜ਼ ਹੁੰਦੀ ਹੈ ਤੇ ਜਿਹੜੀ ਖੁਰਾਕ ਹੈ ਉਹ ਸਾਰੀ ਬਿਲਕੁਲ ਲਿਕੁਇਡ ਹੋ ਜਾਂਦੀ ਹੈ, ਘੁਲ ਜਾਂਦੀ ਹੈ ਤੇ ਜਦੋਂ ਲਿਕੁਇਡ ਹੋ ਜਾਂਦੀ ਹੈ ਤੇ ਫਿਰ ਸਟਮਕ ਰਿਲੀਜ਼ ਕਰਦਾ ਤੇ ਜਿੱਦਾਂ ਆਪਾਂ ਦੱਸਿਆ ਸੀ ਵੀ ਇੱਥੇ ਵੀ ਅਲਸਰ ਹੋ ਸਕਦਾ ਹੈ ਤੇ ਸਟਮਕ ਦੇ ਵਿੱਚ ਵੀ ਅਲਸਰ ਹੋ ਸਕਦਾ ਹੈ ਕਿਉਂਕਿ ਜਿਹੜੀ ਬਹੁਤ ਸਟਰੋਂਗ ਐਸਿਡ ਆ ਤੁਹਾਨੂੰ ਪਤਾ ਉਹ ਸਭ ਕੁਝ ਖੋਰ ਦਿੰਦੀ ਹੈ ਤੇ ਜ਼ਖਮ ਵੀ ਕਰ ਸਕਦੀ ਹੈ। ਸੋ ਇਸ ਕਰਕੇ ਇੱਥੇ ਵੀ ਡੂਓਡੀਨਲ ਅਲਸਰ ਹੋ ਸਕਦਾ ਹੈ ਅੰਦਰਾਂ ਦੇ ਵਿੱਚ। ਤੇ ਫਿਰ ਖੁਰਾਕ ਅੰਦਰਾਂ ਦੇ ਵਿੱਚ ਇਸ ਏਰੀਆ ਨੂੰ ਸਮੋਲ ਇੰਟੈਸਟਾਈਨ ਕਹਿੰਦੇ ਆ ਤੇ ਇੱਥੇ ਤਕਰੀਬਨ ਸਾਰੀ ਖੁਰਾਕ ਜਿਹੜੀ ਹੈ ਉਹ ਹਜਮ ਹੁੰਦੀ ਹੈ ਤੇ ਐਂਜ਼ਾਈਮਸ ਰਿਲੀਜ਼ ਹੁੰਦੇ ਆ ਜੋ ਬ੍ਰੇਕ ਕਰ ਦਿੰਦੇ ਆ ਖੁਰਾਕ ਨੂੰ ਤੇ ਇੱਥੋਂ ਸਾਰੇ ਨਿਊਟ੍ਰੀਐਂਟਸ ਜਿਹੜੇ ਆ ਤੇ ਉਹ ਬਲੱਡ ਸਪਲਾਈ ਜਿਹੜਾ ਖੂਨ ਦੇ ਵਿੱਚ ਪਹੁੰਚ ਜਾਂਦੇ ਆ ਤੇ ਸਾਰੀ ਸਰੀਰ ਨੂੰ ਪਹੁੰਚਾਉਂਦੇ ਆ ਖੁਰਾਕ ਨਿਊਟ੍ਰੀਐਂਟਸ। ਤੇ ਇੱਥੇ ਸਮੋਲ ਇੰਟੈਸਟਾਈਨ ਕਾਫੀ ਲੰਬੀ ਆ ਤੇ ਇੱਥੇ ਜਦੋਂ ਫਿਨਿਸ਼ ਹੋ ਜਾਂਦੀ ਫਿਰ ਲਾਰਜ ਇੰਟੈਸਟਾਈਨ ਸ਼ੁਰੂ ਹੋ ਜਾਂਦਾ ਹੈ। ਸੋ ਲਾਰਜ ਇੰਟੈਸਟਾਈਨ ਨੂੰ ਜਿੱਦਾਂ ਆਪਾਂ ਕੋਲੋਨ ਵੀ ਕਹਿ ਦਿੰਦੇ ਆ ਤੇ ਇੱਥੇ ਤਕਰੀਬਨ ਜਿਹੜਾ ਪਾਣੀ ਹੁੰਦਾ ਆ ਖੁਰਾਕ ਦੇ ਵਿੱਚ ਉਹ ਰੀਐਬਜ਼ੋਰਬ ਸਰੀਰ ਦੁਬਾਰਾ ਚੁੱਕ ਲੈਂਦਾ ਤੇ ਫਿਰ ਸਟੂਲਸ ਬਣ ਜਾਂਦੇ ਆ ਤੇ ਕਈ ਮਰੀਜ਼ਾਂ ਦੇ ਇੱਦਾਂ ਪਈ ਇਹ ਜਿਹੜੇ ਸਟੂਲਸ ਇੱਥੇ ਬਹੁਤ ਚਿਰ ਪਏ ਰਹਿੰਦੇ ਆ ਕੋਲੋਨ ਦੇ ਵਿੱਚ ਲੌਂਗਰ ਦੈਨ ਦੇ ਸ਼ੁੱਡ ਡੂ ਤੇ ਇਸ ਕਰਕੇ ਉਹ ਜਿਹੜਾ ਪਾਣੀ ਸਾਰਾ ਰੀਐਬਜ਼ੋਰਬ ਹੋ ਜਾਂਦਾ ਹੈ ਤੇ ਫਿਰ ਹਾਰਡ ਸਟੂਲਸ ਬਣ ਜਾਂਦੇ ਆ ਤੇ ਮੁਸ਼ਕਿਲ ਹੋ ਜਾਂਦੀ ਐਕਸਪੈਲ ਕਰਨੇ ਤੇ ਇਸ ਨੂੰ ਸਾਡੇ ਲੋਕ ਕਾਫੀ ਵਾਰੀ ਕਹਿੰਦੇ ਪਈ ਇੱਦਾਂ ਤਕਲੀਫ ਹੁੰਦੀ ਆ ਜਾਂ ਸਾਨੂੰ ਕੌਨਸਟੀਪੇਸ਼ਨ ਰਹਿੰਦੀ ਆ ਤੇ ਇਹਦੀ ਵਜ੍ਹਾ ਇਹੀ ਹੁੰਦੀ ਆ ਵੀ ਜਿਹੜਾ ਕੋਲੋਨ ਦਾ ਟਾਈਮ ਆ ਟ੍ਰਾਂਸਿਟ ਦਾ ਇਹ ਬਹੁਤ ਲੰਬਾ ਆ ਤੇ ਨੋਰਮਲੀ ਇੰਨੀ ਦੇਰ ਨਹੀਂ ਲੱਗਣੀ ਚਾਹੀਦੀ ਸਟੂਲ ਐਕਸਪੈਲ ਕਰਨੇ ਨੂੰ ਪਰ ਕਈਆਂ ਦੇ ਹੁੰਦਾ ਪਈ ਇਹ ਜਿਹੜਾ ਕੋਲੋਨ ਆ ਇਹ ਬਹੁਤ ਸਲੋਲੀ ਕੰਮ ਕਰਦਾ ਆ ਤੇ ਇਸ ਕਰਕੇ ਹਾਰਡ ਸਟੂਲਸ ਹੋ ਜਾਂਦੇ ਆ ਤੇ ਜੇ ਇਸ ਕੋਲੋਨ ਦੇ ਵਿੱਚ ਅਲਸਰ ਹੋ ਜਾਣ ਉਹਨੂੰ ਅਲਸਰੇਟਿਵ ਕੋਲਾਈਟਿਸ ਕਿਹਾ ਜਾਂਦਾ ਹੈ ਤੇ ਸੋਜ ਪੈ ਜਾਂਦੀ ਹੈ ਤੇ ਜਦੋਂ ਅਲਸਰ ਬਣ ਜਾਂਦੇ ਖੂਨ ਵੀ ਜਾ ਸਕਦਾ ਹੈ ਤੇ ਮਿਊਕਸ ਵੀ ਟੋਇਲਟ ਦੇ ਵਿੱਚ ਆਉਂਦਾ ਹੈ। ਵੈਲਕਮ ਬੈਕ ਜੀ ਡਾਕਟਰ ਜੀ।
ਹਾਂਜੀ। ਪਹਿਲਾਂ ਮੈਂ ਦੱਸੂ ਕਈ ਤਾਂ ਜਿੱਦਾਂ ਕੋਲਮ ਵਗੈਰਾ ਹੋਇਆ ਤੇ ਅਪੈਂਡਿਕਸ ਉੱਤੇ ਸਿੰਪਲ ਨਾਮ ਹੈ, ਔਰ ਨਾਮ ਕਿੰਨੇ ਡਿਫਿਕਲਟ ਇਹਨਾਂ ਦੇ ਹਾਲੇ ਤੁਸੀਂ ਪ੍ਰੋਨਾਂਸ ਹੀ ਨਹੀਂ ਕਰ ਸਕਦੇ। ਹਾਂਜੀ ਹਾਂਜੀ, ਸੋ ਇਹ ਸਾਡਾ ਇੱਕ ਟ੍ਰਿਕ ਆ ਭਾਜੀ। ਹਾਂਜੀ, ਜੇ ਡਾਕਟਰ ਹੈ ਨਾ ਉਹ ਜਾਣ ਕੇ ਲੰਮੀ ਲੰਮੀ ਨਾਂ ਰੱਖਦੇ ਬਿਮਾਰੀਆਂ ਦੇ, ਵੀ ਆਮ ਬੰਦੇ ਨੂੰ ਨਾ ਪਤਾ ਲੱਗੇਗਾ। ਕਮਾਲ ਦੀ ਗੱਲ ਹੈ। ਚਲੋ, ਇਹ ਸਾਇੰਟੀਫਿਕ ਨੇਮਸ ਹੁੰਦੇ ਆ। ਤੇ ਸੋ ਸਭ ਤੋਂ ਆਮ ਬਿਮਾਰੀ ਜਿਹੜੀ ਇੰਟੈਸਟਾਈਨਸ ਦੀ ਹੁੰਦੀ, ਆਂਦਰਾਂ ਦੀ ਹੁੰਦੀ, ਉਹ ਤਕਰੀਬਨ ਇਰੀਟੇਬਲ ਬਾਊਲ ਸਿੰਡਰੋਮ ਹੁੰਦਾ ਹੈ। ਤੇ ਇਰੀਟੇਬਲ ਬਾਊਲ ਇੱਦਾਂ ਹੁੰਦਾ ਹੈ ਵੀ ਕਦੇ ਉਹ ਮਰੀਜ਼ ਨੂੰ ਕੌਨਸਟੀਪੇਸ਼ਨ ਰਹਿੰਦੀ ਆ, ਕਦੇ ਲੂਸ ਮੋਸ਼ਨਸ ਹੋ ਜਾਂਦੇ ਆ, ਤੇ ਕਦੇ ਉਹਨੂੰ ਗੈਸ ਬਣਦਾ ਆ, ਅਫਾਰਾ ਪਿਆ ਰਹਿੰਦਾ ਆ, ਤੇ ਥੋੜ੍ਹਾ ਥੋੜ੍ਹਾ ਪੇਨ ਹੁੰਦਾ ਰਹਿੰਦਾ ਜਾਂ ਕ੍ਰੈਂਪਸ ਹੁੰਦੇ ਰਹਿੰਦੇ ਆ। ਹਾਂਜੀ, ਤੇ ਇਹ ਬਹੁਤ ਹੀ ਕਾਮਨ ਚੀਜ਼ ਆ ਲੋਕਾਂ ਨੂੰ ਅੱਜ ਕੱਲ੍ਹ। ਤੇ ਅਸੀਂ ਇਹ ਦੇਖਿਆ ਵੀ ਕਾਫੀ ਇਹ ਕੇਸਿਸ ਜਿਹੜੇ ਆ ਡਾਇਟ ਨਾਲ। ਡਾਕਟਰ ਨਾਲ ਹੀ ਜਵਾਬ ਦੇ ਦਿਓ ਮੈਨੂੰ ਪਲੀਜ਼, ਕੋਸ਼ਿਸ਼ ਕਰਿਆ ਕਰੋ ਜ਼ਰਾ ਸ਼ੋਅ ਤੋਂ ਪਹਿਲਾਂ ਮੈਨੂੰ ਰਿੰਗ ਕਰਿਆ ਕਰੋ, ਜਾਂ ਤੁਸੀਂ ਹੈਡ ਆਫਿਸ ਰਿੰਗ ਕਰਕੇ ਮੈਸੇਜ ਪੁੱਛ ਸਕਦੇ ਹੋ। ਕੋਈ 70 ਲੇਡੀ ਹੈਗੀ ਹੈ ਤੇ ਉਹਨੂੰ ਵੀ ਕੌਨਸਟੀਪੇਸ਼ਨ ਦੀ ਪ੍ਰੋਬਲਮ ਹੈਗੀ, ਉਹਨੇ ਪੁੱਛਿਆ ਕਿ ਕਿਉਂ ਹੁੰਦੀ ਹੈ। ਅਸੀਂ ਪਹਿਲਾਂ ਕਾਲ ਲੈ ਲੈਂਦੇ ਫਿਰ ਗੱਲ ਕਰਾਂਗੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਬਲਵੀਰ ਬੋਲਦਾ ਜੀ, ਸਮੈਦਕ ਤੋਂ। ਬਲਵੀਰ ਜੀ, ਤੁਹਾਡਾ ਸਵਾਗਤ ਕਰਦੇ ਹਾਂ। ਹੁਣ ਤੁਸੀਂ ਸਿੱਧੇ ਡਾਕਟਰ ਜੀ ਨਾਲ ਗੱਲ ਕਰੋ ਤੇ ਉਹਨਾਂ ਨੂੰ ਜੋ ਵੀ ਪੁੱਛਣਾ ਤੁਸੀਂ ਪੁੱਛ ਸਕਦੇ ਹੋ। ਓਕੇ ਜੀ, ਥੈਂਕ ਯੂ। ਬੋਲੋ ਜੀ, ਬੋਲੋ। ਹੈਲੋ ਡਾਕਟਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸੁਣਾਓ ਜੀ। ਡਾਕਟਰ ਜੀ, ਮੇਰਾ ਨਾ 4-5 ਸਾਲ ਪਹਿਲਾਂ ਸ਼ੋਲਡਰ ਜਿਹੜੇ ਫਰੋਜ਼ਨ ਹੋ ਗਿਆ ਸੀ। ਸੌਰੀ? ਸ਼ੋਲਡਰ? ਹਾਂਜੀ, ਸ਼ੋਲਡਰ, ਅੱਛਾ, ਫਰੋਜ਼ਨ ਸ਼ੋਲਡਰ। ਹਾਂਜੀ ਹਾਂਜੀ ਹਾਂਜੀ, ਹਾਂਜੀ ਸ਼ੋਲਡਰ ਜਿਹੜੇ ਹਾਂਜੀ, ਬਾਹਾਂ ਮੇਰੀਆਂ ਦਰਦਾਂ ਨਹੀਂ ਚੱਕ ਹੁੰਦੀਆਂ ਸੀਗੀਆਂ। ਫਿਰ ਥੋੜਾ ਬਹੁਤਾ ਮੈਂ ਟੀਕੇ ਵੀ ਲਵਾਏ ਆ 2 ਵਾਰੀ, ਹਾਂਜੀ ਤੇ ਉਦੋਂ ਵੀ ਥੋੜਾ ਮਤਲਬ ਫਰਕ ਪਿਆ ਸੀ। ਪਰ ਹੁਣ ਫੇਰ ਦੁਬਾਰਾ ਨਾ ਮੇਰੇ ਪਿੱਛੋਂ ਬੈਕ ਵੀ ਬਹੁਤ ਦਰਦ ਕਰਦੀ ਹੈ, ਬੈਕ ਵੀ ਤੇ ਸ਼ੋਲਡਰ ਵੀ, ਤੇ ਬਾਹਾਂ ਮੇਰੀਆਂ ਨਾ ਜਿਹੜੇ ਹੱਥ ਮੇਰੇ ਸੌ ਜਾਂਦੇ ਆ ਰਾਤ ਨੂੰ। ਹਾਂਜੀ ਹਾਂਜੀ, ਦੈਟਸ ਰਾਈਟ। ਹਾਂਜੀ, ਸੋ ਇੱਦਾਂ ਵੀ ਇਹ ਸ਼ੋਲਡਰ ਜਿਹੜਾ ਜੁਆਇੰਟ ਹੈ ਨਾ, ਇਹ ਕਾਫੀ ਕੰਪਲਿਕੇਟਡ ਚੀਜ਼ ਆ ਇਹ। ਅੱਛਾ। ਹਾਂਜੀ, ਸੋ ਕਈ ਇੱਥੇ ਜਿਹੜੀਆਂ ਬੋਨਸ ਆ ਨਾ, ਉਹਨਾਂ ਦਾ ਇੱਥੇ ਐਂਡਿੰਗ ਹੁੰਦੀ ਆ, ਜਿੱਦਾਂ ਬਾਂਹ ਦੀ ਬੋਨ ਆ, ਇੱਧਰ ਸ਼ੋਲਡਰ ਬੋਨ ਦੀ ਆ। ਹਾਂਜੀ, ਸੋ ਕਈ ਇੱਥੇ ਜੁਆਇੰਟ ਵਿੱਚ ਟਿਸ਼ੂਜ਼ ਹੈਗੇ ਆ, ਤੇ ਇਹਦੇ ਵਿੱਚ ਖਾਸ ਇੱਕ ਕਾਰਟਲੇਜ ਹੁੰਦਾ ਹੈ, ਜਿੱਦਾਂ ਤੁਹਾਡੇ ਗੋਡੇ ਦੇ ਵਿਚਾਲੇ ਹੈ ਨਾ ਜੁਆਇੰਟ ਦੇ ਕਾਰਟਲੇਜ ਹੁੰਦਾ, ਇੱਕ ਇਹਦਾ ਸ਼ੋਲਡਰ ਜੁਆਇੰਟ 'ਚ ਹੁੰਦਾ, ਉਹ ਬਹੁਤ ਇੰਪੋਰਟੈਂਟ ਆ ਉਹ ਵੀ ਉਹ ਜਿਹੜੀਆਂ ਹੱਡੀਆਂ ਸਾਰੀਆਂ ਪਿੱਛੇ ਨੂੰ ਜਿੱਦਾਂ ਮੇਰੀਆਂ ਦਰਦ ਮੇਰੇ ਨਾ ਸਵੇਰੇ ਮੇਰਾ ਉੱਠਣ ਨੂੰ ਵੀ ਜੀ ਨਹੀਂ ਕਰਦਾ ਹੁੰਦਾ, ਮੈਂ ਉੱਠਾਂ। ਮੇਰੀ ਲੱਤਾਂ 'ਚ ਵੀ ਇਦਾਂ ਦਰਦ ਵੀ ਬਹੁਤ ਆ, ਪੈਰਾਂ ਦੇ ਵਿੱਚ ਵੀ। ਦੈਟਸ ਰਾਈਟ। ਹਾਂਜੀ ਭਾਈ, ਮੈਂ ਚਲੋ ਹੁਣ ਇੱਥੇ ਤਾਂ ਥੋੜੀ ਗੱਲ ਕਰ ਸਕਦੇ ਹਾਂ, ਫਿਰ ਤੁਹਾਨੂੰ ਮੈਂ ਕਾਲ ਬੁੱਧਵਾਰ ਕਰ ਸਕਦਾ? ਹਾਂਜੀ, ਤੁਸੀਂ ਫੋਨ ਕਰ ਲਿਓ ਸਵੇਰ ਨੂੰ ਉੱਥੇ ਕਲੀਨਿਕ ਵਿੱਚ, ਤੇ ਉਦੋਂ ਆਪਾਂ ਡਿਸਕਸ ਹੋਰ ਕਰ ਲਵਾਂਗੇ। ਤੇ ਪਰ ਉਹ ਕਾਰਟਲੇਜ ਹੁੰਦੀ ਹੈ ਐਕਚੁਅਲੀ ਇੱਥੇ ਜੁਆਇੰਟ ਦੇ ਵਿੱਚ, ਉਹ ਕਾਰਟਲੇਜ ਹੈ ਨਾ, ਸੋਜ ਪੈ ਜਾਂਦੀ ਉਹਦੇ ਵਿੱਚ। ਤੇ ਜਦੋਂ ਸੋਜ ਪੈ ਜਾਂਦੀ, ਫਿਰ ਇੱਕ ਤਾਂ ਉਹ ਜਿਹੜੀਆਂ ਨਰਵਸ ਹੁੰਦੀਆਂ ਸਾਰੀਆਂ, ਉਹਨਾਂ ਦੇ ਉੱਤੇ ਪ੍ਰੈਸ਼ਰ ਪੈਂਦਾ ਹੈ। ਫਿਰ ਪ੍ਰੈਸ਼ਰ ਪੈਣ ਦੇ ਨਾਲ ਫਿਰ ਉਹ ਬਾਂਹ ਇੱਦਾਂ ਨੰਬਨੈਸ ਹੋ ਜਾਂਦੀ, ਸੁੰਨੀ ਜਿਹੀ ਫੀਲ ਕਰਦੀ ਆ। ਹਾਂਜੀ, ਤੇ ਇੱਕ ਫਿਰ ਤੁਸੀਂ ਹਿਲਾ ਨਹੀਂ ਸਕਦੇ। ਹਾਂਜੀ, ਫਰੋਜ਼ਨ ਸ਼ੋਲਡਰ ਤਾਂ ਉਹਨੂੰ ਕਹਿੰਦੇ ਆ। ਤੇ ਉਹ ਫਿਰ ਅਸੀਂ ਹੋਮਿਓਪੈਥੀ ਦਵਾਈ ਜਿਹੜੀ ਆ ਉਹ ਕਾਰਟਲੇਜ 'ਤੇ ਫੋਕਸ ਕਰੀਦੀ ਆ। ਕਾਰਟਲੇਜ ਦੀ ਜਿਹੜੀ ਸੋਜ ਪਈ ਆ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰੀਦੀ ਆ, ਤੇ ਫਿਰ ਠੀਕ ਹੋ ਜਾਂਦਾ ਹੈ। ਤੇ ਜੇ ਤੁਸੀਂ ਟੀਕੇ ਲਵਾਉਂਦੇ, ਉਹ ਸਟੈਰੋਇਡ ਦਾ ਟੀਕਾ ਲਵਾਉਂਦੇ ਆ, ਤੇ ਉਹਦਾ ਕੁਝ ਟਾਈਮ ਲਿਮਿਟ ਹੁੰਦਾ ਹੈ ਕਿ ਇੰਨੇ ਹਫ਼ਤੇ ਉਹਦਾ ਅਸਰ ਹੁੰਦਾ, ਜੇ ਹੁੰਦਾ ਹੈ। ਕਈ ਵਾਰੀ ਜਦੋਂ ਵੇਅਰ ਆਊਟ ਹੋ ਜਾਂਦਾ, ਪੇਨ ਵਾਪਸ ਆ ਗਿਆ। ਹਾਂਜੀ, ਦੈਟਸ ਰਾਈਟ। ਜਦੋਂ ਅਸਰ ਉਹਦਾ ਮੁੱਕ ਜਾਂਦਾ, ਖਤਮ ਹੋ ਜਾਂਦਾ ਹੈ ਟੀਕੇ ਦਾ, ਉਹ ਪੇਨ ਫਿਰ ਵਾਪਸ ਆ ਜਾਂਦਾ ਹੈ, ਫਿਰ ਸੋਜ ਪੈ ਜਾਂਦੀ ਹੈ। ਸ਼ਾਰਟ ਟਰਮ ਰਿਲੀਫ ਮਿਲਦਾ ਉਹਦੇ ਨਾਲ। ਹਾਂਜੀ ਬਲਵੀਰ ਜੀ, ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਪਲੀਜ਼ ਤੁਸੀਂ ਸ਼ੋਅ ਦੇਖਦੇ ਰਹੋ। ਬਾਕੀ ਤੁਸੀਂ ਪੁੱਛਿਆ ਸੀਗਾ, ਜਿਹੜਾ ਤੁਹਾਨੂੰ ਟੈਲੀਫੋਨ ਨੰਬਰ ਮਿਲਿਆ ਸਾਡੇ ਕਾਲ ਸੈਂਟਰ ਤੋਂ, ਮੰਡੇ ਵੈਨਸਡੇ ਫਰਾਈਡੇ 10 ਤੋਂ 11, ਮੇਕ ਸ਼ੋਰ ਬਿਟਵੀਨ 10 ਐਂਡ 11, ਨਾ ਤਾਂ 1-2 ਮਿੰਟ ਪਹਿਲਾਂ ਨਾ 1-2 ਮਿੰਟ ਬਾਅਦ ਦੇ ਵਿੱਚ, ਬਿਟਵੀਨ 10 ਐਂਡ 11 ਤੁਸੀਂ ਕਾਲ ਕਰਨਾ, ਤੇ ਡਾਕਟਰ ਜੀ ਕਾਲ ਤੁਹਾਨੂੰ ਕਰਕੇ ਤੁਸੀਂ ਕੰਸਲਟੇਸ਼ਨ ਕਰਕੇ ਉਮੀਦ ਰੱਖਦੇ ਤੁਹਾਨੂੰ ਫਰਕ ਪੈ ਜਾਏਗਾ। ਡਾਕਟਰ ਬਿਫੋਰ ਇੱਥੇ ਜਾਈਏ, ਬਲਵੀਰ ਸਿੰਘ ਦੀ ਗੱਲ ਕਰਦੇ ਸੀ ਨਾ, ਇੱਕ ਹੋਰ ਬੰਦੇ ਦਾ ਹੈਗਾ, ਉਹਦੇ ਰਾਤ ਨੂੰ ਸਿਰਫ ਜਿਹੜੇ ਹੱਥ ਨੇ ਸੌ ਜਾਂਦੇ ਕਈ ਦਫਾ। ਪਰ ਹੁਣ ਮੈਨੂੰ ਨਾ ਇੱਕ ਮੈਂ ਖੁਦ ਚੀਜ਼ ਉਹਦੇ ਨਾਲ ਗੱਲ ਕਰਕੇ ਇੱਦਾਂ ਮੈਨੂੰ ਬੜਾ ਇੰਟਰਸਟ ਲੈਂਦਾ ਰਹਿੰਦਾ। ਹਾਂਜੀ ਹਾਂਜੀ, ਉਹ ਕੋਈ ਚੀਜ਼ ਖਾਂਦਾ, ਉਹਦੇ ਨਾਲ ਉਹਦੇ ਰਾਤ ਸੌਂਦੇ ਨੇ ਰਾਤ ਨੂੰ। ਜਦੋਂ ਉਹ ਚੀਜ਼ ਨਹੀਂ ਖਾਂਦਾ ਤੇ ਉਹਦੇ ਨਹੀਂ ਸੌਂਦੇ। ਹਾਂ, ਉਹਨੇ ਇਹ ਡਾਇਗਨੋਸ ਕਰ ਲਿਆ, ਉਹਨੂੰ ਇਹ ਨਹੀਂ ਪਤਾ ਕਿ ਕਿਹੜੀ ਚੀਜ਼ ਹੈ। ਹਾਂ, ਇਹ ਵੈਰੀ ਇੰਟਰਸਟਿੰਗ ਕੇਸ ਹੈ ਐਕਚੁਅਲੀ। ਹੈ ਨਾ ਇੰਟਰਸਟਿੰਗ? ਹਾਂ, ਮੈਂ ਤੁਹਾਨੂੰ ਦੱਸਦਾ ਕੀ ਹੁੰਦਾ। ਤੇ ਇਹ ਜਿਹੜੀ ਨੰਬਨੈਸ ਹੁੰਦੀ ਹੈ ਨਾ, ਤੇ ਕੁਝ ਡਾਈਟ ਵਿੱਚ ਇੱਕ ਤਾਂ ਘਾਟ ਹੁੰਦੀ ਆ। ਹਾਂਜੀ, ਹੀ ਇਜ਼ ਮਿਸਿੰਗ ਸਮਥਿੰਗ। ਹਾਂਜੀ, ਕੁਝ ਵਿਟਾਮਿਨਸ ਮਿਨਰਲਸ ਹੁੰਦੇ ਆ, ਉਹਦੀ ਘਾਟ ਆ। ਇਹਦੇ ਕਰਕੇ ਫਿਰ ਇੱਥੇ ਜਿਹੜੀ ਨਰਵਸ ਹੁੰਦੀਆਂ ਨੇ, ਜਿਹੜੀ ਸਪਲਾਈ ਕਰਦੀਆਂ ਹੱਥ ਨੂੰ, ਉਹਨਾਂ ਵਿੱਚ ਪ੍ਰੈਸ਼ਰ ਵੱਧ ਜਾਂਦਾ ਆ। ਇੱਕ ਸਿਰਫ ਹੱਥ ਸੌਂਦੇ ਉਹਦੇ। ਦੈਟਸ ਰਾਈਟ। ਉਹ ਇੱਥੋਂ ਰਿਸਟ 'ਤੇ ਹੁੰਦੀ ਆ ਉਹ ਨਰਵ। ਹਾਂਜੀ, ਉਹ ਘੁੱਟੀ ਜਾਂਦੀ ਆ, ਤੇ ਉਹ ਫਿਰ ਨਰਵ ਸਪਲਾਈ ਜਿਹੜਾ ਉਹ ਕੱਟਿਆ ਜਾਂਦਾ ਹੱਥ ਦਾ, ਫਿਰ ਉਹ ਨੰਬ ਹੋ ਜਾਂਦੇ ਆ। ਹਾਂਜੀ,
ਤੇ ਇੱਥੇ ਅਸੀਂ ਥੋੜ੍ਹੀ ਜਿਹੀ ਰਿਸਰਚ ਕੀਤੀ ਸੀ ਤਾਂ ਸਾਨੂੰ ਪਤਾ ਹੈ। ਤੇ ਉਹ ਜਿਹੜੇ ਫੂਡ ਕਹਿੰਦਾ ਵੀ ਮੈਂ ਕੋਈ ਚੀਜ਼ ਖਾ ਲੈਣਾ ਉਦੋਂ ਹੋ ਜਾਂਦਾ ਹੈ, ਉਹ ਹੁੰਦੀਆਂ ਬਾਈ ਵਾਲੀਆਂ ਚੀਜ਼ਾਂ। ਹਾਂਜੀ, ਸੋ ਕਈ ਲੋਕਾਂ ਨੂੰ ਬਾਈ ਵਾਲੀਆਂ ਚੀਜ਼ਾਂ ਨਹੀਂ ਪਚਦੀਆਂ ਹੈਗੀ, ਉਹਦੇ ਨਾਲ ਉਹਨਾਂ ਦੇ ਜਿਹੜਾ ਜੁਆਇੰਟ ਹੈ ਉੱਥੇ ਸੋਜ ਪੈ ਜਾਂਦੀ ਹੈ। ਸੋਜ ਪੈਣ ਦੇ ਨਾਲ ਉਹ ਨਰਵ ਤੇ ਪ੍ਰੈਸ਼ਰ ਪੈ ਜਾਂਦਾ। ਮੈਂ ਹਮੇਸ਼ਾ ਕਹਿੰਦਾ ਤੁਹਾਨੂੰ ਕਿ ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਅਸੀਂ ਜਨਰਲੀ ਗੱਲ ਹੁੰਦੀ, ਪਲੀਜ਼ ਤੁਸੀਂ ਸੀਰੀਅਸ ਨਹੀਂ ਲੈਣੀ, ਕਿਉਂਕਿ ਹਰ ਬੰਦੇ ਦੀ ਆਪੋ ਆਪਣੀ ਹੁੰਦੀ ਹੈ। ਮੈਂ ਆਪਾਂ ਕਾਲ ਲੈਣ ਤੋਂ ਪਹਿਲਾਂ ਤੁਹਾਨੂੰ ਦੀ ਗੱਲ ਖਤਮ ਕਰ ਦੇਵਾਂ। ਉਹਨੇ ਥੋੜਾ ਬਹੁਤ ਉਹਨੇ ਨਿਚੋੜ ਕੱਢਿਆ ਕਿ ਉਹਨੂੰ ਲੱਗਦਾ ਜਦੋਂ ਸ਼ਾਮ ਨੂੰ 7 ਵਜੇ ਤੋਂ ਬਾਅਦ 6-7 ਸ਼ਾਮ ਨੂੰ ਸੌਣ ਤੋਂ ਪਹਿਲਾਂ ਬਨਾਨਾ ਖਾਂਦਾ ਨਾ, ਫਿਰ ਉਹਦੇ ਨਾਲ ਉਹਨੂੰ ਫਰਕ ਪੈਂਦਾ। ਸਿੱਧੀ ਗੱਲ ਉਹੀ ਜੇ ਪ੍ਰੂਫ ਮਿਲ ਗਿਆ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ, ਬਨਾਨਾ ਜਿਹੜਾ ਬਹੁਤ ਬਾਈ ਕਰਦਾ ਹੈ, ਦੇਖਿਆ ਨਾ ਫਿਰ ਉਹਦੇ ਨਾਲ ਐਗਜ਼ੈਕਟਲੀ। ਤੇ ਇਹਦਾ ਮਤਲਬ ਸਵੇਰ ਦੁਪਹਿਰੇ ਖਾ ਲੈ, ਰਾਤ ਨੂੰ ਨਹੀਂ ਖਾਣਾ ਚਾਹੀਦਾ। ਰਾਤ ਨੂੰ ਨਹੀਂ ਖਾਣਾ ਚਾਹੀਦਾ, ਦੈਟਸ ਰਾਈਟ। ਪਰ ਉਹਨੂੰ ਖਾਣਾ ਹੀ ਨਹੀਂ ਚਾਹੀਦਾ ਐਕਚੁਅਲੀ, ਕਰਕੇ ਉਹਦਾ ਜਿਹੜਾ ਬੋਡੀ ਉਹ ਨਹੀਂ, ਉਹ ਬਨਾਨਾ ਨਹੀਂ ਕਿਹਾ ਸੀ, ਕਹਿੰਦਾ ਮੇਰਾ ਫੇਵਰੇਟ ਹੈ ਯਾਰ, ਇੱਕੋ ਫਰੂਟ ਤਾਂ ਮੇਰਾ ਫੇਵਰੇਟ ਹੈ। ਹਾਂਜੀ, ਕੋਈ ਨਹੀਂ, ਉਹਨੂੰ ਚਾਹੀਦਾ ਵੀ ਡੇਟਸ ਖਾ ਲਿਆ ਕਰੇ, ਉਹ ਵੀ ਮਿੱਠੇ ਹੁੰਦੇ ਆ। ਐਂਡ ਚਲੋ ਕਾਲ ਲੈ ਲਈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣਾ ਨਾਮ ਦੱਸਣਾ ਚਾਹੋਗੇ, ਕਿੱਥੋਂ ਬੋਲਦੇ ਹੋ? ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ, ਮੈਂ ਲੈਸਟਰ ਤੋਂ ਬੋਲਦਾ ਜੀ। ਸੁਰਿੰਦਰ ਸਿੰਘ ਜੀ, ਬਹੁਤ ਬਹੁਤ ਤੁਹਾਡਾ ਸਵਾਗਤ। ਆਮ ਗਲੈਡ ਤੁਸੀਂ ਸ਼ੋਅ ਦੇਖ ਕੇ ਕਾਲ ਕਰਦੇ ਹੋ। ਹੁਣ ਤੁਸੀਂ ਸਿੱਧੇ ਡਾਕਟਰ ਨਾਲ ਗੱਲ ਕਰੋ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਜੋ ਵੀ ਚਾਹੁੰਦੇ ਹੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਜੀ ਡਾਕਟਰ ਸਾਹਿਬ, ਮੇਰਾ ਨਾ ਪੇਟ ਦੇ ਵਿੱਚ ਆਪਣੇ ਹਵਾ ਬਹੁਤ ਬਣਦੀ ਆ, ਫਿਰ ਉਹਦੇ ਉੱਪਰ ਨੂੰ ਹਵਾ ਆਉਂਦੀ ਹੈ ਤੇ ਇੱਥੇ ਰੁਕ ਜਾਂਦੀ ਕਈ ਵਾਰੀ, ਤਾਂ ਜਿੰਨਾ ਚਿਰ ਢਕਾਰ ਨਾ ਆਵੇ ਤਾਂ ਉਹਨਾਂ ਚਿਰ ਬੜੀ ਤਕਲੀਫ ਰਹਿੰਦੀ ਆ। ਹਾਂਜੀ, ਤੇ ਅਫਾਰਾ ਵੀ ਪੇਟ 'ਚ ਪੈਂਦਾ, ਇਹਦੇ ਬਾਰੇ ਕੁਝ ਹੈ ਇਲਾਜ ਕੋਈ? ਹਾਂਜੀ ਭਾਜੀ, ਇਹ ਬਹੁਤ ਇੱਕ ਕਾਮਨ ਚੀਜ਼ ਆ, ਆਮ ਆ ਇਹ। ਮੈਂ ਇੱਕ ਮਿੰਟ ਟੈਲੀਫੋਨ ਰੱਖਦਾ, ਫਿਰ ਦੱਸਿਓ ਪਲੀਜ਼। ਹਾਂਜੀ, ਕੀ ਲਾ ਲੈ ਕੋਈ ਸਮਝ ਨਹੀਂ ਪਈ ਨਹੀਂ ਭਾਈ, ਟੈਲੀਫੋਨ ਰੱਖਣ ਚਲੇ ਗਏ ਉਹਨਾਂ ਦਾ। ਅੱਛਾ, ਹਾਂ ਭਾਜੀ, ਤਾਂ ਤੁਸੀਂ ਇੱਦਾਂ ਕਰੋ, ਟੈਲੀਫੋਨ ਰੱਖ ਦਿਓ, ਤੁਸੀਂ ਟੀਵੀ ਸੁਣੋ। ਜੇ ਤੁਹਾਨੂੰ ਸੁਣਨ ਦੀ ਪ੍ਰੋਬਲਮ ਹੈਗੀ ਹੈ, ਅਗਰ ਤੁਸੀਂ ਵਾਪਸ ਆ ਗਏ ਤਾਂ ਠੀਕ ਹੈ, ਛੇਤੀ, ਬਿਕੋਜ਼ ਕਾਫੀ ਕਾਲ ਆਉਂਦੇ ਨੇ ਤੇ ਅਸੀਂ ਲਾਈਨ ਜ਼ਰਾ ਬਿਜ਼ੀ ਨਹੀਂ ਰੱਖਣੀ ਚਾਹੁੰਦੇ ਤਾਂ ਕਿ ਹਰ ਦਾ ਮੌਕਾ ਲੱਗ ਜਾਵੇ। ਐਨੀਵੇ ਤੁਸੀਂ ਸਮਝਾਉਣਾ ਸ਼ੁਰੂ ਕਰ ਦਿਓ। ਹਾਂਜੀ, ਦੈਟਸ ਰਾਈਟ। ਸੋ ਆਪਾਂ ਕਹਿੰਦੇ ਸੀ ਵੀ ਗੈਸ ਬਣਨਾ, ਅਫਾਰਾ ਪੈਣਾ, ਇਹ ਬਹੁਤ ਹੀ ਆਮ ਪ੍ਰੋਬਲਮ ਆ ਲੋਕਾਂ ਨੂੰ। ਤੇ ਇੱਕ ਤਾਂ ਹੈਗਾ ਵੀ ਜਿਹੜਾ ਤੁਸੀਂ ਖਾਂਦੇ ਕੋਈ ਚੀਜ਼ ਹੈ ਨਾ, ਤੇ ਉਹਦੇ ਨਾਲ ਤੁਹਾਡੇ ਹੋ ਰਿਹਾ ਹੈ। ਸੋ ਡਾਇਟ ਇਜ਼ ਸੋ ਇੰਪੋਰਟੈਂਟ। ਤੇ ਇੱਕ ਹੁੰਦਾ ਵੀ ਐਸਿਡ ਜਿਹੜੀ ਉਹ ਸਟਮਕ ਦੇ ਵਿੱਚ ਕਮ ਹੋ ਜਾਂਦੀ ਜਦੋਂ ਤੁਹਾਡੀ ਕੋਈ ਏਜ ਵੱਧਦੀ ਹੈ ਨਾ, ਐਸਿਡ ਕਮ ਹੁੰਦੀ ਰਹਿੰਦੀ ਆ, ਤੇ ਉਹ ਫਿਰ ਤੁਹਾਡੀ ਜਿਹੜੀ ਖੁਰਾਕ ਹੈ ਪੂਰੀ ਘੁਲਦੀ ਨਹੀਂ, ਪੂਰੀ ਹਜਮ ਨਹੀਂ ਹੁੰਦੀ। ਤੇ ਇਸ ਕਰਕੇ ਫਿਰ ਜਿਹੜੀ ਕੋਈ ਬੈਕਟੀਰੀਆ ਹੁੰਦੀ ਹੈ ਸਟਮਕ ਦੇ ਵਿੱਚ ਉਹ ਵੱਧ ਸਕਦੀ ਆ, ਤੇ ਜਿਹੜੀ ਬੈਕਟੀਰੀਆ ਉਹ ਫਿਰ ਗੈਸ ਪ੍ਰੋਡਕਸ਼ਨ ਸ਼ੁਰੂ ਕਰ ਦਿੰਦੀ, ਫਰਮੈਂਟੇਸ਼ਨ ਹੋਣ ਲੱਗ ਪੈਂਦੀ ਹੈ ਸਟਮਕ। ਜਾਂ ਫਰਮੈਂਟੇਸ਼ਨ ਪ੍ਰੋਸੈਸ ਆ, ਉਹਦੇ ਨਾਲ ਗੈਸ ਹੀ ਬਣਦਾ ਹੈ। ਹਾਂਜੀ, ਸੋ ਕਈਆਂ ਨੂੰ ਫਿਰ ਉਹ ਗੈਸ ਜਿਹੜਾ ਉਹ ਉੱਪਰ ਨੂੰ ਕੱਢਣਾ ਔਖਾ ਹੋ ਜਾਂਦਾ ਹੈ, ਤੇ ਜਦੋਂ ਥੋੜ੍ਹਾ ਬਹੁਤਾ ਨਿਕਲਦਾ ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਰਿਲੀਫ ਮਿਲਦਾ ਹੈ। ਤੇ ਪਰ ਇਹ ਡਾਇਟ ਐਡਜਸਟ ਕਰਨ ਦੇ ਨਾਲ ਤੇ ਕੁਝ ਦਵਾਈਆਂ ਦੇਣ ਨਾਲ ਇਹ ਸਟਮਕ ਦਾ ਪ੍ਰੋਬਲਮ ਤੁਹਾਡਾ ਹੱਲ ਹੋ ਸਕਦਾ ਹੈ, ਹੋ ਜਾਂਦਾ ਹੈ। ਹਾਂਜੀ ਸੁਰਿੰਦਰ ਜੀ, ਥੈਂਕ ਯੂ ਤੁਹਾਡੀ ਕਾਲ ਕਰਨ ਦਾ। ਉਮੀਦ ਰੱਖਦਾ ਤੁਸੀਂ ਸੁਣਿਆ ਨਾ, ਜਿਹੜਾ ਟੈਲੀਫੋਨ ਨੰਬਰ ਤੁਹਾਨੂੰ ਸਾਡੇ ਕਾਲ ਸੈਂਟਰ ਤੋਂ ਮਿਲਿਆ, ਮੰਡੇ, ਵੈਨਸਡੇ, ਫਰਾਈਡੇ 10 ਤੋਂ 11 ਕਾਲ ਕਰਕੇ। ਵੱਡੀ ਗੱਲ ਹੈ, ਜਦੋਂ ਵੀ ਤੁਸੀਂ ਗੱਲ ਕਰਦੇ ਹੋ, ਡਾਕਟਰ ਨੇ ਦੱਸਿਆ ਕਿ 45 ਸਾਲ ਸੀ ਨਾ ਤੁਹਾਡੇ, ਪਿਛਲੇ ਵੀਕ ਹੋ ਗਏ 42 ਈਅਰਸ। ਹਾਂਜੀ, ਦੇਖੋ 42 ਸਾਲਾਂ ਦੇ ਵਿੱਚ ਬਹੁਤ ਕੇਸਿਸ ਆਉਂਦੇ ਨੇ, ਤੇ ਜਦੋਂ ਤੁਸੀਂ ਕੋਈ ਵੀ ਪੇਸ਼ੈਂਟ ਗੱਲ ਕਰਦਾ, ਡਾਕਟਰ ਜੀ ਸਮਾਈਲ ਕਰਕੇ ਆਨਸਰ ਦਿੰਦੇ, ਬਿਕੋਜ਼ ਉਹਨਾਂ ਨੇ ਇੱਦਾਂ ਦੇ ਕੇਸ ਬਹੁਤ ਡੀਲ ਕੀਤੇ ਹੋਏ ਨੇ। ਸੋ ਇਸ ਕਰਕੇ ਤੁਸੀਂ ਫਟਾਫਟ ਨੋਟਿਸ ਪੜ੍ਹ ਲੈਣੇ ਹੁੰਦੇ। ਹਾਂਜੀ, ਦੈਟਸ ਰਾਈਟ। ਹੈ ਸੋ ਬਿਮਾਰੀਆਂ ਤਾਂ ਉਹੀ ਹੁੰਦੀਆਂ, ਵਾਰ-ਵਾਰ ਉਹੀ ਆਉਂਦੀਆਂ। ਹਾਂਜੀ, ਸਿਰਫ ਥੋੜ੍ਹਾ ਜਿਹਾ ਭੇਸ ਬਦਲਿਆ ਹੁੰਦਾ। ਭਾਜੀ ਮੈਨੂੰ ਤਾਂ ਹਾਲੇ 1.5 ਸਾਲ ਹੀ ਹੋਇਆ, ਤੁਹਾਡੇ ਨਾਲ ਸਾਲ ਮੈਂ ਵੀ ਨੋਟਿਸ ਪੜ੍ਹਨੀ ਸੀ। ਹਾਂਜੀ, ਦੱਸ ਅੱਧੇ ਡਾਕਟਰ ਤਾਂ ਤੁਸੀਂ ਬਣ ਗਏ। ਨਹੀਂ ਡਾਕਟਰ ਨਹੀਂ ਭਾਜੀ, ਤੋਬਾ ਉੱਥੇ ਤੱਕ ਤਾਂ ਨਹੀਂ, ਰੱਬ ਮਾਫ ਕਰੇ, ਤਾਂ ਤੁਹਾਡਾ ਪ੍ਰੋਫੈਸ਼ਨ ਹੈਗਾ। ਤੁਸੀਂ ਰੱਬ ਨੂੰ ਇੰਨੀ ਸਮਝ ਦੇਣੀ ਚਾਹੀਦੀ, ਸਾਨੂੰ ਹੋਣੀ ਚਾਹੀਦੀ ਆਪਣੀ ਬਾਡੀ ਬਾਰੇ, ਕਿ ਪਤਾ ਹੋਣਾ ਚਾਹੀਦਾ ਕੀ ਹੋ ਰਿਹਾ। ਤੇ ਡਾਕਟਰ ਜੀ, ਜਦੋਂ ਆਪਾਂ ਦੀ ਗੱਲ ਕਰਦੇ ਸੀ ਫੂਡ ਦਾ ਨਾ, ਥੋੜਾ ਟਰਾਈ ਮਾਰ ਕੇ ਤੁਹਾਨੂੰ ਪਤਾ ਹੋਣਾ ਚਾਹੀਦਾ। ਉਹ ਛੱਡ ਕੇ ਦੇਖੋ ਰਾਤ ਨਹੀਂ ਹੁੰਦਾ, ਫਿਰ ਤੁਹਾਨੂੰ ਉਹਨੇ ਇੱਕ ਤਾਂ ਡਾਇਗਨੋਸ ਕਰ ਲਿਆ, ਪੱਕਾ ਉਹਦੇ ਨਾਲ ਹੁੰਦਾ ਉਹਨੂੰ 100%। ਦੱਸ ਰਾਜ, ਤੁਸੀਂ ਆਪਣੇ ਆਪ ਥੋੜਾ ਜਿਹਾ ਤਜਰਬਾ ਕਰ ਸਕਦੇ ਆ ਵੀ ਕਿਹੜੀ ਚੀਜ਼ ਤੁਹਾਨੂੰ ਪਚਦੀ, ਕਿਹੜੀ ਨਹੀਂ ਪਚਦੀ, ਕਿਹਦੇ ਨਾਲ ਤੁਹਾਨੂੰ ਨੁਕਸਾਨ ਆ, ਕਿਹਦੇ ਨਾਲ ਫਾਇਦਾ ਆ। ਇੰਨਾ ਕਿ ਤੁਸੀਂ ਆਪ ਥੋੜਾ ਬਹੁਤ ਵੀ ਟਰਾਈ ਕਰ ਸਕਦੇ ਆ। ਡਾਕਟਰ ਅਸੀਂ ਹੁਣ ਉਹਦੀ ਵਾਪਸ ਮੁੱਦੇ ਤੇ ਗੱਲ ਕਰੀਏ। ਉਹ ਜਦੋਂ ਦਾ ਫੋਨ ਆਇਆ ਸੀ, ਉਹਨਾਂ ਦਾ ਮੈਸੇਜ, ਉਹਨਾਂ ਨੂੰ ਕਨਸਟੀਪੇਸ਼ਨ ਬਹੁਤ ਰਹਿੰਦੀ ਸੀ, 70 ਸਾਲ ਉਹਨਾਂ ਦੀ ਉਮਰ ਹੈਗੀ ਹੈ, ਤੇ ਉਹਦੇ ਨਾਲ ਦੇ ਨਾਲ ਤੁਸੀਂ ਡਿਸਕਸ ਕਰਦੇ ਹੋ, ਵੀ ਆਨਸਰ ਦੇ ਦਿਓ ਕਿਉਂ ਰਹਿੰਦੀ ਉਹਨਾਂ ਨੂੰ, ਕਾਹਤੇ ਰਹਿੰਦੀ ਹੈ। ਦੈਟਸ ਰਾਈਟ। ਸੋ ਇਹਦੇ 2-3 ਮੇਨ ਕਾਜ਼ ਹੁੰਦੇ ਕਨਸਟੀਪੇਸ਼ਨ ਦੇ। ਤੇ ਨੰਬਰ 1 ਤਾਂ ਹੁੰਦਾ ਹੈ ਕੋਈ ਦਵਾਈਆਂ ਖਾਂਦੇ ਜਿਹੜੀਆਂ ਹਨਾ, ਉਹ ਵੀ ਕਨਸਟੀਪੇਸ਼ਨ ਦਾ ਉਹਨਾਂ ਸਾਈਡ ਇਫੈਕਟ ਹੁੰਦਾ, ਖਾਸ ਕਰਕੇ ਜਿਹੜੇ ਪੇਨ ਕਿਲਰਸ ਹੁੰਦੇ ਆ, ਰਾਈਟ, ਕੋਡੀਨ ਵਾਲੇ। ਤੇ ਨੰਬਰ 2 ਹੁੰਦਾ ਪਏ ਉਹਨਾਂ ਦੇ ਡਾਇਟ ਵਿੱਚ ਫਾਈਬਰ ਬਹੁਤ ਘੱਟ ਆ। ਆਂਦਰਾਂ ਨੂੰ ਫਾਈਬਰ ਚਾਹੀਦਾ ਹੈ ਇਨ ਆਰਡਰ ਟੂ ਸਕੁਈਜ਼ ਐਵਰੀਥਿੰਗ ਅਲੋਂਗ। ਹਾਂਜੀ,
ਤੇ ਫਾਈਬਰ ਹੁੰਦਾ ਹੁਣ ਬਹੁਤੇ ਲੋਕੀ ਮਿਕਸ ਆਟੇ ਖਾਂਦੇ ਆ ਹਾਂਜੀ ਇਸ ਬਿਕਮ ਵੈਰੀ ਪੋਪੂਲਰ ਮਿਕਸ ਆਟੇ ਖਾਣੇ ਕੋਈ ਮਾੜੀ ਗੱਲ ਨਹੀਂ ਹੈਗੀ ਮਿਕਸ ਆਟੇ ਪਰ ਅਨਫੋਰਚੂਨਟਲੀ ਉਹਦੇ ਵਿੱਚ ਫਾਈਬਰ ਨਹੀਂ ਹੁੰਦਾ ਹੈਗਾ ਹਾਂਜੀ ਫਾਈਬਰ ਬਹੁਤ ਘੱਟ ਹੁੰਦਾ ਤੇ ਇਸ ਕਰਕੇ ਵੀ ਕਨਸਟੀਪੇਸ਼ਨ ਹੋ ਜਾਂਦੀ ਹੈ ਕਿਉਂਕਿ ਕਈ ਲੋਕੀ ਜਿਹੜਾ ਪਹਿਲੇ ਆਟੇ ਹੁੰਦੇ ਸੀ ਇੱਕ ਚਿੱਟਾ ਆਟਾ ਹੁੰਦਾ ਸੀ ਇੱਕ ਬਰਾਊਨ ਆਟਾ ਹੁੰਦਾ ਸੀ ਤੇ ਉਹ ਚਿੱਟੇ ਆਟੇ ਜਿਹੜੇ ਖਾਂਦੇ ਸੀਗੇ ਉਹਨਾਂ ਨੂੰ ਹਮੇਸ਼ਾ ਕਨਸਟੀਪੇਸ਼ਨ ਰਹਿੰਦੀ ਸੀ ਤੇ ਬਰਾਊਨ ਆਟਾ ਜਿਹੜਾ ਉਹਦੇ ਵਿੱਚ ਪੂਰਾ ਫਾਈਬਰ ਹੁੰਦਾ ਹੈ ਜਾਂ ਹੋਲ ਮੀਲ ਹੁੰਦਾ ਹੈ ਤੇ ਉਹ ਆਂਦਰਾਂ ਨੂੰ ਫਾਈਬਰ ਚਲਾਉਂਦਾ ਰਹਿੰਦਾ ਚੰਗੀ ਤਰ੍ਹਾਂ ਨੰਬਰ 3 ਹੈਗਾ ਵੀ ਕਈ ਲੋਕੀ ਪਾਣੀ ਨਹੀਂ ਇਨਫ ਪੀਂਦੇ ਹੈਗੇ ਹਾਂਜੀ ਸੋ ਆਂਦਰਾਂ ਨੂੰ ਕੰਮ ਕਰਨ ਲਈ ਪਾਣੀ ਚਾਹੀਦਾ ਆ ਤੇ ਅੰਦਰ ਜਿਹੜਾ ਤੁਹਾਡੇ ਵੇਸਟ ਆ ਉਹ ਮੋਇਸਟ ਰਵੇ ਹਾਂਜੀ ਡਰਾਈ ਨਾ ਹੋਵੇ ਜਦੋਂ ਡਰਾਈ ਹੋ ਜਾਂਦਾ ਤੇ ਆਂਦਰਾਂ ਦੈਟ ਮੇਕ ਸੈਂਸ ਬਿਲਕੁਲ ਡਸਨਟ ਵਰਕ ਆਂਦਰਾਂ ਕੰਮ ਨਹੀਂ ਕਰਦੀਆਂ ਹਾਂਜੀ ਤੇ ਡਰਾਈਨੈਸ ਕਲਿੱਪ ਵਿੱਚ ਵੀ ਆਪਾਂ ਦੱਸਿਆ ਸੀ ਵੀ ਜਿਹੜਾ ਫਿਰ ਲਾਰਜ ਇੰਟੈਸਟਾਈਨ ਹੈ ਨਾ ਜਿਹੜਾ ਐਕਸੈਸ ਵਾਟਰ ਹੁੰਦਾ ਉਹ ਫਿਰ ਹੌਲੀ ਹੌਲੀ ਵਾਪਸ ਚੁੱਕ ਲੈਂਦਾ ਬੋਡੀ ਵਿੱਚ ਪਹੁੰਚਾ ਦਿੰਦਾ ਤੇ ਉਹ ਫਿਰ ਜੇ ਜ਼ਿਆਦਾ ਟਾਈਮ ਉਹ ਵੇਸਟ ਪਿਆ ਰਵੇ ਹੈ ਨਾ ਕੋਲੋਨ ਦੇ ਵਿੱਚ ਉਹ ਫਿਰ ਡਰਾਈ ਜ਼ਿਆਦਾ ਹੋ ਜਾਂਦਾ ਆ ਤੇ ਡਰਾਈ ਹੋ ਜਾਂਦਾ ਫਿਰ ਤੁਹਾਨੂੰ ਕਨਸਟੀਪੇਸ਼ਨ ਹੁੰਦੀ ਸਟ੍ਰੇਨਿੰਗ ਬਹੁਤ ਕਰਨੀ ਪੈਂਦੀ ਹੈ ਹਾਂਜੀ ਸਟ੍ਰੇਨਿੰਗ ਜ਼ਿਆਦਾ ਕਰਦੇ ਆ ਤੁਹਾਨੂੰ ਹੋਰ ਪ੍ਰੋਬਲਮ ਖੜਾ ਹੋ ਜਾਂਦਾ ਹਾਂਜੀ ਪਾਇਲਸ ਬਣ ਜਾਂਦੇ ਉਹਦੇ ਸੋ ਇਟਸ ਆਨਗੋਇੰਗ ਪ੍ਰੋਬਲਮ ਸੋ ਇੱਦਾਂ ਦੇ ਕਈ ਕਾਜ਼ਸ ਹੈਗੇ ਆ ਤੇ ਇੱਕ ਖਾਸ ਕਰਕੇ ਟਾਈਮ ਵੈਰੀ ਫਾਸਟ ਬ੍ਰੇਕ ਲੈਣੀ ਪੈਗੀ ਬ੍ਰੇਕ ਟਾਈਮ ਹੋ ਪਲੀਜ਼ ਕੀਪ ਵਾਚਿੰਗ ਅਸੀਂ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਵਾਂਗੇ ਪਲੀਜ਼ ਕੀਪ ਕਾਲਿੰਗ ਕਿਸੇ ਵੀ ਤਰ੍ਹਾਂ ਦਾ ਸਵਾਲ ਤੁਸੀਂ ਸਵਾਲ ਪੁੱਛ ਸਕਦੇ ਹੋ ਤੇ ਅਸੀਂ ਛੋਟੀ ਜਿਹੀ ਬ੍ਰੇਕ ਲੈ ਕੇ ਹੁਣੇ ਤੁਹਾਡਾ ਫਿਰ ਵਾਪਸ ਜੁੜਾਂਗੇ ਥੋੜੀ ਜਿਹੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ बोले सोने हाल सास भी अकाल Back in the second part, बड़ा बहुत इंटरेस्टिंग मैं हमेशा कहता हूँ बड़ा कुछ सीखने को मिल रहा है प्लीज़ कीप वाचिंग हाफ टाइम होया हाली एंड देयर स्टिल लॉट ऑफ टाइम फॉर यू टू कॉल इन जब भी थोड़ा दिल करता कॉल करके डॉक्टर नाल गल करो ਤੇ ਡਾਕਟਰ ਜੀ ਅਸੀਂ ਹੁਣ ਉਹਦੀ ਗੱਲ ਕਰਦੇ ਸੀਗੇ ਡਾਈਜੈਸਟਿਵ ਦੀ ਕਨਸਟੀਪੇਸ਼ਨ ਦੀ ਇੱਕ ਤੇ ਬੜੀ ਮੈਨੂੰ ਲੱਗਦਾ ਜਿਹੜੀ ਸਾਰੇ ਨੂੰ ਵੱਡੀ ਅਗਰ ਡਾਈਟ ਦੀ ਨਾ ਹੋਵੇ ਕਿਉਂਕਿ ਡਾਈਟ ਲੋਕਾਂ ਦੀ ਤਕਰੀਬਨ ਉਹੀ ਜੋ ਸਾਲਾਂ ਤੋਂ ਖਾਂਦੇ ਆ ਰਹੇ ਨੇ ਕੁਝ ਨਵਾਂ ਤਾਂ ਇੰਟਰੋਡਿਊਸ ਨਹੀਂ ਕਰਦੇ ਜਿਹੜੀ ਮੈਡੀਸਿਨ ਤੇ ਪੈ ਜਾਂਦੇ ਉਹਦੇ ਨਾਲ ਬੜਾ ਇਫੈਕਟ ਪੈਂਦਾ ਹਾਂਜੀ ਦੈਟਸ ਰਾਈਟ ਸੋ ਲੋਟ ਆਫ ਮੈਡੀਸਿਨਸ ਉਹਨਾਂ ਦਾ ਸਾਈਡ ਇਫੈਕਟ ਹੁੰਦਾ ਕਨਸਟੀਪੇਸ਼ਨ ਦਾ ਜਾਂ ਜਿੱਦਾਂ ਆਪਾਂ ਕਹਿੰਦੇ ਵੀ ਖਾਸ ਕਰਕੇ ਪੇਨ ਕਿਲਰਸ ਤੇ ਅਨਫੋਰਚੂਨੇਟਲੀ ਉਹ ਪੇਨ ਨੂੰ ਤਾਂ ਕੰਟਰੋਲ ਕਰਦੇ ਆ ਪਰ ਨਾਲ ਉਹਦਾ ਸਾਈਡ ਇਫੈਕਟ ਕਨਸਟੀਪੇਸ਼ਨ ਦਾ ਹੋ ਜਾਂਦਾ ਤੇ ਇੱਕ ਗੱਲ ਹੋ ਰਿਹਾ ਵੀ ਜਿਹੜੇ ਸਿਆਣੇ ਲੋਕੀ ਹੋ ਜਾਂਦੇ ਹਨ ਉਹਨਾਂ ਦੀ ਮੂਵਮੈਂਟ ਘਟ ਜਾਂਦੀ ਆ ਮੋਬਿਲਿਟੀ ਹੋ ਜਾਂਦੀ ਘਟ ਜਾਂਦੀ ਹੈ ਤੇ ਉਹ ਫਿਰ ਤੁਹਾਡੀ ਕੋਈ ਐਕਸਰਸਾਈਜ਼ ਨਹੀਂ ਹੁੰਦੀ ਢਿੱਡ ਦੀ ਤੇ ਇਸ ਕਰਕੇ ਵੀ ਕਈਆਂ ਨੂੰ ਕਨਸਟੀਪੇਸ਼ਨ ਪੈ ਜਾਂਦੀ ਹੈ ਕਿਉਂਕਿ ਜਿੱਦਾਂ ਆਪਾਂ ਦੱਸਿਆ ਨਾ ਜਿਹੜਾ ਕੋਲੋਨ ਆ ਉਹਦਾ ਸਲੋ ਹੋ ਜਾਂਦਾ ਥੋੜ੍ਹਾ ਜਿਹਾ ਇਟਸ ਨਾਟ ਮੂਵਿੰਗ ਫਾਸਟ ਇਨਫ ਹਾਂਜੀ ਜੇ ਤਾਂ ਉਹ ਫਾਸਟ ਮੂਵਮੈਂਟ ਹੁੰਦਾ ਫਿਰ ਤਾਂ ਤੁਹਾਡਾ ਵੇਸਟ ਜਿਹੜਾ ਨਿਕਲਦਾ ਰਹਿੰਦਾ ਜੇ ਸਲੋ ਹੋ ਜਾਂਦਾ ਇਟ ਟੇਕਸ ਲੌਂਗ ਟਾਈਮ ਹਾਂਜੀ ਜਿੰਨਾ ਚਿਰ ਜ਼ਿਆਦਾ ਲੱਗਦਾ ਆ ਉਨਾ ਉਹ ਪਾਣੀ ਰੀਅਬਜ਼ੋਰਬ ਹੋ ਜਾਂਦਾ ਬੋਡੀ ਖਿੱਚ ਲੈਂਦੀ ਪਾਣੀ ਫਿਰ ਡਰਾਈਨੈਸ ਜ਼ਿਆਦਾ ਹੋ ਜਾਂਦਾ ਸੋ ਜਿੰਨਾ ਤੁਹਾਡਾ ਐਕਸਰਸਾਈਜ਼ ਟਮੀ ਦੀ ਕੋਈ ਨਾ ਕੋਈ ਐਕਸਰਸਾਈਜ਼ ਹੋਣੀ ਚਾਹੀਦੀ ਨੋਰਮਲੀ ਤਾਂ ਲੋਕ ਚਲੋ ਸੈਰ ਕਰਨ ਚਲੇ ਜਾਂਦੇ ਆ ਵਿਚ ਇਜ਼ ਗੁੱਡ ਉਹ ਇਹਨਾਂ ਹਰੇਕ ਤਰ੍ਹਾਂ ਦੀ ਐਕਸਰਸਾਈਜ਼ ਹੋ ਜਾਂਦੀ ਆ ਪਰ ਹੁਣ ਲੋਕਡਾਊਨ ਵਿੱਚ ਲੋਕੀ ਘਰੇ ਬੈਠੇ ਰਹੇ ਆ ਹਾਂਜੀ ਸੋ ਟਮੀ ਦੀ ਕੋਈ ਐਕਸਰਸਾਈਜ਼ ਨਹੀਂ ਹੋਈ ਤੇ ਇਹਦੇ ਨਾਲ ਵੀ ਕਨਸਟੀਪੇਸ਼ਨ ਪੈਦਾ ਹੋਈ ਆ ਸੋ ਬੈਸਟ ਕੀ ਉਹਦਾ ਇਲਾਜ ਹੋ ਸਕਦਾ ਹਾਂਜੀ ਇਲਾਜ ਤਾਂ ਇਹੀ ਆ ਵੀ ਜਿੱਦਾਂ ਆਪਾਂ ਕਿਹਾ ਹੈ ਨਾ ਡਾਇਟ ਇਨਫ ਵਾਟਰ ਹਾਂਜੀ ਪਾਣੀ ਦੀ ਮੈਨੂੰ ਬੜੀ ਸੈਂਸ ਪਈ ਹੈ ਤੁਸੀਂ ਆਟਾ ਗੁੰਨਣਾ ਤੁਸੀਂ ਉਹਦੇ ਵਿੱਚ ਪਾਣੀ ਪਾਉਂਦੇ ਹੋ ਦੈਟਸ ਰਾਈਟ ਨੈਚੁਰਲੀ ਯੂ ਨੋ ਸੌਫਟ ਹੋ ਜਾਏਗਾ ਤੁਸੀਂ ਹਾਂ ਯਾ ਐਵਰੀਥਿੰਗ ਗੈਟਸ ਸੌਫਟਰ ਵਿਦ ਦ ਵਾਟਰ ਹਾਂਜੀ ਨੋ ਵਾਟਰ ਡਰਾਈਨੈਸ ਹੋ ਜਾਂਦੀ ਹੈ ਤੇ ਐਕਚੁਅਲੀ ਫਿਰ ਜਿਨ੍ਹਾਂ ਤੇ ਨਹੀਂ ਤੁਰ ਸਕਦੇ ਹਨਾ ਉਹਨਾਂ ਨੂੰ ਟਮੀ ਐਕਸਰਸਾਈਜ਼ ਥੋੜ੍ਹੀ ਜਿਹੀ ਕਰਨੀ ਚਾਹੀਦੀ ਆ ਉਹ ਲੰਮੇ ਪੈ ਜਾਣ ਫਲੈਟ ਤੇ ਆਪਣੀ ਲੱਤਾਂ ਥੋੜ੍ਹੀਆਂ ਲਿਫਟ ਕਰਨ ਤੇ ਉੱਥੇ ਫਿਰ ਟਮੀ ਦਾ ਥੋੜ੍ਹਾ ਜਿਹਾ ਜ਼ੋਰ ਲੱਗੇਗਾ ਹਾਂਜੀ ਤੇ ਉਹ ਫਿਰ ਟਮੀ ਦੀ ਐਕਸਰਸਾਈਜ਼ ਦੇ ਨਾਲ ਵੀ ਹੈ ਨਾ ਆਂਦਰਾਂ ਤੇ ਮਸਾਜ ਹੁੰਦਾ ਤੇ ਉਹ ਚੰਗੀ ਤਰ੍ਹਾਂ ਕੰਮ ਕਰਦੀ ਰਹੇ ਜਿਹੜੇ ਈਜ਼ੀ ਨੇ ਤੁਸੀਂ ਉੱਦਾਂ ਦੀ ਐਕਸਰਸਾਈਜ਼ ਕਰ ਸਕਦੇ ਈਜ਼ੀ ਦੈਟਸ ਰਾਈਟ ਆਪਾਂ ਜਾਰੀ ਰੱਖਾਂਗੇ ਗੱਲ ਆਪਾਂ ਇੱਕ ਹੋਰ ਫੋਨ ਤੁਸੀਂ ਨੋਟ ਕੀਤਾ ਨਾ ਜਦੋਂ ਵੀ ਅਸੀਂ ਗੱਲ ਕਰਦੇ ਅਸੀਂ ਸਟਾਪ ਕਰਕੇ ਤੁਹਾਡਾ ਕਾਲ ਪਹਿਲਾਂ ਲੈਣੇ ਬਿਕੋਜ਼ ਸ਼ੋਅ ਤੁਹਾਡੇ ਕਰਕੇ ਹੈ ਇਮੀਡੀਏਟਲੀ ਤੁਹਾਡੀ ਕੋਸ਼ਿਸ਼ ਦੇ ਤੁਹਾਨੂੰ ਫੋਨ ਤੇ ਵੇਟ ਨਾ ਕਰਾਈਏ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਆਪਣਾ ਨਾਮ ਦੱਸਣਾ ਚਾਹੋਗੇ ਕਿੱਥੋਂ ਬੋਲਦੇ ਹੋ ਮੈਂ ਬੋਲਦਾ ਲਿਵਿੰਗਟਨ ਤੋਂ ਹਾਂਜੀ ਹੁਣ ਤੁਸੀਂ ਗੱਲ ਕਰੋ ਸਿੱਧੇ ਡਾਕਟਰ ਜੀ ਨਾਲ ਤੁਸੀਂ ਆਪਣਾ ਜੋ ਵੀ ਸਵਾਲ ਪੁੱਛਣਾ ਪੁੱਛ ਸਕਦੇ ਹੋ ਬੋਲੋ ਜੀ ਹਾਂਜੀ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ ਜੀ ਮੈਂ ਤੁਹਾਨੂੰ ਕਿਹਾ ਨਾ ਤੁਸੀਂ ਹੁਣ ਜਿਹੜੀ ਗੱਲ ਕਰੋਗੇ ਸਿੱਧੇ ਡਾਕਟਰ ਜੀ ਸੁਣਦੇ ਪਏ ਨੇ ਤੁਸੀਂ ਉਹਨਾਂ ਨੂੰ ਆਪਣਾ ਸਵਾਲ ਪੁੱਛ ਲਓ ਡਾਕਟਰ ਸਾਹਿਬ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਭਾਜੀ ਸੁਣਾਓ ਜੀ ਹਾਂਜੀ ਠੀਕ ਠਾਕ ਆ ਮੇਰਾ ਨਾ ਸਟੋਮਕ ਜਿੱਦਾਂ ਡਰਾਈ ਰਹਿੰਦਾ ਤੇ ਮੈਨੂੰ ਇਹਦੇ ਵਾਸਤੇ ਜ਼ਰੂਰ ਦੱਸੋ ਮੇਰੀ ਇਹ ਪਿਆਰ ਸਹਿਤ ਬੇਨਤੀ ਆ
ਹਾਂਜੀ ਦੱਸੋ ਜੀ ਕੀ ਮਤਲਬ ਡਰਾਈ ਰਹਿੰਦਾ? ਡਰਾਈ ਜਿੱਦਾਂ ਮਤਲਬ ਵੀ ਟਾਇਲਟ ਜਿਹੜੀ ਨਾ ਸਮ ਟਾਈਮ ਜਿੱਦਾਂ ਹੋ ਜਾਂਦੀ ਹੈ ਡਰਾਈ। ਡਰਾਈਨੈਸ ਹੋ ਜਾਂਦੀ ਹੈ, ਹਾਂਜੀ ਉਹੀ ਆਪਾਂ ਗੱਲ ਹਾਂਜੀ। ਕਰਦੇ ਸਾਡੇ ਭਾਜੀ। ਤੇ ਤੁਸੀਂ ਬੂਰਾ ਜ਼ਰੂਰ ਖਾਓ, ਆਪਣਾ ਆਟਾ ਜਿਹੜਾ ਖਾਂਦੇ ਉਹਦੇ ਵਿੱਚ ਬੂਰਾ ਹੋਣਾ ਚਾਹੀਦਾ, ਫਾਈਬਰ। ਹਾਂਜੀ ਅੱਛਾ, ਮਤਲਬ ਜਿੱਦਾਂ ਮੈਂ ਪਹਿਲਾਂ ਵੀ ਸੁਣਦਾ ਸੀ ਤੁਸੀਂ ਕਿਹਾ ਵੀ ਚਿੱਟਾ ਆਟਾ ਨਾ ਖਾਓ, ਬੂਰੇ ਵਾਲਾ ਆਟਾ ਬਰਾਊਨ ਖਾਈਏ। ਹਾਂਜੀ ਬਰਾਊਨ ਖਾਓ ਤੁਸੀਂ, ਹਾਂਜੀ ਤੇ ਪਾਣੀ ਕਾਫੀ ਪੀਓ। ਹਾਂਜੀ ਹਾਂਜੀ ਪਾਣੀ ਤਾਂ ਪੀਣਾ ਹਰ ਵੇਲੇ। ਹਾਂਜੀ ਠੀਕ ਹੈ, ਪਾਣੀ ਜ਼ਰੂਰੀ ਚਾਹੀਦਾ ਆ। ਤੇ ਬਾਕੀ ਥੋੜ੍ਹੀ ਜਿਹੀ ਐਕਸਰਸਾਈਜ਼ ਚਾਹੀਦੀ ਢਿੱਡ ਦੀ। ਹਾਂਜੀ ਢਿੱਡ ਦੀ ਐਕਸਰਸਾਈਜ਼ ਵੀ ਚਾਹੀਦੀ ਥੋੜ੍ਹੀ ਜਿਹੀ। ਉਹ ਕਿੱਦਾਂ ਕਰਨੀ ਉਹ ਦੱਸੋ। ਹਾਂਜੀ ਉਹ ਜੇ ਤੁਸੀਂ ਸੈਰ ਕਰ ਸਕਦੇ ਤਾਂ ਸੈਰ ਕਰੋ। ਹਾਂਜੀ ਤੇ ਜੇ ਤੁਸੀਂ ਨਹੀਂ ਵਾਲੀ ਸੈਰ ਕਰ ਸਕਦੇ ਹੈਗੇ ਤਾਂ ਪ੍ਰੋਬਲਮ ਆ, ਤਾਂ ਤੁਸੀਂ ਲੰਮੇ ਪੈ ਕੇ ਆਪਣੀ ਲੱਤਾਂ ਥੋੜ੍ਹੀਆਂ ਲਿਫਟ ਕਰੋ ਤੁਹਾਨੂੰ। ਮੈਂ ਨਾ ਜਦੋਂ ਸਵੇਰੇ ਮਾਰਨਿੰਗ ਟਾਈਮ ਤੇ ਆਪਣੀਆਂ ਲੈਗਸ ਜਿਹੜੀਆਂ 20 ਟਾਈਮ ਆ ਤਾਂ ਨੂੰ ਕਰਨਾ। ਬਹੁਤ ਕਿਆ ਵਧੀਆ, ਬਾਤ, very ਬਹੁਤ nice, ਵਧੀਆ, ਬਹੁਤ ਹਾਂਜੀ, ਅੱਛਾ। ਠੀਕ ਹੈ ਜੀ। ਹਾਂਜੀ ਸੋ ਮੈਨੂੰ ਲੱਗਦਾ ਵੀ ਤੁਹਾਡਾ ਪ੍ਰੋਬਲਮ ਬੂਰੇ ਦਾ ਹੈ, ਤੁਹਾਨੂੰ ਬੂਰਾ ਚਾਹੀਦਾ ਆਟੇ ਵਿੱਚ, ਤੇ ਉਹਦੇ ਨਾਲ ਤੁਹਾਡਾ ਕੰਮ ਸੈੱਟ ਹੋ ਜਾਊਗਾ। ਠੀਕ ਹੈ ਜੀ। ਬਸ ਮੈਂ ਉਹਦਾ 20 ਟਾਈਮ ਕਰਦਾ, ਪਰ ਸਟਿਲ ਫੇ ਵੀ ਜਿੱਦਾਂ ਨਾ ਡਾਕਟਰ ਸਾਹਿਬ ਡਰਾਈ ਰਹਿੰਦਾ। ਹਾਂਜੀ ਹਾਂਜੀ ਫਿਰ ਤੁਹਾਡੇ ਉਹ ਇੱਦਾਂ ਪਏ ਜਿਹੜਾ ਪਾਣੀ ਤੁਹਾਡੇ ਆਂਦਰਾਂ ਵਿੱਚ ਪਹੁੰਚਦਾ ਨਹੀਂ ਭਾਜੀ, ਉੱਥੇ ਤਾਂ ਡਰਾਈ ਹੋ ਜਾਂਦਾ ਸਾਰਾ। ਸੋ ਉਹ ਜਿਹੜਾ ਬੂਰਾ ਹੁੰਦਾ ਨਾ ਉਹ ਪਾਣੀ ਨੂੰ ਉੱਥੇ ਹੋਲਡ ਕਰਕੇ ਰੱਖਦਾ ਆ ਵੀ ਡਰਾਈ ਨਾ ਹੋਵੇ। ਅੱਛਾ ਹਾਂ ਸੋ ਬੂਰਾ ਜ਼ਿਆਦਾ ਖਾਓ। ਠੀਕ ਹੈ ਜੀ। ਮੈਂ ਸਵੇਰ ਨੂੰ ਜਿਹੜਾ ਬਰਾਊਨ ਵਿਟੇਵਿਕਸ ਹੁੰਦਾ ਉਹ ਖਾਂਦਾ ਹੁੰਦਾ। ਹਾਂਜੀ ਵੀਟਾਵਿਕਸ ਵੀ ਠੀਕ ਆ। ਹਾਂਜੀ ਦੈਟਸ ਰਾਈਟ। ਤੇ ਮੈਂ ਇੱਕ ਪੁੱਛਣਾ ਚਾਹੁੰਦਾ ਹਾਂ, ਮੈਂ ਦੁੱਧ ਵਿੱਚ ਵਿਟੇਵਿਕਸ ਹਰ ਵੇਲੇ ਖਾਣਾ ਕਿ ਉਹਦੇ ਨਾਲ ਤਾਂ ਨਹੀਂ ਹੈ? ਨਹੀਂ ਜੀ, ਨਹੀਂ ਜੀ ਦੁੱਧ ਨਾਲ ਨਹੀਂ ਹੈਗਾ ਜੀ। ਅੱਛਾ ਅੱਛਾ ਚਲੋ ਫਿਰ ਮਤਲਬ ਕਦੀ ਐਕਸਰਸਾਈਜ਼ ਤੇ ਬਰਾਊਨ ਆਟਾ। ਬਰਾਊਨ ਆਟਾ ਹਾਂਜੀ ਭਾਜੀ। ਥੈਂਕ ਯੂ ਜੀ ਕਾਲ ਕਰਨ ਦਾ। ਬਾਕੀ ਓਕੇ ਪਾਣੀ ਬਹੁਤ ਮਿਹਰਬਾਨੀ ਮੇਰੇ ਵੱਲੋਂ ਸਾਰੇ ਅਕਾਲ ਦੇ ਚੈਨਲ ਨੂੰ ਲੱਖ ਲੱਖ ਵਧਾਈਆਂ। ਮਾਲਕ ਸਦਾ ਚੜ੍ਹਦੀ ਕਲਾ ਬਖਸ਼ੇ। ਥੈਂਕ ਯੂ ਮੇਰੇ ਭਰਾ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਬਸ ਤੁਹਾਡੀ ਦੁਆਈ ਮਿਹਰ ਕਰੇ ਰੱਬ ਦੇ ਉੱਪਰ। ਇਸੇ ਤਰ੍ਹਾਂ ਅਸੀਂ ਸ਼ੋਅ ਕਰਦੇ ਰਹੀਏ। ਹਮੇਸ਼ਾ ਆਪਣੀ ਫੀਡਬੈਕ ਦਿਆ ਕਰੋ, ਆਪਣਾ ਪਾਣੀ ਵੀ ਜ਼ਿਆਦਾ ਪੀਣਾ ਸ਼ੁਰੂ ਕਰੋ। ਜਦੋਂ ਤੁਹਾਨੂੰ ਫਰਕ ਪੈ ਗਿਆ ਪਲੀਜ਼ ਵਾਪਸ ਰਿੰਗ ਕਰਕੇ ਤੁਸੀਂ ਦੱਸਿਓ ਕਿ ਤੁਹਾਨੂੰ ਫਰਕ ਪਿਆ ਕਿ ਨਹੀਂ ਪਿਆ, ਬੜਾ ਅੱਛਾ ਲੱਗੇਗਾ। ਡਾਕਟਰ ਸਾਹਿਬ ਇੱਕ ਹੋਰ ਆਪਾਂ ਗੱਲਾਂ ਕਰਦੇ ਹਾਂ, ਹੁਣ ਡਾਈਜੈਸਟਿਵ ਸਿਸਟਮ ਦੀਆਂ ਕੌਨਸਟੀਪੇਸ਼ਨ ਦੀਆਂ ਗੱਲਾਂ ਕਰਦੇ ਹਾਂ। ਇੱਕ ਲੋਕਾਂ ਨੂੰ ਜਿਹੜੀ ਉਹਦੇ ਨਾਲ ਗੈਸ ਵੀ ਹੋ ਜਾਂਦੀ ਹੈ ਨਾ, ਬੜੇ ਲੋਕ ਹੈਗੇ ਜਦ ਤੱਕ ਉਹਨਾਂ ਨੂੰ ਖੁੱਲ੍ਹ ਕੇ ਟਿਕਾਣਾ ਵੀ ਉਹਨਾਂ ਨੂੰ ਚੈਨ ਨਹੀਂ ਆਉਂਦੀ। ਉਹ ਕੀ ਉਹ ਫਿਰ ਉਹ ਪਤਾ ਕੀ ਕਰਦੇ ਨੇ, ਜ਼ਿਆਦਾ ਫੀਜ਼ੀ ਡਰਿੰਕ ਪੀ ਲੈਂਦੇ ਨੇ। ਹਾਂਜੀ ਹਾਂਜੀ ਡਸ ਦੈਟ ਰੀਅਲੀ ਹੈਲਪ? ਹਾਂਜੀ ਫਿਜ਼ੀ ਡਰਿੰਕਸ ਵਿੱਚ ਕਾਰਬਨ ਡਾਈਆਕਸਾਈਡ ਗੈਸ ਹੀ ਹੁੰਦਾ ਹੈ, ਤੇ ਉਹ ਉਹ ਵੀ ਤਾਂ ਗੈਸ ਹੀ ਹੈ ਨਾ। ਹੈਗਾ ਤਾਂ ਉਹ ਵੀ ਗੈਸ ਹੀ ਆ। ਹਾਂਜੀ ਦੈਟਸ ਰਾਈਟ। ਪਰ ਉਹਨਾਂ ਨੂੰ ਫਿਰ ਇੱਦਾਂ ਫੀਲਿੰਗ ਹੁੰਦਾ ਪਈ ਉਹ ਫਿਰ ਈਜ਼ੀਲੀ ਉੱਤੇ ਨੂੰ ਆ ਜਾਂਦਾ ਗੈਸ। ਉੱਤੇ ਨੂੰ ਆ ਜਾਂਦਾ। ਹਾਂਜੀ ਦੈਟਸ ਰਾਈਟ। ਤੇ ਉਹਨਾਂ ਨੂੰ ਥੋੜ੍ਹਾ ਜਿਹਾ ਰਿਲੀਫ ਮਿਲ ਜਾਂਦਾ ਹੈ। ਸੋ ਠੀਕ ਹੈ, ਜੋ ਉਹਨਾਂ ਲਈ ਕੰਮ ਕਰਦਾ ਠੀਕ ਹੈ। ਪਰ ਪ੍ਰੋਬਲਮ ਹਟਦਾ ਤਾਂ ਨਹੀਂ ਗਾ, ਉਹ ਟੈਂਪਰੇਰੀਲੀ ਉਹਨਾਂ ਨੂੰ ਰਿਲੀਫ ਮਿਲ ਜਾਂਦਾ। ਹਾਂਜੀ ਭਾਜੀ ਕੌਨਸਟੀਪੇਸ਼ਨ ਦੀ ਜਿੱਦਾਂ ਹੁਣ ਮੈਂ ਦੇਖਿਆ ਬਜ਼ੁਰਗਾਂ ਨੂੰ ਬਹੁਤ ਤਕਲੀਫ ਰਹਿੰਦੀ ਹੈ। ਜਿੱਦਾਂ ਤੁਸੀਂ ਦੱਸ ਕਰਦੇ ਹੋ, ਮੈਨੂੰ ਲੱਗਦਾ ਕਿਉਂਕਿ ਤਰ੍ਹਾਂ ਦੇ ਮੈਡੀਕੇਸ਼ਨ ਖਾਂਦੇ ਨੇ। ਹਾਂਜੀ ਪੇਨ ਕਿਲਰ ਤਾਂ ਆਮ ਹੀ ਲੈ ਲੈਂਦੇ ਨੇ, ਥੋੜੀ ਜਿਹੀ ਥਕਾਵਟ ਹੋ ਗਈ ਤਾਂ ਲੈ ਲਿਆ, ਜੇ ਨੀਂਦਰ ਨਹੀਂ ਹੈ ਤਾਂ ਲੈ ਲਿਆ। ਕਿਸੇ ਵੀ ਜਿਸਮ ਦੇ ਪਾਰਟ ਤੇ ਬਾਡੀ ਤੇ ਤੁਹਾਡੇ ਪੇਨ ਹੁੰਦੀ ਹੋਵੇ, ਕਹਿੰਦੇ ਪੈਰਾਸੀਟਾਮੋਲ ਖਾ ਲਓ, ਇਹ ਖਾ ਲਓ, ਤੇ ਉਹਦੇ ਨਾਲ ਫਰਕ ਤਾਂ ਪੈਂਦਾ। ਫਰਕ ਡੈਫੀਨਿਟਲੀ ਪੈਂਦਾ ਹੈ। ਤੇ ਜਿਹੜਾ ਕੋਕੋਡਮੋਲ ਆ, ਕੋਡਾਈਡਰਮੋਲ ਆ, ਟ੍ਰੈਮਾਡੋਲ, ਇੱਦਾਂ ਦੀਆਂ ਜਿਹੜੀਆਂ ਦਵਾਈਆਂ, ਕਈ ਮੋਰਫਿਨ ਤੇ ਵੀ ਹੈਗੇ ਹਨ, ਬਹੁਤ ਸਟਰੋਂਗ ਆ, ਤੇ ਉਹਨਾਂ ਨਾਲ ਡੈਫੀਨਿਟਲੀ ਕਨਸਟੀਪੇਸ਼ਨ ਹੁੰਦੀ ਆ। ਹਾਂਜੀ ਤੇ ਓਵਰਕਮ ਦਿਸ ਪ੍ਰੋਬਲਮ ਜਿਹਨਾਂ ਨੂੰ ਖਾਣੀ ਪੈਂਦੀ ਮੈਡੀਕੇਸ਼ਨ, ਤੇ ਡਾਈਟ ਨਾਲ ਕੰਟਰੋਲ ਕਰ ਸਕਦੇ ਉਹਨੂੰ? ਡਾਈਟ ਵਿਲ ਹੈਲਪ। ਹਾਂਜੀ ਡਾਈਟ ਵਿਲ ਹਾਂਜੀ ਡਾਈਟ ਵਿਲ ਹੈਲਪ ਇਟ। ਪਰ ਉਹਦਾ ਪ੍ਰੋਬਲਮ ਥੋੜ੍ਹਾ ਬਹੁਤਾ ਤਾਂ ਰਹਿਣਾ ਹੀ ਆ, ਕਰਕੇ ਉਹਦਾ ਇਫੈਕਟ ਆ, ਤੁਸੀਂ ਕੈਮੀਕਲ ਬੋਡੀ 'ਚ ਪਾਉਂਦੇ ਆ, ਉਹਦਾ ਇਫੈਕਟ ਤਾਂ ਪੈਣਾ ਹੀ ਆ। ਤੇ ਪਰ ਜੇ ਤੁਸੀਂ ਡਾਈਟ ਥੋੜ੍ਹਾ ਜਿਹਾ ਜ਼ਿਆਦਾ ਬੂਰਾ ਖਾਓ, ਹੈ ਨਾ, ਜ਼ਿਆਦਾ ਫਾਈਬਰ ਖਾਓ, ਜ਼ਿਆਦਾ ਫਰੂਟ ਖਾਓ ਤੇ ਸਬਜ਼ੀਆਂ, ਤੇ ਉਹ ਥੋੜ੍ਹਾ ਜਿਹਾ ਉਹਦਾ ਕਾਊਂਟਰੈਕਟ ਹੋ ਜਾਏਗਾ। ਭਾਜੀ ਇੱਕ ਹੋਰ ਗੱਲ ਹੈ, ਉਹ ਤੁਸੀਂ ਬੁਰਾ ਨਾ ਮੰਨਿਓ ਕਿਉਂਕਿ ਲੋਕ ਮੈਨੂੰ ਦੱਸਦੇ ਤਾਂ ਮੈਂ ਪੁੱਛਦਾ ਰਹਿੰਦਾ। ਕਈ ਲੋਕਾਂ ਨੂੰ ਨਾ ਟੋਇਲਟ ਇੱਕ ਦੋ ਦਿਨ ਨਹੀਂ ਆਉਂਦੀ ਹੈਗੀ। ਸੋ ਅਸੀਂ ਹਮੇਸ਼ਾ ਡਿਸਕਸ ਕਰਦੇ ਕਿ ਤੁਸੀਂ ਯੂ ਹੈਵ ਟੂ ਕਲੀਅਰ ਤੁਹਾਡਾ ਸਟਮਕ ਜੋ ਖਾਧਾ ਪੀਤਾ ਬਿਫੋਰ ਤੁਸੀਂ ਹੋਰ ਕੁਝ ਪੜ੍ਹਨੇ ਹੋ। ਪਰ ਕਈ ਲੋਕਾਂ ਦੀ ਆਦਤ ਹੈਗੀ, ਉਹ ਕਹਿੰਦੇ ਮੈਂ ਇੱਕ ਦਫਾ ਦਬਾ ਕੇ ਹੋਰ ਖਾਣਾ ਤੇ ਪ੍ਰੈਸ਼ਰ ਨਾਲ ਮੈਨੂੰ ਫਿਰ ਟੋਇਲਟ ਆ ਜਾਏਗੀ, ਐਂਡ ਇਟ ਵਰਕਿੰਗ ਫॉर them। ਇਹ ਕਿਸ ਸਟਾਈਲ ਠੀਕ ਹੈਗਾ ਖਰਾਬ ਹੈਗਾ? ਆਈ ਡੋਂਟ ਥਿੰਕ ਦੈਟਸ ਦ ਰੀਜ਼ਨ। ਹਾਂਜੀ ਵੀ ਤੁਸੀਂ ਹੋਰ ਖਾ ਲਓ ਤਾਂ ਆਏਗੀ, ਉਹ ਤਾਂ ਜਦੋਂ ਤੁਹਾਡੇ ਬਾਉਲਸ ਨੇ ਕੰਮ ਕਰਨਾ, ਉਹਦੇ ਕੰਮ ਕਰਨਾ। ਹਾਂ ਇੰਨੀ ਜਲਦੀ ਤਾਂ ਨਹੀਂ ਉੱਥੇ ਪਹੁੰਚਦਾ ਜਿਹੜਾ ਖਾਧਾ ਆ। ਨੋ ਆਈ ਡੋਨਟ ਨੋ ਹਾਊ ਸੂਨ ਹੁੰਦਾ ਹੋਏਗਾ, ਲੇਕਿਨ ਉਹਦਾ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ।
ਪ੍ਰੋਸੈਸ ਤਾਂ ਚਲੋ ਸ਼ੁਰੂ ਹੋ ਜਾਂਦਾ ਹੋਊਗਾ ਤੇ ਥੋੜਾ ਬਹੁਤ ਸਟਿਮੂਲਸ ਮਿਲ ਜਾਂਦਾ ਹੋਊਗਾ ਬਾਲਸ ਨੂੰ, ਪਰ ਨਾਰਮਲੀ 36 ਆਵਰਸ ਲੱਗ ਜਾਂਦੇ ਫਰਮ ਵਨ ਐਂਡ ਟੂ ਦੀ ਅਦਰ। ਹਾਂਜੀ, ਪਰ ਮੇਰੇ ਹਿਸਾਬ ਨਾਲ ਤੁਸੀਂ ਦੱਸੋ, ਮੈਂ ਟ੍ਰਾਈਂਗ ਟੂ ਫਿਗਰ ਆਊਟ ਕਰਦਾ, ਜਦੋਂ ਤੁਸੀਂ ਡਾਇਗਰਾਮ ਵੀ ਦਿਖਾਉਂਦੇ ਹੋ ਤੁਹਾਡੇ ਅੰਦਰ ਰੋਟੀ ਡਾਈਜੈਸਟ ਨਹੀਂ ਹੋਈ, ਸਾਰਾ ਕੁਝ ਐਸਿਡ ਬਣ ਰਿਹਾ, ਸਾਰਾ ਕੁਝ ਬਣ ਰਿਹਾ, ਤੁਸੀਂ ਹੋਰ ਖਾਣਾ ਪਾਉਂਦੇ ਤੇ ਉਹ ਤਾਂ ਡੈਮੇਜ ਹੀ ਕਰੇਗਾ ਇੱਕ ਤਰ੍ਹਾਂ ਦਾ। ਹਾਂ, ਜਦੋਂ ਤੁਹਾਡਾ ਕਿਉਂਕਿ ਤੁਸੀਂ ਡਾਈਜੈਸ਼ਨ, ਐਕਸਟਰਾ ਵਰਕ ਕਰਾ ਰਹੇ ਹੋ ਉਹਦੇ ਕੋਲ। ਹਾਂ, ਜਦੋਂ ਤੁਹਾਡਾ ਡਾਈਜੈਸ਼ਨ ਆਲਰੇਡੀ ਚੱਲ ਰਿਹਾ, ਤੁਸੀਂ ਉਹ ਵਿੱਚ ਹੋਰ ਫੂਡ ਪਾ ਦਿਓ, ਉਹ ਤਾਂ ਪ੍ਰੋਸੈਸ ਜਿਹੜਾ ਖਰਾਬ ਹੋ ਜਾਂਦਾ ਹੈ। ਬਿਲਕੁਲ ਬਿਲਕੁਲ, ਦੈਟਸ ਰਾਈਟ। ਸੋ ਉਹ ਤਾਂ ਉਹਦੇ ਨਾਲ ਤੁਹਾਡਾ ਹਾਜ਼ਮਾ ਜ਼ਿਆਦਾ ਖਰਾਬ ਹੁੰਦਾ ਇੱਦਾਂ। ਜੇ ਤੁਸੀਂ ਆਲਰੇਡੀ ਤੁਸੀਂ ਅੱਧਾ ਘੰਟਾ ਹੋ ਤੇ ਤੁਹਾਨੂੰ ਮੀਲ ਖਾਧੇ ਨੂੰ ਤੇ ਤੁਹਾਡਾ ਪ੍ਰੋਸੈਸ ਸਾਰਾ ਚੱਲ ਰਿਹਾ ਤੇ ਫਿਰ ਤੁਸੀਂ ਉੱਤੇ ਦੀ ਹੋਰ ਖਾ ਲਓ ਐਕਸਟਰਾ, ਉਹ ਤਾਂ ਫਿਰ ਪ੍ਰੋਸੈਸ ਖਰਾਬ ਹੋ ਗਿਆ ਸਾਰਾ। ਹਾਂਜੀ, ਦੇਖੋ ਤਾਈ ਮੈਂ ਕਹਿੰਦਾ ਸ਼ੋਅ ਮੈਂ ਬਾਰ-ਬਾਰ ਕਹਿੰਦਾ ਪਲੀਜ਼ ਸ਼ੋਅ ਦੇਖਿਆ ਕਰੋ। ਅੱਧੇ ਤੁਸੀਂ ਘਰ ਬੈਠ ਕੇ ਤੁਹਾਨੂੰ ਆਪਣਾ ਪਤਾ ਲੱਗ ਜਾਏਗਾ ਕਿ ਕੀ ਤੁਹਾਨੂੰ ਪ੍ਰੋਬਲਮ ਹੈਗੀ। ਡਾਕਟਰ ਜੀ ਆਪਾਂ ਇੱਕ ਹੋਰ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸੋਗੇ? ਕੌਣ ਬੋਲਦੇ? ਡਾਕਟਰ ਰਾਜ ਬੋਲ ਰਿਹਾ। ਨਹੀਂ, ਪਹਿਲਾਂ ਮੈਂ ਬੋਲਦਾ, ਤੁਸੀਂ ਡਾਕਟਰ, ਤੁਸੀਂ ਕੌਣ ਬੋਲਦੇ ਹੋ ਜੀ? ਮੈਂ ਬਲਵੰਤ ਸਿੰਘ ਬੋਲਦਾ ਸੁੰਡਰਕੋਟ ਫੀਲਡ ਤੋਂ। ਬਹੁਤ ਅੱਛਾ ਬਲਵੰਤ ਸਿੰਘ ਜੀ, ਹੁਣ ਤੁਸੀਂ ਗੱਲ ਕਰੋ। ਮੈਂ ਥੋੜੀ ਜਿਹੀ ਮੇਰੇ ਕੰਨਾਂ ਦੀ ਆਵਾਜ਼ ਜਿਹੜੀ ਆ ਮੈਂ ਫੋਨ ਕਰ ਦਿਆਂ ਕਿ ਨਹੀਂ ਡਾਕਟਰ ਜੀ ਸੁਣਦੇ ਆ, ਬੋਲੋ, ਤੁਸੀਂ ਸੁਣੋ, ਪੁੱਛੋ। ਡਾਕਟਰ ਸੁਣਦੇ ਆ? ਹਾਂਜੀ ਬੋਲੋ ਮੇਰੀ ਤੁਸੀਂ। ਏਜ ਜਿਹੜੀ ਆ 90 ਤੇ ਉੱਤੇ ਆ। ਹਾਂਜੀ, ਮੈਂ ਕੁਝ ਦਿਨਾਂ ਤੋਂ ਏਦਾਂ ਘਰ ਬੈਠਾ ਸਾਂ ਤਾਂ ਕੁਝ ਮੈਨੂੰ ਚੁਣੀ ਜੇ ਆਈ ਤਾਂ ਆ ਕੇ ਮੇਰੇ ਜਿੱਦਾਂ ਬੋਡੀ ਆ ਨਾ ਸਟਿਫ ਜਿਹੀ ਹੋ ਗਈ। ਕੋ ਮੋਸਟਲੀ ਮੈਂ ਐਕਸਰਸਾਈਜ਼ ਕਾਫੀ ਸਾਲਾਂ ਤੋਂ ਦੌੜਦਾ ਵੀ ਰਿਹਾ, ਕਰਦਾ ਵੀ ਰਿਹਾ, ਅਜੇ ਵੀ ਕਰੀ ਜਾਂਦਾ ਜੋ ਕੁਝ ਮੈਂ ਬਚਪਨ ਤੋਂ ਕਰਦਾ ਆਇਆ। ਹੁਣ 90 ਤੇ ਮੇਰੀ ਉੱਤੇ ਉਹ ਹੈਗੀ ਆ। ਇਹ ਮੇਰੇ ਕਦੀ ਮੋਰ ਮਾੜੇ ਦਿਖਦੇ ਆ, ਕਦੀ ਜਿਹੜੇ ਗਿੱਟੇ ਆ ਉਹ ਕਿਸੇ ਵੇਲੇ ਲੱਗ ਪੈਂਦੇ ਆ। ਮੋਸਟਲੀ ਤਾਂ ਬੈਕ ਦੁਖਦੀ ਆ ਜਾਂ ਆ ਹੁੰਦਾ ਮੋਢੇ ਆ, ਜਿੱਦਾਂ ਕਰੰਟ ਜਿਹੀ ਆਉਂਦੀ ਆ ਬੋਡੀ 'ਚ। ਅੱਛਾ ਜੀ, ਹਾਂਜੀ। ਹੁਣ ਮੈਂ ਤੁਹਾਨੂੰ ਚੰਗੀ ਤਰ੍ਹਾਂ ਮੈਂ ਚਾਹੁੰਦਾ ਸਾਂ ਕਿ ਮੈਂ ਮੇਰੇ ਕੋਲ ਕੋਈ ਟਰਾਂਸਪੋਰਟ ਨਹੀਂ ਹੈਗੀ ਤੁਹਾਨੂੰ ਮਿਲਣ ਲਈ। ਹਾਂਜੀ, ਚਲੋ ਕੋਈ ਨਹੀਂ, ਤੁਸੀਂ ਏਦਾਂ ਕਰਿਓ, ਫੋਨ ਕਰ ਲਿਓ, ਫੋਨ ਤੇ ਆਪਾਂ ਗੱਲ ਕਰ ਲਵਾਂਗੇ ਸਾਰੀ। ਮਤਲਬ ਕਾਲ ਡ੍ਰੌਪ ਹੋ ਗਿਆ। ਬਲਵੰਤ ਜੀ ਤੁਸੀਂ ਨਾ ਜਿਹੜਾ ਸਾਡੇ ਕਾਲ ਸੈਂਟਰ ਨੂੰ ਫੋਨ ਕੀਤਾ ਸੀ, ਉੱਥੋਂ ਨੰਬਰ ਲੈ ਕੇ ਡਾਕਟਰ ਜੀ ਨਾਲ ਗੱਲ ਕਰ ਲਓ। ਤੁਸੀਂ ਖੁੱਲ੍ਹ ਕੇ ਗੱਲ ਕਰੋ, ਫਿਰ ਤੁਹਾਨੂੰ ਡਾਇਗਨੋਸ ਕਰਕੇ ਕੁਛ ਨਾ ਕੁਛ ਤੁਹਾਨੂੰ ਇਲਾਜ ਦੱਸਣਗੇ। ਬਾਕੀ ਤੁਹਾਨੂੰ ਰੱਬ ਨੇ ਸਿਹਤ ਬਖਸ਼ੀ ਹੈ, ਕਹਿੰਦੇ 90 ਸਾਲ ਤੋਂ ਉੱਪਰ ਹੈਗੀ ਉਮਰ, 90 ਤੋਂ ਉੱਤੇ ਬਹੁਤ ਅੱਛੀ ਗੱਲ ਹੈ। ਪਰ ਜੀ ਤੁਹਾਡੀ ਆਵਾਜ਼ ਵੀ ਬੜੀ ਦਮ ਹੈ, ਆਵਾਜ਼ ਦੇ ਵਿੱਚ ਬੜੀ ਬਰਕਰਾਰ ਹੈਗੇ ਹੋ ਤੁਸੀਂ। ਰੱਬ ਇੱਦਾਂ ਤੁਹਾਨੂੰ ਰੱਖੇ ਤੇ ਤੁਸੀਂ ਫੋਨ ਜ਼ਰੂਰ ਕਰਕੇ ਜੋ ਵੀ ਡਾਕਟਰ ਦੇ ਕੋਲ ਇਲਾਜ ਹੋਏਗਾ ਤੁਹਾਨੂੰ ਰਿਕਮੈਂਡ ਕਰਨਗੇ, ਕੰਸਲਟੇਸ਼ਨ ਕਰਕੇ ਪਲੀਜ਼ ਕਾਲ ਕਰ ਲਿਓ। ਥੈਂਕ ਯੂ ਤੁਹਾਡੀ ਕਾਲ ਕਰਨ ਦਾ ਜੀ, ਥੈਂਕ ਯੂ। ਹਾਂਜੀ ਹਾਂਜੀ, ਸੋ ਆਪਾਂ ਇੰਟੈਸਟੀਨਲ ਡਿਜ਼ੀਜ਼ ਬਾਰੇ ਕਰ ਰਹੇ ਸੀ ਗੱਲ, ਤੇ ਬਾਕੀ ਹੋਰ ਖਾਸ ਹੁੰਦੀ ਜਿਹੜੀ ਕ੍ਰੋਨਸ ਡਿਜ਼ੀਜ਼ ਜਾਂ ਅਲਸਰੇਟਿਵ ਕੋਲਾਈਟਿਸ। ਸੋ ਇਹ ਹੁੰਦੀਆਂ ਇੱਕੋ ਜਿਹੀਆਂ ਬਿਮਾਰੀਆਂ। ਕ੍ਰੋਨਸ ਡਿਜ਼ੀਜ਼ ਹੁੰਦੀ ਜਿਹੜੀ ਸਮੋਲ ਇੰਟੈਸਟਾਈਨ ਨੇ ਉਹਦੇ ਜ਼ਿਆਦਾ ਹੁੰਦੀ ਹੈ, ਤੇ ਅਲਸਰੇਟਿਵ ਕੋਲਾਈਟਿਸ ਕੋਲੋਨ ਵਿੱਚ ਹੁੰਦੀ ਹੈ। ਤੇ ਇਹਦੀ ਨਿਸ਼ਾਨੀਆਂ ਹੁੰਦੀਆਂ ਪਈ ਉੱਥੇ ਇੰਟੈਸਟਾਈਨ ਦੇ ਵਿੱਚ ਅਲਸਰ ਹੋ ਜਾਂਦੇ ਆ ਤੇ ਉੱਥੇ ਫਿਰ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ। ਹਾਂਜੀ, ਸੋ ਬਲੀਡਿੰਗ ਤੇ ਮਿਊਕਸ ਜੈਲੀ ਜਿਹੀ ਵਰਗੀ ਵੀ ਨਿਕਲਦੀ ਆ, ਤੇ ਪੇਨ ਵੀ ਹੁੰਦਾ ਹੈ, ਤੇ ਕ੍ਰੈਂਪਸ ਹੋ ਸਕਦੇ ਆ, ਤੇ ਗੈਸ ਵੀ ਬਣ ਸਕਦਾ ਹੈ। ਤੇ ਇਹ ਵੀ ਕਈ ਕਹਿੰਦੇ ਪਏ ਇਹਦਾ ਰੀਜ਼ਨ ਨਹੀਂ ਪਤਾ ਹੈਗਾ ਕੀ ਗੱਲ ਆ, ਤੇ ਜ਼ਿਆਦਾ ਇਹ ਗਿਣੀ ਜਾਂਦੀ ਆਟੋ ਇਮਿਊਨ ਡਿਜ਼ੀਜ਼। ਤੇ ਜਿਹੜਾ ਤੁਹਾਡਾ ਇਮਿਊਨ ਸਿਸਟਮ ਆ ਉਹ ਖੁਦ ਆਪਣੇ ਆਪ ਨੂੰ ਬੋਡੀ ਨੂੰ ਅਟੈਕ ਕਰ ਰਿਹਾ, ਤੇ ਇਸ ਲਈ ਉਹ ਤੁਹਾਨੂੰ ਸਟੈਰੋਇਡਸ ਜ਼ਿਆਦਾ ਦਿੰਦੇ ਆ ਟ੍ਰੀਟਮੈਂਟ ਲਈ, ਤੇ ਉਹ ਕੋਰਸ ਕਰਾ ਦਿੰਦੇ ਸਟੈਰੋਇਡਸ ਦਾ, ਫਿਰ ਕੰਟਰੋਲ 'ਚ ਆ ਜਾਂਦੀ ਬਿਮਾਰੀ। ਤੇ ਹੁਣ ਅੱਜ ਕੱਲ੍ਹ ਕੁਛ ਜ਼ਿਆਦਾ ਸਟਰੋਂਗ ਏਜੰਟਸ ਜਾਂ ਬਾਇਓਲੋਜੀਕਲ ਏਜੰਟਸ ਉਹ ਵੀ ਵਰਤਦੇ ਆ ਜੇ ਜ਼ਿਆਦਾ ਸੀਰੀਅਸ ਹੋਵੇ ਕੇਸ। ਤੇ ਪਰ ਇਹ ਵੀ ਕੁਛ ਡਾਇਟ ਦਾ ਫੈਕਟਰ ਵੀ ਹੁੰਦਾ ਆ, ਤੇ ਜ਼ਿਆਦਾ ਸਟ੍ਰੈਸ ਦਾ ਫੈਕਟਰ ਹੁੰਦਾ ਵਿੱਚ ਇਹਦੇ। ਤੇ ਤੁਹਾਨੂੰ ਪਤਾ ਸਾਡੇ ਘਰਾਂ ਵਿੱਚ ਕੋਈ ਨਾ ਕੋਈ ਪ੍ਰੋਬਲਮ ਪੈਂਦੇ ਰਹਿੰਦੇ ਆ, ਹਰੇਕ ਹੀ ਜਿਹਨੂੰ ਵੀ ਗੱਲ ਕਰੀਏ ਮੇਰੇ ਘਰ ਵਿੱਚ ਇਹ ਪ੍ਰੋਬਲਮ ਆ, ਹਾਂਜੀ ਮੇਰਾ ਪੁੱਤ ਨਾਲ ਪ੍ਰੋਬਲਮ ਆ, ਜਾਂ ਪੇ ਨਾਲ ਪ੍ਰੋਬਲਮ, ਕੁਛ ਨਾ ਕੁਛ ਇੱਦਾਂ ਦੇ ਚੱਲਦੇ ਰਹਿੰਦੇ ਘਰਾਂ 'ਚ। ਤੇ ਉਹ ਸਟ੍ਰੈਸ ਦੇ ਨਾਲ ਹੈ ਨਾ ਅਸਰ ਸਰੀਰ 'ਤੇ ਪੈਂਦਾ ਜ਼ਰੂਰ। ਤੇ ਇੱਦਾਂ ਦੀਆਂ ਬਿਮਾਰੀਆਂ ਜਿਹੜੀਆਂ ਅਸੀਂ ਦੇਖੀਆਂ ਵੀ ਬਹੁਤ ਲੋਕਾਂ ਦੇ ਉਹਨਾਂ ਦੇ ਇਹ ਬਿਮਾਰੀ ਹੁੰਦੀਆਂ ਜਿਨ੍ਹਾਂ ਨੂੰ ਇੱਦਾਂ ਦਾ ਫੈਮਿਲੀ ਸਟ੍ਰੈਸ ਹੋਵੇ ਜਾਂ ਕੋਈ ਜੋਬ ਸਟ੍ਰੈਸ ਹੋਵੇ। ਤੇ ਕਈ ਲੋਕ ਬਹੁਤ ਹੀ ਸਟ੍ਰੈਸਫੁਲ ਹਾਈ ਪਾਵਰਡ ਜੋਬਸ ਕਰਦੇ ਆ, ਤੇ ਉਹਨਾਂ ਨੂੰ ਵੀ ਖਾਸ ਕਰਕੇ ਇਹ ਇੱਦਾਂ ਦੇ ਪਰ ਡਾਈਟ ਨਾਲੋਂ ਸਟ੍ਰੈਸ ਮਤਲਬ ਜ਼ਿਆਦਾ ਹਾਰਮਫੁਲ ਹੈਗੀ। ਹਾਂਜੀ, ਡਾਈਟ ਨਾਲੋਂ ਸਟ੍ਰੈਸ ਜ਼ਿਆਦਾ ਸਟ੍ਰੈਸ ਜ਼ਿਆਦਾ ਹਾਰਮਫੁਲ ਭਾਜੀ, ਜ਼ਿਆਦਾ ਹਾਰਮਫੁਲ। ਆਪਾਂ ਜਰਾ ਕਾਲ ਲੈਂਦੇ ਆਪਾਂ ਗੱਲ ਜਾਰੀ ਰੱਖਾਂਗੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ
ਅਕਾਲ ਜੀ। ਹਾਂਜੀ ਸਰ ਜੀ, ਆਪਣਾ ਨਾਮ ਦੱਸੋ ਕਿ ਕੌਣ ਬੋਲਦੇ ਹੋ ਜੀ? ਮੇਰਾ ਜੋਗਿੰਦਰ ਸਿੰਘ ਜੀ। ਜੋਗਿੰਦਰ ਸਿੰਘ, ਤੁਹਾਡਾ ਸਵਾਗਤ। ਹੁਣ ਤੁਸੀਂ ਗੱਲ ਕਰੋ, ਸਿੱਧੇ ਡਾਕਟਰ ਜੀ ਸੁਣਦੇ ਨੇ, ਤੁਹਾਨੂੰ ਜਵਾਬ ਦੇਣਗੇ। ਪੁੱਛ ਲਓ ਕੀ ਪੁੱਛਣਾ ਚਾਹੁੰਦੇ ਹੋ। ਹਾਂਜੀ, ਮੈਨੂੰ ਥੋੜਾ ਜਿਹਾ ਪਿਸ਼ਾਬ ਦੀ ਪ੍ਰੋਬਲਮ ਆ। ਹਾਂਜੀ, ਪਿਸ਼ਾਬ ਬਹੁਤ ਥੋੜਾ ਆਉਂਦਾ ਬਹੁਤ ਛੇਤੀ 15-20 ਮਿੰਟ ਹੀ, ਅੱਧੇ ਘੰਟੇ ਤੋਂ ਪਹਿਲਾਂ ਕਈ ਵਾਰੀ ਆ ਜਾਂਦਾ। ਹਾਂਜੀ, ਤੁਸੀਂ ਕੋਈ ਦਵਾਈ ਲਈ ਆਪਣੇ ਫੈਮਿਲੀ ਡਾਕਟਰ ਤੋਂ ਜੀ? ਨਹੀਂ, ਮੈਂ ਦਵਾਈ ਤਾਂ ਅੱਗੇ ਲਈ ਸੀ, ਪਰ ਉਹ ਦਿੱਤੀਆਂ ਗੋਲੀਆਂ, ਉਹਨਾਂ ਫਿਰ ਉਦੋਂ ਵੀ ਜ਼ਿਆਦਾ ਆਉਂਦਾ। ਹਾਂ, ਫਿਰ ਉਹ ਦਵਾਈ ਕੰਮ ਨਹੀਂ ਕੀਤੀ। ਸੋ ਮੇਰੇ ਖਿਆਲ ਤੁਹਾਨੂੰ ਪ੍ਰੋਸਟੇਟ ਦਾ ਪ੍ਰੋਬਲਮ ਆ। ਹਾਂਜੀ, ਪ੍ਰੋਸਟੇਟ ਗਲੈਂਡ ਹੁੰਦਾ ਨਾ ਬਲੈਡਰ ਦੇ ਦੁਆਲੇ, ਹਾਂਜੀ, ਤੇ ਉਹ ਐਨਲਾਰਜਮੈਂਟ ਹੋ ਜਾਂਦਾ, ਵੱਧ ਜਾਂਦਾ ਆ। ਉਹ ਫਿਰ ਉਹਦੀ ਕੀ ਇਲਾਜ ਆ? ਹਾਂਜੀ, ਇਲਾਜ ਉਹਦਾ ਜਾਂ ਤਾਂ ਤੁਹਾਨੂੰ ਤੁਹਾਡਾ ਜੀਪੀ ਕੋਈ ਦਵਾਈ ਦੇ ਸਕਦਾ ਆ ਉਹ ਸ਼ਰਿੰਕ ਕਰਨ ਲਈ, ਤੇ ਹਾਂਜੀ, ਜਾਂ ਤੁਸੀਂ ਜੀਪੀ ਤੋਂ ਦਵਾਈ ਲਓ, ਜਾਂ ਫਿਰ ਅਸੀਂ ਹੋਮਿਓਪੈਥੀ ਦਵਾਈ ਦਿੰਦੇ ਆ ਵੀ ਉਹਨੂੰ ਪ੍ਰੋਸਟੇਟ ਗਲੈਂਡ ਨੂੰ ਸ਼ਰਿੰਕ ਕਰਨ ਲਈ। ਤੇ ਕਿਉਂਕਿ ਉਹ ਪ੍ਰੋਸਟੇਟ ਗਲੈਂਡ ਪ੍ਰੈਸ਼ਰ ਪਾਉਂਦਾ ਬਲੈਡਰ ਤੇ ਫਿਰ ਵਾਰ-ਵਾਰ ਪਿਸ਼ਾਬ ਆਉਂਦਾ ਰਹਿੰਦਾ। ਫਿਰ ਡਾਕਟਰ ਨੂੰ ਮਿਲਣਾ ਪਊ? ਹਾਂਜੀ, ਦੈਟਸ ਰਾਈਟ। ਜਾਂ ਤੁਸੀਂ ਡਾਕਟਰ ਨੂੰ ਰਿੰਗ ਕਰ ਲਓ, ਜਾਂ ਆਪਣੇ ਡਾਕਟਰ ਰਾਜ ਨੂੰ ਰਿੰਗ ਕਰ ਲਿਓ। ਮੰਡੇ, ਵੈਨਸਡੇ, ਫਰਾਈਡੇ 10 ਤੋਂ 11 ਤੁਹਾਨੂੰ ਨੰਬਰ ਮਿਲਿਆ ਹੋਣਾ ਸਾਡੇ ਹੈੱਡ ਆਫਿਸ ਕੋਲ, ਕਾਲ ਸੈਂਟਰ ਤੋਂ। ਡਾਕਟਰ ਨਾਲ ਵੀ ਗੱਲ ਕਰੋ, ਡਾਕਟਰ ਰਾਜ ਨਾਲ ਗੱਲ ਕਰੋ, ਜਿੱਥੇ ਤੁਹਾਨੂੰ ਕੁਝ ਲੋਡ ਲੱਗਦਾ, ਜਿੱਦਾਂ ਤੁਹਾਨੂੰ ਉੱਚਾ ਲੱਗਦਾ ਹੈ। ਅਗਰ ਤੁਹਾਨੂੰ ਜੀਪੀ ਦੇ ਨਾਲ ਨਹੀਂ ਕੁਝ ਫਰਕ ਪਿਆ ਤੇ ਮੇਬੀ ਹੋਮਿਓਪੈਥੀ ਨਾਲ ਫਰਕ ਪੈ ਸਕਦਾ। ਤੁਸੀਂ ਕਾਲ ਕਰਕੇ ਡਾਕਟਰ ਨਾਲ ਗੱਲ ਕਰਿਓ। ਉਮੀਦ ਰੱਖਦੇ ਹਾਂ ਕਿ ਤੁਸੀਂ ਕਾਲ ਕਰੋਗੇ ਤੇ ਕੁਝ ਨਾ ਕੁਝ ਉਹਦਾ ਤੁਹਾਨੂੰ ਡਾਕਟਰ ਜੀ ਇਲਾਜ ਦੱਸਣਗੇ। ਜੀ ਡਾਕਟਰ ਜੀ। ਹਾਂਜੀ, ਸੋ ਆਪਾਂ ਕਹਿ ਰਹੇ ਸੀ ਸਟ੍ਰੈਸ ਦੀ ਗੱਲ ਕਰਦੇ। ਸਟ੍ਰੈਸ, ਦੈਟਸ ਰਾਈਟ। ਸੋ ਇੱਦਾਂ ਦੀਆਂ ਬਿਮਾਰੀਆਂ 'ਤੇ ਬਹੁਤ ਅਸਰ ਹੁੰਦਾ ਸਟ੍ਰੈਸ ਦਾ, ਤੇ ਇਹ ਅਲਸਰੇਟਿਵ ਕੋਲਾਈਟਿਸ ਜਿਹੜੀ ਕਾਫੀ ਸੀਰੀਅਸ ਬਿਮਾਰੀ ਹੋ ਸਕਦੀ ਹੈ ਇਹ, ਕਿਉਂਕਿ ਫਿਰ ਖੂਨ ਜਾਣ ਲੱਗ ਪੈਂਦਾ ਹੈ, ਤੇ ਜਦੋਂ ਬਲੱਡ ਲਾਸ ਹੁੰਦਾ ਰਹਿੰਦਾ ਫਿਰ ਕਮਜ਼ੋਰੀ ਪੈ ਜਾਂਦੀ ਆ, ਤੇ ਇੱਦਾਂ ਹੈਗਾ ਭਈ ਸਾਰੀ ਸਿਹਤ 'ਤੇ ਅਸਰ ਹੁੰਦਾ ਹੈ ਜਦੋਂ ਹੈ ਨਾ ਤੁਹਾਡਾ ਖੂਨ ਜਾਈ ਜਾਵੇ, ਤੇ ਭਾਰ ਵੀ ਘਟ ਜਾਂਦਾ, ਕਿਉਂਕਿ ਫਿਰ ਖੁਰਾਕ ਜਿਹੜੀ ਉਹ ਹਜਮ ਨਹੀਂ ਹੁੰਦੀ ਪੂਰੀ। ਸੋ ਇਹ ਕਾਫੀ ਸੀਰੀਅਸ ਕੰਡੀਸ਼ਨ ਹੋ ਜਾਂਦੀ ਆ, ਤੇ ਇਸ ਕਰਕੇ ਫਿਰ ਕਈ ਲੋਕੀ ਤਾਂ ਹਸਪੀਟਲ ਪਹੁੰਚ ਜਾਂਦੇ, ਉਹਨਾਂ ਨੂੰ ਫਿਰ ਉੱਥੇ ਕਈ ਹਫ਼ਤੇ ਰੱਖਦੇ ਆ ਜਦ ਤੱਕ ਉਹਨਾਂ ਦਾ ਇਹ ਸਾਰਾ ਕੰਟਰੋਲ ਨਹੀਂ ਹੁੰਦਾ। ਡਾਕਟਰ, ਇੱਕ ਨਾ ਜਦੋਂ ਤੁਹਾਨੂੰ ਪਤਾ ਕਾਰ ਹੁੰਦੀ, ਤੁਸੀਂ ਸਰਵਿਸ ਕਰਾਉਂਦੇ ਹੋ, ਸਾਰਾ ਕੁਝ ਇੰਜਨ ਆਇਲ ਕੱਢ ਕੇ ਨਵਾਂ ਕੁਝ ਪਾਉਂਦੇ ਹੋ, ਤੇ ਇੱਕ ਬੋਡੀ ਦਾ ਕੋਈ ਹੋ ਸਕਦਾ, ਤੁਸੀਂ ਕਿੱਦਾਂ ਡੀਟੌਕਸ ਕਰ ਸਕਦੇ ਹੋ ਇਹਨੂੰ? ਇੱਕ ਡੀਟੌਕਸ ਕਿੱਦਾਂ ਕਰ ਸਕਦੇ? ਇੱਕ ਤੁਹਾਨੂੰ ਮੈਨੂੰ ਦੱਸੋ, ਇਜ਼ ਇਟ ਅ ਗੁੱਡ ਆਈਡੀਆ ਕਿ ਕਦੇ ਨਾ ਕਦੇ ਬੋਡੀ ਨੂੰ ਥੋੜਾ ਆਰਾਮ ਦੇਣਾ ਚਾਹੀਦਾ ਖਾਣ ਪੀਣ ਤੋਂ? ਹਾਂ, ਦੇਣਾ ਚਾਹੀਦਾ ਹੈ, ਦੈਟਸ ਰਾਈਟ। ਸੋ ਅੱਜ ਕੱਲ੍ਹ ਤਾਂ ਇੱਕ ਫੈਸ਼ਨ ਜੀ ਚੱਲਿਆ, ਇੰਟਰਮਿਟੈਂਟ ਫਾਸਟਿੰਗ ਕਹਿੰਦੇ ਆ। ਹਾਂਜੀ, ਸੋ ਤੁਸੀਂ 16 ਘੰਟੇ ਬਾਅਦ ਖਾਣਾ ਆ, ਹਾਂਜੀ, ਤੇ ਜਾਂ ਇੱਕ ਦਿਨ ਛੱਡ ਕੇ ਖਾਣਾ ਆ। ਸੋ ਉਹ ਸਾਰੀਆਂ ਇਹੀ ਚੀਜ਼ਾਂ ਆ, ਤੇ ਕਈ ਧਰਮਾਂ 'ਚ ਵੀ ਹੈਗਾ ਇੱਦਾਂ ਭਈ ਵਰਤ ਰੱਖਣਾ, ਤੇ ਉਹ ਸਿਸਟਮ ਇਹਦਾ ਮਤਲਬ ਇਹੀ ਹੁੰਦਾ ਵੀ ਡਾਈਜੈਸਟਿਵ ਸਿਸਟਮ ਨੂੰ ਰੈਸਟ ਦੇਣੀ। ਹਾਂਜੀ, ਕਿਉਂ ਜੇ ਆਪਾਂ ਸੋਚੀਏ ਸਾਡਾ ਡਾਈਜੈਸਟਿਵ ਸਿਸਟਮ ਜਿਹੜਾ 24 ਘੰਟੇ ਚੱਲਦਾ ਹੀ ਰਹਿੰਦਾ ਹੈ। ਹਾਂਜੀ, ਕਿਉਂਕਿ ਆਪਾਂ 3 ਵੇਲੇ 4 ਵੇਲੇ ਖਾਂਦੇ ਆ, ਬਿਲਕੁਲ, ਤੇ ਉਹ ਹਮੇਸ਼ਾ ਕੁਝ ਨਾ ਕੁਝ ਡਾਈਜੈਸਟਿਵ ਸਿਸਟਮ ਕੰਮ ਕਰਦਾ ਹੀ ਰਹਿੰਦਾ ਹੈ। ਠੀਕ ਹੈ, ਸੋ ਉਹਨੂੰ ਰੈਸਟ ਵੀ ਦੇਣੀ ਚਾਹੀਦੀ ਹੈ ਕਿਸੇ ਵੇਲੇ, ਤੇ ਉਹਦੇ ਨਾਲ ਫਿਰ ਤੁਹਾਡਾ ਡੀਟੌਕਸ ਵੀ ਹੋ ਸਕਦਾ ਹੈ। ਇੱਕ ਗੱਲ ਹੋ ਰਹੀ ਹੈ, ਜਦੋਂ ਤੁਹਾਨੂੰ ਕਹਿੰਦੇ ਹੁੰਦੇ ਨੇ ਮੈਡੀਕੇਸ਼ਨ ਪ੍ਰਿਸਕ੍ਰਾਈਬ ਕੀਤੀ ਹੈ ਡਾਕਟਰ ਨੇ ਕਿ ਤੁਸੀਂ ਖਾਣੇ ਨਾਲ ਖਾਣੀ ਹੈ, ਤਾਂ ਪਲੀਜ਼ ਇੱਦਾਂ ਦੀ ਚੀਜ਼ਾਂ ਦਾ ਖਿਆਲ ਰੱਖਿਓ। ਜਦ ਮੈਂ ਪਹਿਲਾਂ ਵੀ ਸ਼ੋਅ ਦੀ ਸ਼ੁਰੂਆਤ 'ਚ ਕਿਹਾ ਸੀਗਾ, ਇਹ ਜਨਰਲ ਗੱਲਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੈਗੀ। ਅਗਰ ਕੋਈ ਸੀਰੀਅਸ ਬਿਮਾਰੀ ਹੈਗੀ, ਤੁਸੀਂ ਮੈਡੀਕੇਸ਼ਨ ਤੁਸੀਂ ਖੁਰਾਕ ਦਾ ਨਾਲ ਲੈਣੀ ਹੋ, ਫਿਰ ਖੁਰਾਕ ਛੱਡਣੀ ਮੈਨੂੰ ਲੱਗਦਾ ਸਹੀ ਨਹੀਂ ਹੋਏਗੀ। ਹਾਂਜੀ, ਨਾਲ ਕੁਛ ਨਾ ਕੁਛ ਤਾਂ ਖਾਣਾ ਪਏਗਾ, ਦਵਾਈ ਖਾਣੀ ਹੋਵੇਗੀ। ਜੇ ਦੱਸਿਆ ਪਈ ਦਵਾਈ ਖਾਣੇ ਦੇ ਨਾਲ ਹੀ ਲੈਣੀ ਆ, ਤਾਂ ਕੁਛ ਨਾ ਕੁਛ ਤਾਂ ਨਾਲ ਲੈਣਾ ਪਏਗਾ। ਪਰ ਇੱਦਾਂ ਵੀ ਤੁਸੀਂ ਜ਼ਰੂਰੀ ਨਹੀਂ ਹੈ ਵੀ ਸਭ ਕੁਛ ਛੱਡ ਦੇਣਾ। ਬਿਲਕੁਲ, ਤੁਸੀਂ ਫਰੂਟ ਫਾਸਟ ਵੀ ਕਰ ਸਕਦੇ ਆ। ਹਾਂਜੀ, ਸੋ ਕੁਛ ਟਾਈਮ ਤੁਸੀਂ ਸਿਰਫ ਫਰੂਟ ਖਾਣਾ ਆ। ਹਾਂਜੀ, ਤੇ ਦੈਟਸ ਅ ਵੈਰੀ ਗੁੱਡ ਵੇ ਆਫ ਕਲੀਨਜ਼ਿੰਗ ਯੂਰ ਬੋਡੀ ਚੰਗੀ ਤਰ੍ਹਾਂ ਕਲੀਨ ਕਰ ਸਕਦੇ। ਹਾਂ, ਬਹੁਤ ਵਧੀਆ ਡੀਟੌਕਸ ਹੁੰਦਾ ਸਿਰਫ ਫਰੂਟ ਖਾਣ ਦੇ ਨਾਲ। ਹਾਂਜੀ, ਕਿਉਂਕਿ ਫਰੂਟ ਜਿਹੜਾ ਉਹ ਤੁਹਾਡਾ ਬੋਡੀ ਈਜ਼ੀਲੀ ਹਜਮ ਕਰ ਜਾਂਦੀ ਹੈ, ਤੇ ਉਹਦੇ ਨਾਲ ਫਰੂਟ ਦੇ ਨਾਲ ਜਿਹੜਾ ਪਲਪ ਹੁੰਦਾ, ਫਾਈਬਰ ਹੁੰਦਾ ਹੈ, ਉਹ ਜਿਹੜੇ ਟੌਕਸਿਨਸ ਹੁੰਦੇ ਉਹਨਾਂ ਨੂੰ ਖਿੱਚ ਕੇ ਲੈ ਜਾਂਦਾ ਬਾਹਰ। ਯੂ ਕੈਨ ਡੀਟੌਕਸ ਯੂ ਵੈਰੀ ਵੈਲ। ਤੇ ਤੁਸੀਂ ਸਿਰਫ ਜੇ ਟਰਾਈ ਕਰਨਾ ਚਾਹੁੰਦੇ ਸਿਰਫ ਇੱਕ ਦਿਨ ਲਈ ਟਰਾਈ ਕਰਕੇ ਦੇਖ ਲਓ ਪਹਿਲਾਂ। ਹਾਂਜੀ ਡਾਕਟਰ, ਬਾਕੀ ਤੁਸੀਂ ਫਰੂਟ ਕਿਹਾ, ਜਾਂ ਤੁਸੀਂ ਲਾਈਟ ਫੂਡ ਖਾਣਾ ਸ਼ੁਰੂ ਕਰੋ। ਇੱਕ ਵੀਕ ਤੁਸੀਂ ਜਾਂ 1-2-4 ਦਿਨ ਮਸਾਲੇ ਬੰਦ ਕਰਕੇ ਦੇਖੋ, ਕੋਈ ਸਿੰਪਲ ਫੂਡ ਖਾਣ ਦੀ ਕੋਸ਼ਿਸ਼ ਕਰੋ। ਦੈਟਸ ਰਾਈਟ, ਸਿੰਪਲ ਫੂਡਸ। ਹਾਂਜੀ, ਸੈਲਡਸ ਖਾ ਲਓ, ਸੈਲਡ ਵਗੈਰਾ ਖਾ ਲਓ, ਤੇ ਤੁਸੀਂ ਸਬਜ਼ੀਆਂ ਖਾਣੀਆਂ ਉਹ ਸਟੀਮ ਕਰਕੇ ਸਬਜ਼ੀ ਖਾ ਲਓ। ਦੈਟ ਮੇਕਸ ਅ ਲੋਟ ਆਫ ਡਿਫਰੈਂਸ। ਹਾਂਜੀ, ਤੇ ਇੱਦਾਂ ਡਾਈਜੈਸਟਿਵ ਸਿਸਟਮ ਨੂੰ ਰੈਸਟ ਕਦੇ ਕਦੇ ਦੇਣੀ ਵੀ ਚਾਹੀਦੀ ਆ, ਤੇ ਪਰ ਆਪਾਂ ਕਰਦੇ ਨਹੀਂ ਹੈਗੇ। ਆਪਾਂ ਤਾਂ
ਹਾਂਜੀ ਰੋਜ਼ ਹੀ 3-4 ਵਾਰੀ ਖਾਈ ਜਾਈਦਾ, ਉਹ ਵੀ ਰੱਜ ਰੱਜ ਕੇ। ਹਾਂਜੀ ਅਤੇ ਕਹਿੰਦੇ ਵੀ ਜਦੋਂ ਖਾਂਦੇ ਆ ਉਹ ਥੋੜ੍ਹਾ ਜਿਹਾ ਸਟਮਕ ਵਿੱਚ ਜਗ੍ਹਾ ਵੀ ਛੱਡਣੀ ਚਾਹੀਦੀ, ਐਨ ਪੂਰਾ ਨਾ ਖਾਓ, ਇਹਨੂੰ ਫੁੱਲਾਪ ਹੋ ਕੇ ਨਾ ਖਾਓ, ਹੈ ਨਾ। ਅਤੇ ਕਿਉਂਕਿ ਉਹਨਾਂ ਫਿਰ ਉਹ ਕੰਮ ਕਰਨਾ ਪੈਂਦਾ ਜ਼ਿਆਦਾ ਸਟਮਕ ਨੂੰ, ਹੈ ਨਾ। ਅਤੇ ਥੋੜ੍ਹਾ ਜਿਹਾ ਉਣਾ ਰੱਖੋ ਅਤੇ ਉਹ ਸਟਮਕ ਨੂੰ ਘੱਟ ਕੰਮ ਕਰਨਾ ਪਏਗਾ। ਡਾਕਟਰ ਬੜੀ ਫਸਟ ਟਾਈਮ ਜਾ ਰਿਹਾ, ਇੱਕ ਮੈਨੂੰ ਥੋੜ੍ਹਾ ਜਿਹਾ ਜੋਕ ਯਾਦ ਆਇਆ, ਮੈਂ ਥੋੜ੍ਹਾ ਸੁਣਾ ਦਿੰਦਾ। ਅਤੇ ਕਿਉਂਕਿ ਮੈਂ ਕਿਹਾ ਸੀ ਤੁਹਾਨੂੰ ਹਸਾਵਾਂਗਾ, ਪਲੀਜ਼ ਸਮਝਣ ਦੀ ਕੋਸ਼ਿਸ਼ ਹੈਗੀ ਹੈ। ਤੁਹਾਨੂੰ ਪਤਾ ਡਾਕਟਰ ਅੱਜ ਕੱਲ੍ਹ ਮੋਬਾਈਲ ਫੋਨ ਹੈਗੇ ਨੇ, ਉਹਦੇ 'ਤੇ ਤੁਸੀਂ ਜਦੋਂ ਲੌਕ ਕਰਨਾ ਤੁਹਾਡੀ ਆਵਾਜ਼ ਪਛਾਣ ਆਓ। ਅਤੇ ਇੱਕ ਬੰਦੇ ਨੇ ਨਵਾਂ ਫੋਨ ਲਿੱਤਾ ਸੀਗਾ ਅਤੇ ਉਹਨੇ ਆਪਣੀ ਆਵਾਜ਼ ਭਰਨ ਲੱਗਾ ਕਿ ਤਾਂ ਕਿ ਮੈਂ ਉਹਨੂੰ ਅਨਲੌਕ ਅਤੇ ਲੌਕ ਕਰ ਸਕਾਂ ਮੇਰੀ ਆਵਾਜ਼ ਦੇ ਨਾਲ। ਅਤੇ ਉਹ ਜਦੋਂ ਉਹ ਕਰਨ ਲੱਗਾ ਤਾਂ ਇੱਕ ਕੁੱਤਾ ਭੌਂਕ ਪਿਆ। ਉਹ ਵਿਚਾਰੇ ਦਾ ਫੋਨ ਲੌਕ ਹੋ ਗਿਆ, ਉਹਨੂੰ ਕੁੱਤੇ ਨੂੰ ਲੱਭਦਾ ਫਿਰਦਾ ਅਨਲੌਕ ਕਰਨ ਲਈ ਕਿ ਮੈਨੂੰ ਕੁੱਤਾ ਮਿਲੇ ਤੇ ਮੇਰਾ ਫੋਨ ਖੁੱਲੇ ਹੁਣ। ਡਾਕਟਰ ਜੀ ਇੱਦਾਂ ਦੀ ਗੱਲਾਂ ਹੁੰਦੀਆਂ, ਥੋੜ੍ਹੀ ਸਿਲੀ ਜੋਕ ਹੁੰਦੇ ਨੇ, ਸਮਥਿੰਗ ਟੂ ਲਾਫ ਅਬਾਊਟ, ਸਮਥਿੰਗ ਟੂ ਫੀਲ ਹੈਪੀ। ਕੋਸ਼ਿਸ਼ ਕਰੋ ਸਮਝੇ, ਤੇ ਬੜਾ ਇੰਟਰਸਟਿੰਗ ਹੈਗਾ। ਅਤੇ ਆਪਾਂ ਇੱਕ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲਦੇ ਹੋ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਜਸਵਿੰਦਰ ਬੋਲਦੀ ਹਾਂ। ਹਾਂਜੀ, ਤੁਹਾਡਾ ਸਵਾਗਤ ਕਰਦੇ ਹਾਂ। ਤੁਸੀਂ ਹੁਣ ਡਾਕਟਰ ਜੀ ਨਾਲ ਗੱਲ ਕਰੋ। ਹਾਂਜੀ ਹਾਂਜੀ ਬੋਲੋ ਜੀ। ਹਾਂਜੀ ਭਾਜੀ ਮੈਂ ਆਪਣੇ ਕੀ ਆ, ਮੇਰੇ ਨਾ ਢਿੱਡ ਵਿੱਚ ਗੈਸ ਬਹੁਤ ਬਣਦੀ ਆ। ਹਾਂਜੀ ਗੈਸ ਬਣਦੀ ਆ, ਪਰ ਟਾਇਲਟ ਗੋ ਆਈ ਐਵਰੀ ਡੇ ਜਾਂਦੀ ਆ ਜਿੱਦਾਂ, ਹੈ ਨਾ, ਮੈਂ ਮੋਰਨਿੰਗ ਨੂੰ। ਅਤੇ ਬਾਅਦ ਦੇ ਵਿੱਚ ਜਦੋਂ ਮੈਂ ਕੁਛ ਖਾ ਲੈਂਦੀ ਹਾਂ, ਜਦੋਂ ਖਾ ਲੈਂਦੀ ਹਾਂ ਕੁਛ, ਉਦੋਂ ਪਤਾ ਨਹੀਂ ਮੇਰੇ ਢਿੱਡ ਵਿੱਚ ਕੀ ਹੋ ਜਾਂਦਾ ਆ। ਹਾਂਜੀ, ਅਤੇ ਇਹ ਕਾਹਦੇ ਨਾਲ ਇੱਦਾਂ ਹੁੰਦਾ ਹੋਊਗਾ? ਹਾਂਜੀ, ਜਦੋਂ ਤੁਸੀਂ ਖਾਂਦੇ ਪੇਟ ਵਿੱਚ ਦਰਦ ਹੁੰਦਾ ਜੀ? ਹਾਂਜੀ, ਜਦੋਂ ਕੁਛ ਖਾਂਦੇ ਤਾਂ ਪੇਟ ਵਿੱਚ ਦਰਦ ਹੋ ਜਾਂਦਾ? ਨਹੀਂ, ਦਰਦ ਨਹੀਂ ਹੁੰਦਾ ਹੈਗਾ, ਦਰਦ ਨਹੀਂ ਹੁੰਦਾ ਹੈਗਾ। ਪਤਾ ਨਹੀਂ ਜਿੱਦਾਂ ਕੁਛ, ਜਿੱਦਾਂ ਬਾਊਲ ਪ੍ਰੋਬਲਮ ਨਹੀਂ ਜਿੱਦਾਂ ਲੱਗਦੀ, ਇੱਦਾਂ ਹੁੰਦੀ ਆ, ਇੱਦਾਂ ਹੋਣ ਲੱਗ ਪੈਂਦੀ ਆ। ਹਾਂਜੀ ਭੈਣ ਜੀ, ਥੋੜ੍ਹੀ ਹੋਰ ਇਨਫੋਰਮੇਸ਼ਨ ਲੈਣੀ ਪਊਗੀ ਅਤੇ ਫਿਰ ਦੱਸਦੇ ਹਾਂ। ਅਤੇ ਇੱਦਾਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਆ ਪੂਰਾ ਨਹੀਂ ਦੱਸ ਸਕਦੇ ਹੈਗੇ, ਅਤੇ ਤੁਸੀਂ ਕਲੀਨਿਕ ਵਿੱਚ ਫੋਨ ਕਰ ਲਿਓ ਪਲੀਜ਼। ਹਾਂਜੀ, ਥੈਂਕ ਯੂ ਜੀ, ਤੁਹਾਡੀ ਕਾਲ ਕਰਨਾ। ਜਿੱਦਾਂ ਡਾਕਟਰ ਨੇ ਕਿਹਾ, ਮੰਡੇ, ਵੈਨਸਡੇ, ਫਰਾਈਡੇ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। ਜਰਾ ਡਾਕਟਰ ਜੀ ਕਾਫੀ ਸਵਾਲ ਪੁੱਛਣੇ ਹੁੰਦੇ ਨੇ, ਕੋਈ ਪਰਸਨਲ ਸਵਾਲ ਹੁੰਦਾ ਜੋ ਅਸੀਂ ਔਨ 에ਅਰ ਨਹੀਂ ਪੁੱਛ ਸਕਦੇ, ਅਤੇ ਸਿੰਪਲ ਜਵਾਬ ਦਿੰਦੇ ਹੁੰਦੇ, ਹਾਂ ਇਲਾਜ ਹੈਗਾ ਜਾਂ ਨਹੀਂ ਹੈਗਾ, ਕੀ ਹੋ ਸਕਦਾ, ਡਾਕਟਰ ਜੀ ਉਹੀ ਔਨ 에ਅਰ ਗੱਲ ਕਰ ਸਕਦੇ। ਬਾਕੀ ਪਰਸਨਲ ਸਵਾਲ ਨਹੀਂ ਪੁੱਛੇ ਜਾਂਦੇ। ਜਦ ਤੱਕ ਤੁਸੀਂ ਕਾਲ ਨਹੀਂ ਕਰੋਗੇ ਉਦੋਂ ਬਾਅਦ ਤੱਕ ਤੁਹਾਡਾ ਇਲਾਜ ਨਹੀਂ ਸ਼ੁਰੂ ਹੋਏਗਾ। ਤੋ ਪਲੀਜ਼ ਮੇਕ ਸ਼ੋਰ ਮੰਡੇ, ਵੈਨਸਡੇ, ਫਰਾਈਡੇ ਬਿਟਵੀਨ 10 and 11 ਤੁਸੀਂ ਕਾਲ ਕਰਨਾ। ਜਿਹੜਾ ਸਪੈਸ਼ਲ ਨੰਬਰ ਤੁਹਾਨੂੰ ਸਾਡਾ ਕਾਲ ਸੈਂਟਰ ਤੁਹਾਨੂੰ ਦਿੰਦਾ ਜੀ। ਡਾਕਟਰ ਜੀ, ਹਾਂਜੀ, ਸੋ ਆਂਦਰਾਂ ਦੀ ਇੱਕ ਹੋਰ ਬਿਮਾਰੀ ਹੁੰਦੀ ਸੀਲੀਅਕ ਡਿਜ਼ੀਜ਼, ਅਤੇ ਉਹ ਹੁੰਦੀ ਜਿਹੜਾ ਕਣਕ ਦੇ ਵਿੱਚ ਗਲੂਟਨ ਪ੍ਰੋਟੀਨ ਹੁੰਦਾ ਆ, ਉਹ ਸੈਂਸਿਟਿਵ ਹੋ ਜਾਂਦੀ ਬਾਡੀ, ਅਤੇ ਉਹ ਝੱਲਦੀ ਨਹੀਂ ਹੈਗੀ। ਅਤੇ ਉੱਥੇ ਵੀ ਫਿਰ ਜਿਹੜੀ ਖੁਰਾਕ ਹੈ ਹਜਮ ਨਹੀਂ ਹੁੰਦੀ, ਕਿਉਂਕਿ ਅੰਦਰਾਂ ਦੇ ਵਿੱਚ ਸੋਜ ਪੈ ਜਾਂਦੀ ਹੈ। ਅਤੇ ਪਰ ਇਹਦੀ ਨਿਸ਼ਾਨੀ ਹੈਗੀ ਵੀ ਇੱਥੇ ਬਲੀਡਿੰਗ ਨਹੀਂ ਹੁੰਦੀ ਜੀ। ਹਾਂਜੀ, ਸੀਲੀਅਕ ਡਿਜ਼ੀਜ਼ ਨਾਲ ਬਲੀਡਿੰਗ ਨਹੀਂ ਹੁੰਦੀ ਹੈਗੀ, ਸਿਰਫ ਉਹ ਜਿਹੜੇ ਸਟੂਲਸ ਜਾਂ ਵੇਸਟ ਆ, ਉਹਦਾ ਕੰਸਿਸਟੈਂਸੀ ਜਿਹੜੀ ਥੋੜ੍ਹੀ ਸੌਫਟ ਜਿਹੀ ਜ਼ਿਆਦਾ ਹੋ ਜਾਂਦੀ ਹੈ। ਅਤੇ ਪਰ ਇੱਦਾਂ ਵੀ ਖੁਰਾਕ ਹਜਮ ਨਹੀਂ ਹੁੰਦੀ ਹੈਗੀ, ਅਤੇ ਉਹ ਭਾਰ ਘਟਣ ਲੱਗ ਪੈਂਦਾ ਆ। ਅਤੇ ਇਹ ਫਿਰ ਉਹ ਕੀ ਕਰਦੇ ਆ, ਕੈਮਰਾ ਪਾ ਕੇ ਚੈੱਕ ਕਰਦੇ ਆ ਅਤੇ ਕੀ ਪ੍ਰੋਬਲਮ ਆ, ਅਤੇ ਉੱਥੋਂ ਥੋੜ੍ਹਾ ਜਿਹਾ ਮਾਸ ਲੈ ਕੇ ਉਹਨੂੰ ਟੈਸਟ ਕਰਦੇ ਆ, ਤਾਂ ਫਿਰ ਉਹ ਕਨਫਰਮ ਹੁੰਦੀ ਹੈ ਵੀ ਇਹ ਸੀਲੀਅਕ ਡਿਜ਼ੀਜ਼ ਜਾਂ ਗਲੂਟਨ ਦਾ ਪ੍ਰੋਬਲਮ ਆ। ਡਾਕਟਰ ਤੁਸੀਂ ਬੇਸ਼ੱਕ ਗੱਲ ਕਰਦੇ, ਜਿੱਦਾਂ ਹੁਣ ਆਪਾਂ ਅਲਸਰ ਦੀ ਗੱਲ ਕਰਦੇ ਹਾਂ, ਅਤੇ ਹਰ ਤਰੀਕੇ ਦੀ ਡਾਈਜੈਸਟਿਵ ਸਿਸਟਮ ਦੀ, ਇਹ ਜਦੋਂ ਵੀ ਬਿਮਾਰੀ ਸ਼ੁਰੂ ਹੁੰਦੀ ਹੈ ਇਹਨੂੰ ਟਾਈਮ ਲੱਗਦਾ? ਹਾਂਜੀ, ਹੌਲੀ ਬੰਦੇ ਨੂੰ ਟਾਈਮ। ਮੈਂ ਕਹਿੰਦਾ ਤੁਸੀਂ ਸੁਣੋ ਪ੍ਰੋਗਰਾਮ ਕਿ ਤੁਹਾਨੂੰ ਸਿੰਪਟਮ ਪਹਿਲਾਂ ਪਤਾ ਲੱਗ ਜਾਏ ਕਿ ਮੈਨੂੰ ਇੱਦਾਂ, ਜਦੋਂ ਭੈਣ ਦਾ ਫੋਨ ਆਇਆ ਉਹ ਮੈਨੂੰ ਲੱਗਦਾ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕਰ ਪਾਏ, ਲੇਕਿਨ ਮੈਨੂੰ ਲੱਗਦਾ ਬਿਗਨਿੰਗ ਉਹਨਾਂ ਦਾ ਕੁਛ ਹੈ ਹੋ ਰਿਹਾ। ਹਾਂਜੀ, ਦੈਟਸ ਰਾਈਟ, ਉਹਨਾਂ ਦਾ ਹਾਂਜੀ ਹਾਜ਼ਮਾ ਖਰਾਬ ਹੋ ਰਿਹਾ, ਹਾਜ਼ਮਾ ਖਰਾਬ ਹੋ ਰਿਹਾ, ਰਾਈਟ, ਯਾ ਅਤੇ ਫਿਰ ਉਹ ਹੌਲੀ ਹੌਲੀ ਜਿੱਦਾਂ ਕਹਿੰਦੇ ਪਏ ਵੱਧਦੀ ਰਹਿੰਦੀ ਬਿਮਾਰੀ। ਪਰ ਜੇ ਅਰਲੀ ਸਟੇਜਸ ਫੜ ਲਓ ਤਾਂ ਮਚ ਬੈਟਰ ਆ, ਅਤੇ ਉਹ ਜਦੋਂ ਲੰਮਾ ਟਾਈਮ ਹੋ ਜਾਂਦਾ ਬਿਮਾਰੀ ਵੱਧ ਜਾਂਦੀ ਹੈ, ਫਿਰ ਉਹ ਟਰੀਟਮੈਂਟ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਟਾਈਮ ਜ਼ਿਆਦਾ ਲੱਗਦਾ ਫਿਰ। ਭਾਜੀ ਮੈਨੂੰ ਤੁਹਾਡੇ ਦਿਲ ਨੂੰ ਬੜੀ ਗੱਲ ਅੱਛੀ ਲੱਗੀ, ਜਿੱਦਾਂ ਤੁਸੀਂ ਡੀਟੌਕਸ ਕਰਨ ਦਾ ਬੋਡੀ ਦਾ ਤਰੀਕਾ ਦੱਸਿਆ, ਵਿਦਆਊਟ ਕੋਈ ਮੈਡੀਕੇਸ਼ਨ ਲੈਣ ਨੂੰ, ਜਿਹਨੂੰ ਕਿ ਉਹਨਾਂ ਨੂੰ ਕੌਨਸਟੀਪੇਸ਼ਨ ਹੁੰਦੀ ਹੈ, ਅਤੇ ਅਸੀਂ ਉਹ ਖਾ ਲਿਆ, ਇਹ ਖਾ ਲਿਆ, ਦਵਾਈ ਲੈ ਲਈ ਇੱਦਾਂ ਦੀਆਂ, ਮੈਂ ਦਵਾਈ ਦਾ ਨਾਮ ਨਹੀਂ ਲਵਾਂਗਾ, ਵਾਧੂ ਦੀ ਐਡਵਰਟਾਈਜ਼ ਹੋ ਜਾਂਦੀ ਉਹਨਾਂ ਦੀ, ਕਿਉਂਕਿ ਕਈ ਨੂੰ ਸੂਟ ਕਰਦੀ, ਕਹਿੰਦੇ ਲੋਕਾਂ ਨੂੰ ਈਜ਼ੀ ਰਸਤਾ ਲੱਭਦਾ, ਉਹ ਖਾ ਕੇ ਅਤੇ ਉਹ ਕੌਨਸਟੀਪੇਸ਼ਨ ਕਲੀਅਰ ਕਰ ਲੈਂਦਾ। ਹਾਂਜੀ, ਦੈਟਸ ਰਾਈਟ, ਸੋ ਇੱਦਾਂ ਹੀ ਆਪਾਂ ਹੁਣ ਇਹ ਕਲਚਰ ਇੱਦਾਂ ਦਾ ਬਣਿਆ ਪਈ, ਤੁਹਾਨੂੰ ਕੁਇਕ ਫਿਕਸ ਚਾਹੀਦਾ ਆ, ਇੱਕ ਟੈਬਲੇਟ ਖਾਓ, ਉਹਨਾਂ ਸਭ ਕੁਝ ਠੀਕ ਹੋ ਜਾਊਗਾ, ਸਭ ਕੁਝ ਠੀਕ ਹੋ ਜਾਏਗਾ। ਦੈਟਸ ਰਾਈਟ, ਪਰ ਬੈਟਰ ਹੈ ਤੁਸੀਂ ਆਪਣੀ ਡਾਇਟ ਐਡਜਸਟ ਕਰੋ, ਲਾਈਫ ਸਟਾਈਲ ਐਡਜਸਟ ਕਰੋ, ਅਤੇ ਤੁਹਾਡਾ ਨੈਚੁਰਲੀ ਸਭ ਕੁਝ ਠੀਕ ਹੋ ਜਾਵੇ, ਮਚ ਬੈਟਰ ਆ। ਹਾਂਜੀ, ਅਤੇ ਉੱਦਾਂ ਹੋਮਿਓਪੈਥਿਕ ਦਵਾਈਆਂ ਜਿਹੜੀਆਂ ਉਹ ਇੱਦਾਂ ਦਾ ਸਾਈਡ ਇਫੈਕਟ ਨਹੀਂ ਉਹਨਾਂ ਦੇ ਹੁੰਦੇ, ਜਿੱਦਾਂ ਵੀ
ਪੇਨ ਕਿਲਰਸ ਦੇ ਹੁੰਦੇ ਆ, ਸੋ ਉਹ ਕਾਫੀ ਸੇਫ ਹੈਗੀਆਂ ਲੈਣੀਆਂ, ਇੱਦਾਂ ਕੋਈ ਪ੍ਰੋਬਲਮ ਨਹੀਂ ਪੈਂਦਾ ਹੋਮਿਓਪੈਥਿਕ ਦਵਾਈਆਂ ਦੇ ਨਾਲ। ਡਾਕਟਰ ਬਾਕੀ ਜਦੋਂ ਤੁਸੀਂ ਫਰੂਟ ਕਿਹਾ ਗ੍ਰੀਨ ਆਪਣਾ ਫਰੂਟ ਵੈਜੀਟੇਬਲ ਖਾਣ, ਉਹਦੇ ਨਾਲ ਵੀ ਤੇ ਉਹ ਬੈਸਟ ਰਹਿੰਦਾ ਸਾਰਿਆਂ ਨੂੰ। ਮਚ ਬੈਟਰ, ਹਾਂਜੀ ਦੈਟਸ ਰਾਈਟ। ਜੇ ਆਪਾਂ ਦੇਖੀਏ ਅਸਲੀ ਖੁਰਾਕ ਇਨਸਾਨ ਦੀ ਇਹੀ ਆ, ਹਾਂਜੀ ਫਰੂਟਸ ਜਿਹੜੇ ਆ, ਨੈਚੁਰਲ ਸਬਜ਼ੀਆਂ, ਸੈਲਡਸ, ਤੇ ਇਹ ਐਕਚੁਅਲੀ ਇਹ ਸਹੀ ਖੁਰਾਕ ਜਿਹੜੀ ਇਨਸਾਨ ਦੀ ਇਹੀ ਆ ਜੀ। ਜੇ ਆਪਾਂ ਹੁਣ ਪ੍ਰੋਸੈਸਡ ਫੂਡਸ ਖਾਂਦੇ ਆ ਹੈ ਨਾ, ਪੈਕਟਾਂ ਵਿੱਚੋਂ ਆਉਂਦੇ ਆ, ਉਹਦੇ ਪਤਾ ਨਹੀਂ ਕੀ ਕੈਮੀਕਲ ਪਾਏ ਹੁੰਦੇ ਉਹਨਾਂ ਦੀ ਮਿਆਦ ਵਧਾਉਣ ਲਈ, ਤੇ ਉਹ ਨੈਚੁਰਲ ਫੂਡ ਉਹ ਸਹੀ ਨਹੀਂ ਹੈਗੇ ਸਾਡੇ ਹਾਜ਼ਮੇ ਲਈ, ਤੇ ਉਹਨੂੰ ਕੋਈ ਨਾ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਆ। ਚਲੋ ਕਦੇ ਕਦੇ ਖਾ ਹੋ ਜਾਂਦੀ, ਕਦੇ ਕਦੇ ਚੱਲਦਾ ਆ, ਹਾਂਜੀ। ਤੁਸੀਂ ਹੁਣ ਕਿਤੇ ਜਾਂਦੇ ਆ ਤਾਂ ਤੁਹਾਨੂੰ ਕਿਤੇ ਪੀਜ਼ਾ ਖਾਣਾ ਪੈਂਦਾ ਜਾਂ ਹੋਰ ਕੁਝ, ਕਿਤੇ ਹੀ ਤੁਸੀਂ ਕਰ ਲਓ, ਉਹਦਾ ਕੋਈ ਨੁਕਸਾਨ ਨਹੀਂ ਹੈਗਾ। ਪਰ ਜੇ ਤੁਹਾਡੀ ਰੈਗੂਲਰ ਡਾਇਟ ਇੱਦਾਂ ਦੀ ਬਣ ਜਾਂਦੀ ਹੈ ਵੀ ਹਰੇਕ ਵਾਰੀ ਪ੍ਰੋਸੈਸਡ ਫੂਡਸ ਹੀ ਖਾਣੇ ਆ, ਹਾਂਜੀ ਡੱਬਿਆਂ 'ਚੋਂ ਕੱਢ ਕੇ ਖਾਣੇ ਆ ਜਾਂ ਫਾਸਟ ਫੂਡ ਤੋਂ ਲੈ ਕੇ ਖਾਣੇ ਆ, ਫਿਰ ਤਾਂ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਣਾ ਹੀ ਪਹੁੰਚਣਾ। ਦੇਖੋ ਡਾਕਟਰ ਇੱਕ ਵੱਲੋਂ ਹੋਰ ਵੀ ਤੁਹਾਡੀ ਗੱਲ ਅੱਛੀ ਲੱਗੀ ਕਿ ਤੁਹਾਨੂੰ ਹਰ ਤਰ੍ਹਾਂ ਦਾ ਟਰਾਈ ਕਰਨਾ ਚਾਹੀਦਾ ਹੈ, ਕਿਉਂਕਿ ਅਗਰ ਟੈਲ ਮੀ ਇਫ ਆਮ ਰਾਈਟ ਹੇਅਰ, ਅਗਰ ਤੁਸੀਂ ਸਾਰੇ ਇੱਦਾਂ ਦੀ ਚੀਜ਼ਾਂ ਖਾਣੇ, ਸੌਫਟ ਕਰਨੇ ਹੋ, ਅਗਰ ਕਦੀ ਤੁਸੀਂ ਕੋਈ ਹੋਰ ਚੀਜ਼ ਖਾ ਲਈ, ਤੁਹਾਡੇ ਸਿਸਟਮ ਐਕਸੈਪਟ ਨਹੀਂ ਕਰੇਗਾ, ਕਿਉਂਕਿ ਤੁਹਾਨੂੰ ਜਾਂ ਸਟਮਕ ਏਕ ਹੋ ਜਾਏਗਾ ਜਾਂ ਕੁਛ ਨਾ ਕੁਛ ਪੇਨ ਹੋਏਗੀ ਜਾਂ ਡਾਈਜੈਸਟ ਨਹੀਂ ਹੋਏਗਾ ਉਹ, ਕਿਉਂਕਿ ਤੁਹਾਡਾ ਜਿਹੜਾ ਸਿਸਟਮ ਤੁਸੀਂ ਹੋਰ ਪਾਸੇ ਲੈ ਗਏ ਹੋ, ਨਾਜ਼ੁਕ ਬਣਾ ਲਿਆ ਉਹਨੂੰ। ਨਹੀਂ ਸਹੀ ਗੱਲ ਹੈ, ਵੈਰੀ ਡਾਇਟ ਚਾਹੀਦੀ ਆ, ਹਾਂਜੀ ਹਾਂ ਵੈਰੀ ਵੈਲ ਡਾਇਟ ਚਾਹੀਦੀ ਹੈ, ਹਰੇਕ ਚੀਜ਼ ਚਾਹੀਦੀ ਹੈ ਡਾਇਟ ਵਿੱਚ। ਤੇ ਇੱਦਾਂ ਨਹੀਂ ਹੈ ਵੀ ਜ਼ਿਆਦਾ ਰਿਸਟ੍ਰਿਕਸ਼ਨ ਕਰ ਲਓ ਵੀ ਮੈਂ ਆਹੀ ਸਬਜ਼ੀ ਖਾਣੀ ਹੈ ਜਾਂ ਆਹੀ ਦਾਲ ਖਾਣੀ ਆ, ਹਾਂਜੀ, ਜਾਂ ਮੈਂ ਬਸ ਰੋਟੀ ਖਾਣੀ ਹਰ ਰੋਜ਼। ਸੋ ਰਿਸਟ੍ਰਿਕਸ਼ਨ ਹੋ ਜਾਂਦਾ ਫਿਰ ਬੋਡੀ ਉਹੀ ਚੀਜ਼ ਨੂੰ ਗਿੱਜ ਜਾਂਦੀ, ਜਦੋਂ ਤੁਸੀਂ ਕਹਿੰਦੇ ਆ ਵੀ ਹੋਰ ਕੁਛ ਟਰਾਈ ਕਰੋ, ਉਹ ਫਿਰ ਤੁਹਾਨੂੰ ਤਕਲੀਫ ਹੁੰਦੀ ਆ। ਕੋਈ ਗੈਸਟ ਆ ਜਾਏ, ਕੋਈ ਨਵੀਂ ਚੀਜ਼ ਬਣਾਓ, ਉਹਨਾਂ ਨੂੰ ਖਿਲਾਓ, ਇੱਦਾਂ ਨਾ ਕਹੋ ਕਿ ਦਾਲ 'ਚ ਪਾਣੀ ਹੋਰ ਪਾ ਦੇ। ਹਾਂਜੀ ਆਪਾਂ ਕਹਿੰਦੇ ਨੇ ਕਿ ਚਲੋ ਸਾਡੇ ਦੋਨਾਂ ਜੁਗੀ ਬਣੀ ਸੀਗੀ, ਤੇ ਉਹਨੂੰ ਕਹਿੰਦੇ ਵੀ 2 ਜਣੇ ਹੋ ਰਿਹਾ ਕਿੱਦਾਂ ਕਰ ਪਾਣੀ ਹੋਰ ਪਾ ਦੇ ਇਹਦੇ 'ਚ। ਹਾਂਜੀ ਖਾਸ ਕਰਕੇ ਸਾਡੀ ਪ੍ਰੋਬਲਮ ਇੱਕ ਬੜੀ ਇੰਪੋਰਟੈਂਟ ਗੱਲ ਹੈਗੀ ਆ, ਜਿਹੜੀ ਖੁਰਾਕ ਹੈਗੀ ਨਾ, ਉੱਥੇ ਕੰਪਰੋਮਾਈਜ਼ ਨਾ ਕਰੋ ਕਦੇ ਵੀ। ਤੁਸੀਂ ਸਾਰੀ ਉਮਰ ਭਾਜੀ ਕੰਮ ਕੀਤਾ ਹੈ, ਅਗਰ ਤੁਸੀਂ ਆਪਣੇ ਖਾਣ ਪੀਣ ਨਹੀਂ ਕਰ ਸਕਦੇ ਤੇ ਉਹ ਕਮਾਈ ਦਾ ਫਾਇਦਾ ਕੀ ਹੋਇਆ? ਦੈਟਸ ਰਾਈਟ ਹੈ, ਉਹਦੀ ਕੰਪਰੋਮਾਈਜ਼ ਨਹੀਂ ਹੋਣੀ ਚਾਹੀਦੀ। ਜੋ ਖਾਣਾ ਵਧੀਆ ਖਾਣਾ ਖਾਓ, ਬਿਲਕੁਲ। ਤੇ ਅੱਜ ਕੱਲ੍ਹ ਆਰਗੈਨਿਕ ਚੀਜ਼ਾਂ ਵੀ ਮਿਲਦੀਆਂ ਜਿਨ੍ਹਾਂ 'ਤੇ ਕੈਮੀਕਲ ਨਹੀਂ ਛਿੜਕੇ ਹੁੰਦੇ, ਤੇ ਉਹ ਤੁਹਾਡੇ ਲਈ ਮੱਚ ਬੈਟਰ ਆ। ਥੋੜ੍ਹਾ ਜਿਹਾ ਕੋਸਟ ਐਕਸਟਰਾ ਆਉਂਦਾ, ਉਹਦਾ ਕੋਈ ਬਹੁਤਾ ਜ਼ਿਆਦਾ ਨਹੀਂ ਆਉਂਦਾ, ਪਰ ਤੁਸੀਂ ਆਪਣੀ ਸਿਹਤ ਲਈ ਹੈ ਨਾ ਇੱਦਾਂ ਦੀ ਚੀਜ਼ ਜ਼ਰੂਰੀ ਹੈ। ਬੰਦਾ ਇਨਸਾਨ ਲੇਜ਼ੀ ਹੋ ਜਾਂਦਾ ਹੈ, ਕਹਿੰਦਾ ਚੱਲ ਅੱਜ ਆਪਦਾ ਕੱਲ੍ਹ ਚੱਲ ਇੱਦਾਂ ਸਾਰ ਲੈਂਦੇ ਆ। ਜੇ ਤੁਸੀਂ ਸਾਰਨੇ ਆ ਤੇ ਫਿਰ ਜ਼ਿੰਦਗੀ ਤੇ ਸਾਰ ਕੇ ਕੱਢਣੀ, ਤੇ ਫਿਰ ਜ਼ਿੰਦਗੀ ਦਾ ਸਵਾਦ ਕੀ ਹੋਇਆ? ਦੈਟਸ ਰਾਈਟ ਯਾਰ, ਜਿੱਦਾਂ ਤੁਸੀਂ ਕਹਿੰਦੇ ਸਾਰੀ ਉਮਰ ਮਿਹਨਤ ਕੀਤੀ ਆ, ਤੇ ਉਹਦਾ ਫਲ ਤੁਹਾਨੂੰ ਕੀ ਮਿਲਣਾ ਹੈ? ਬਿਮਾਰੀਆਂ। ਹਾਂਜੀ, ਜ਼ਰੂਰੀ ਨਹੀਂ ਹੈਗਾ ਵੀ ਓਲਡ ਏਜ ਵਿੱਚ ਤੁਹਾਨੂੰ ਬਿਮਾਰੀਆਂ ਲੱਗਣ। ਡਾਕਟਰ 1 ਮਿੰਟ ਹੈਗਾ ਹੋਰ, ਤੁਸੀਂ ਕਿੱਦਾਂ ਰੈਪ ਅਪ ਕੀ ਕਰਨਾ ਚਾਹੁੰਦੇ ਹੋ ਹੁਣ? ਇਹ ਬਸ ਇਹੀ ਆ ਵੀ ਜਿੱਦਾਂ ਡਿਸਕਸ ਕੀਤਾ ਜਾਏ, ਡਾਈਜੈਸਟਿਵ ਸਿਸਟਮ ਆ, ਇਹ ਬੜੀ ਇੰਪੋਰਟੈਂਟ ਸਿਸਟਮ ਆ, ਇਹ ਤੋਂ ਬਹੁਤ ਹੀ ਬਿਮਾਰੀਆਂ ਪੈਦਾ ਹੁੰਦੀਆਂ। ਹਾਂਜੀ, ਸੋ ਇਹ ਠੀਕ ਹੈ ਜੀ। ਤੇ ਇੱਦਾਂ ਦੀਆਂ ਬਿਮਾਰੀਆਂ ਜੇ ਆਪਾਂ ਡਿਸਕਸ ਕੀਤੀਆਂ ਸੀਰੀਅਸ ਹੋ ਸਕਦੀਆਂ, ਤੇ ਤੁਸੀਂ ਆਪਣਾ ਖਿਆਲ ਰੱਖਣਾ ਜੀ। ਥੈਂਕ ਯੂ ਡਾਕਟਰ ਜੀ, ਥੈਂਕ ਯੂ ਸੋ ਮਚ। ਪਲੀਜ਼ ਇਸੇ ਤਰ੍ਹਾਂ ਪ੍ਰੋਗਰਾਮ ਦੇਖते ਕਰੋ। ਐਵਰੀ ਟਿਊਜ਼ਡੇ 11 ਤੋਂ 12 ਪ੍ਰੋਗਰਾਮ ਹੁੰਦਾ। ਮੈਂ ਟਾਈਮ ਭੁੱਲ ਚੱਲਾ ਸੀਗਾ। ਨੈਕਸਟ ਵੀਕ ਰੱਬ ਲੰਮੀ ਜ਼ਿੰਦਗੀ ਦੇ, ਫਿਰ ਤੁਹਾਡੇ ਨਾਲ ਮੁਲਾਕਾਤ ਹੋਗੀ। ਤਬ ਤੱਕ ਰੱਬ ਰੱਖਾ। ਫਤਿਹ ਬੁਲਾਈਏ ਡਾਕਟਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।